ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਮੋਹਿ ਮਰਨ ਕਾ ਚਾਉ ਹੈ, ਮਰੋ ਤਾ ਹਰਿ ਕੈ ਦੁਆਰ। ਮਤ ਹਰਿ ਪੂਛੈ ਕੌਣ ਹੈ, ਪਰਾ ਹਮਾਰੇ ਬਾਰ। ਸਿੱਖ ਹੋ ਸ਼ਬਦ ਪਿਆਰੇ ਹੋ, ਜਨਮ ਮਰਨ ਕੀ ਟੇਕ। ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਸੇਵਕ ਕੀ ਓੜਕ ਨਿਭਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ। ਚਲਤੇ ਰਾਖਿਓ ਚੀਤ, ਲੂਣ ਸਾਹਿਬ ਦਾ ਖਾਏ ਕੈ। ਰਾਣੇ ਅੰਦਰ ਲੜ ਮਰੈ ਸੋ ਜਾਪੈ, ਸਿਰ ਵੱਡੇ ਹਥਿਆਰ ਕਰ। ਵਰੀਆਂ ਮਾਂ ਵਰੀਆਂ ਮੁਸੰਜਾਪੈ, ਮਿੱਤਰ ਪਿਆਰੇ ਨੂੰ ਹਾਲ। ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ। ਨਾਗ ਨਿਵਾਸਾਂ ਦੇ ਰਹਿਣਾ, ਬੇਸੁਮਾਰ ਅਥਾਹ ਗਨਤ ਤੋਲੇ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਕਿਰਪਾ ਨਿਧ ਦਇਆ ਨਿਧ, ਕਰੁਣਾ ਨਿਧ, ਗੁਣ ਨਿਧ, ਮਹਿਮਾ ਨਿਧ ਸਤਿਗੁਰੂ। ਅਗੰਮ ਅਗੋਚਰ ਪਾਰ ਬ੍ਰਹਮ ਪਰਮੇਸ਼ਵਰ, ਸਗਲ ਬ੍ਰਹਿਮੰਡ ਨੂੰ ਸ਼ਬਦ ਦੀ ਨਿਵਾਜਿਸ਼ ਦੇ ਨਾਲ ਨਿਵਾਜਣ ਵਾਲੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬੜੇ ਅਦਬ ਪ੍ਰੀਤ ਭਾਵਨਾ ਜਿਗਿਆਸਾ ਦੇ ਸਹਿਤ ਜੁੜ ਬੈਠੇ ਹੋ ਜੀ। ਬੜੇ ਹੀ ਸੁਭਾਗਸ਼ਾਲੀ ਹੋ। ਧੰਨ ਭਾਈ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਭਾਈ ਨੰਦ ਲਾਲ ਜੀ ਆਖਦੇ ਹਨ, ਕਾਜਰੇ ਹਰ ਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾਂ ਯਾਰ। ਗੁਰੂ ਗੋਬਿੰਦ ਸਿੰਘ ਰਹਾ ਮੁੱਲ ਰਹਾਮ ਗੁਰੂ ਗੋਬਿੰਦ ਸਿੰਘ, ਕਰਾ ਮੁੱਲ ਕਰਾਮ ਗੁਰੂ ਗੋਬਿੰਦ ਸਿੰਘ।
ਭਾਈ ਨੰਦ ਲਾਲ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸਿਫਤ ਦੇ ਵਿੱਚ ਅਕਥ ਕਥਨੀ ਦੇ ਵਿੱਚ 55 ਸ਼ੇਅਰ ਲਿਖੇ ਹਨ। ਉਹਨਾਂ ਦੇ ਵਿੱਚ ਇੱਕ ਸ਼ੇਅਰ ਦਾ ਇੱਕ ਨੁਕਤਾ ਉਹਨਾਂ ਨੇ ਕਿਹਾ ਹੈ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇੰਨੀ ਵੱਡੀ ਉੱਚੀ ਸ਼ਾਨ ਦੇ ਮਾਲਕ ਹਨ ਕਿ ਦੁਨੀਆ ਦੇ ਸੈਂਕੜੇ ਹਜ਼ਾਰਾਂ ਬਾਦਸ਼ਾਹਾਂ ਦੀ ਬਾਦਸ਼ਾਹਤ, ਉਹਨਾਂ ਦੇ ਰਾਜਸੀ ਦਰਬਾਰ ਦਾ ਠਾਠ, ਉਹਨਾਂ ਦੇ ਰਾਜ ਸੱਤਾ ਦੀ ਤਾਕਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਮਣੇ ਫਿੱਕੀ ਪੈ ਜਾਂਦੀ। ਐਡੇ ਵੱਡੇ ਬਾਦਸ਼ਾਹ ਹਨ, ਰਾਜਾਨ ਰਾਜ ਹਨ। ਪਰ ਦੂਜੇ ਪਾਸੇ ਨਾਲ ਕਿਹਾ ਦਰਵੇਸ਼ ਹਨ। ਦਰਵੇਸ਼ ਦਾ ਮਤਲਬ ਭਾਵ ਰੱਬ ਦੀ ਬੰਦਗੀ ਦੇ ਵਿੱਚ, ਉਹਦੀ ਪ੍ਰੀਤ ਦੇ ਵਿੱਚ ਸਭ ਕੁਝ ਸਮਰਪਣ ਕਰਕੇ ਫਕੀਰ ਹੋਏ ਪੁਰਖ ਨੂੰ, ਜਿਹੜਾ ਦੁਨੀਆ ਦੀ ਸਭ ਖਾਹਿਸ਼ਾਂ ਸਭ ਕੁਝ ਨੂੰ ਤਿਆਗ ਕੇ ਕੇਵਲ ਰੱਬੀ ਪ੍ਰੀਤ ਦਾ ਆਸ਼ਿਕ ਹੈ, ਉਸ ਨੂੰ ਦਰਵੇਸ਼ ਆਖਦੇ ਹਨ। ਜਿਹਦੀ ਜ਼ਿੰਦਗੀ ਦੇ ਵਿੱਚ ਸਿਦਕ ਹੈ, ਸਬੂਰੀ ਹੈ, ਸਬਰ ਹੈ, ਸਹਿਜ ਹੈ। ਹੁਣ ਇਹ ਦੋਵੇਂ ਲਫ਼ਜ਼ ਭਾਈ ਨੰਦ ਲਾਲ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਬਾਰੇ ਕਹੇ ਨੇ। ਤਾਂ ਦੁਨੀਆ ਦੇ ਵਿੱਚ ਹੈ ਕਿ ਜਿਹੜਾ ਬਾਦਸ਼ਾਹ ਹੈ ਉਹਦਾ ਦਰਵੇਸ਼ ਹੋਣਾ ਮੁਸ਼ਕਲ ਹੈ, ਕਿਉਂਕਿ ਜਿਹਦੇ ਕੋਲੋਂ ਧਨ ਪਦਾਰਥ ਹੈ, ਰਾਜ ਦੀ ਚਕਾਚੌਂਧ ਹੈ, ਉਹ ਸਾਦਾ ਜਿਹਾ ਸਭ ਕੁਝ ਦੇ ਤਿਆਗ ਵਾਲਾ ਫਕੀਰੀ ਜੀਵਨ ਕਿਉਂ ਜੀਵੇਗਾ। ਇਸ ਕਰਕੇ ਇੱਕ ਬਾਦਸ਼ਾਹ ਦੇ ਵਿੱਚੋਂ ਦਰਵੇਸ਼ ਲੱਭਣਾ ਔਖਾ ਹੈ, ਤੇ ਇੱਕ ਦਰਵੇਸ਼ ਦੇ ਵਿੱਚੋਂ ਦੁਨਿਆਵੀ ਬਾਦਸ਼ਾਹ ਦਾ ਅਕਸ ਲੱਭਣਾ ਬੜਾ ਅਸੰਭਵ ਹੈ, ਔਖਾ ਹੈ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਸ਼ਖਸੀਅਤ ਇੰਨੀ ਸੰਪੂਰਨ ਹੈ ਕਿ ਉਹ ਜਗਤ ਦੇ ਵਿੱਚ ਬਾਦਸ਼ਾਹਤ ਦਾ ਵੀ ਜਲਾਉ ਪ੍ਰਗਟ ਕਰਦੇ ਨੇ ਤੇ ਦਰਵੇਸ਼ੀ ਦਾ ਵੀ ਉਹ ਰੂਪ ਪ੍ਰਗਟ ਕਰਦੇ ਨੇ, ਜਿਹੜੀ ਦਰਵੇਸ਼ੀ ਮਾਛੀਵਾੜ ਜੰਗਲਾਂ ਵਿੱਚ ਮਹਾਰਾਜ ਜੀ ਨੇ ਰੱਬੀ ਪ੍ਰੀਤ ਦਾ ਗੀਤ ਗਾ ਕੇ ਪ੍ਰਗਟ ਕੀਤੀ। ਸੋ ਆਪ ਜੀ ਦਸਮ ਪਾਤਸ਼ਾਹ ਜੀ ਦੇ ਧਰਮ ਯੁੱਧ ਦੀ ਮਹਾਂਗਾਥਾ ਦਾ ਲੜੀਵਾਰ ਵਰਣਨ 4 ਪੋਹ ਤੋਂ ਸ਼ਰਵਣ ਕਰ ਰਹੇ ਹੋ। ਅੱਜ 9 ਪੋਹ ਦਾ ਦਿਨ ਹੈ। 8 ਪੋਹ ਦੀ ਜੰਗ ਦਾ ਸ਼ਾਮ ਤੱਕ ਦਾ ਆਪ ਜੀ ਨੇ ਵਰਣਨ ਸ਼ਰਵਣ ਕੀਤਾ ਸੀ ਕਿ ਗੁਰੂ ਸਾਹਿਬ ਜੀ ਦੇ ਦੋਨੋਂ ਲਾਲ ਵੱਡੇ ਰਣ ਤੱਤੇ ਵਿੱਚ ਜੂਝਦਿਆਂ, ਦੁਸ਼ਮਣ ਦੇ ਆਹੂ ਲਾਉਂਦਿਆਂ, ਅਧਰਮ ਦਾ ਅਤਿਆਚਾਰ ਦਾ ਨਾਸ਼ ਕਰਦਿਆਂ ਹੋਇਆਂ, ਸੂਰਬੀਰਤਾ ਦਾ ਪ੍ਰਚੰਡ ਪ੍ਰਗਟਾਵਾ ਕਰਦਿਆਂ ਹੋਇਆਂ ਜੂਝ ਕੇ ਸ਼ਹੀਦੀ ਪਾ ਗਏ। 3 ਪਿਆਰੇ ਸਾਹਿਬਾਨ ਸ਼ਹੀਦ ਹੋ ਗਏ, 34 ਹੋਰ ਸਿੰਘ ਸ਼ਹੀਦ ਹੋ ਗਏ। ਫਿਰ ਖਾਲਸੇ ਪੰਥ ਦਾ ਗੁਰਮਤਾ ਕਿ ਪਾਤਸ਼ਾਹ ਜੀ ਗੜੀ ਛੱਡ ਕੇ ਤਾੜੀ ਤੇ ਤਾੜੀ ਮਾਰ ਕੇ ਪੀਰੇ ਹਿੰਦ ਮੇਰ ਵਧ ਉੱਚੀ ਆਵਾਜ਼ ਦੇ ਵਿੱਚ ਜਕਾਰੇ ਗਜਾਉਂਦੇ ਹੋਏ ਗੁਰੂ ਸਾਹਿਬ ਜੀ ਏਡੇ ਵੱਡੇ ਮੁਲਖਈਏ ਨੂੰ ਚਕਮਾ ਦੇ ਕੇ ਆਪਣੀ ਬਹਾਦਰੀ ਸਹਿਤ ਬੜੀ ਦ੍ਰਿੜਤਾ ਦੇ ਨਾਲ ਨਿਰਖੌਫ ਹੋ ਕੇ ਨਿਕਲ ਗਏ। ਹੁਣ ਇਸ ਤੋਂ ਅੱਗੇ ਦੀ ਜਿਹੜੀ ਵਾਰਤਾ ਹੈ ਕਿ 9 ਪੋਹ ਨੂੰ ਚਮਕੌਰ ਦੀ ਗੜੀ ਵਿੱਚ ਕੀ ਹੋਇਆ, ਤੇ ਗੜੀ ਵਿੱਚੋਂ ਨਿਕਲ ਕੇ ਮਹਾਰਾਜ ਤਾੜੀ ਮਾਰ ਕੇ ਪੀਰੇ ਹਿੰਦ ਮੇ ਰਵਦ ਫਿਰ ਕਿਹੜੇ ਮਾਰਗਾਂ ਤੇ ਚੱਲੇ ਤੇ ਕਿੱਥੇ ਜਾ ਕੇ ਮਹਾਰਾਜ ਨੇ ਕੀ ਕੀ ਟਿਕਾਣੇ ਕੀਤੇ, ਇਹ ਸਾਰੀ ਵਾਰਤਾ ਆਪ ਜੀ ਦੇ ਸਨਮੁਖ ਅਰਜ਼ ਕਰਨ ਦਾ ਯਤਨ ਰਹੇਗਾ। ਜੀ ਗੁਰੂ ਕਿਰਪਾ ਕਰੇ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਗੁਰਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦ ਦਸਮ ਪਾਤਸ਼ਾਹ ਜੀ 8 ਪੋਹ ਦੀ ਗੜੀ ਤੋਂ ਨਿਕਲਣ ਲੱਗੇ, ਆਪ ਜੀ ਨੇ ਜ਼ਿਕਰ ਸੁਣਿਆ ਕਿ ਮਹਾਰਾਜ ਨੇ ਨਾ ਯੁੱਧ ਦੀ ਨੀਤੀ ਅਨੁਸਾਰ, ਕਿਉਂਕਿ ਇਕੱਲਾ ਯੁੱਧ ਦੇ ਵਿੱਚ ਸਰੀਰਕ ਬਾਹੂ ਬਲ ਜਾਂ ਸ਼ਸਤਰਾਂ ਦੇ ਹੁਨਰ ਇਹੀ ਨਹੀਂ ਕੰਮ ਆਉਂਦੇ, ਜਾਂ ਬਹੁਤ ਵੱਡੀਆਂ ਸੈਨਾਵਾਂ ਕਿਲੇ ਕੋਟ ਹੀ ਕੰਮ ਨਹੀਂ ਆਉਂਦੇ। ਯੁੱਧ ਦੇ ਵਿੱਚ ਇੱਕ ਯੁੱਧ ਦੀ ਨੀਤੀ ਵੀ ਕੰਮ ਆਉਂਦੀ ਹੈ ਕਿ ਜਦੋਂ ਥੋੜ੍ਹੀ ਤਾਕਤ ਹੁੰਦਿਆਂ ਹੋਇਆਂ, ਛੋਟੀਆਂ ਗੜੀਆਂ ਹੁੰਦਿਆਂ ਹੋਇਆਂ ਵੀ, ਥੋੜ੍ਹੇ ਸੈਨਿਕ ਹੁੰਦਿਆਂ ਹੋਇਆਂ ਵੀ, ਜੇ ਯੁੱਧ ਦਾ ਸੈਨਾਪਤੀ ਚੰਗਾ ਨੀਤੀਵਾਨ ਹੈ ਤੇ ਉਹ ਥੋੜ੍ਹੀ ਸੈਨਾ ਨੂੰ ਵੀ ਵੱਡੀ ਸੈਨਾ ਨਾਲ ਲੜਾ ਕੇ ਵਿਜੈ ਦੇ ਚਰਨ ਚੰਮਣੇ ਮਹਿਸੂਸ ਜਿਹੜੇ ਹਨ ਪ੍ਰਾਪਤ ਕਰਵਾ ਦਿੰਦਾ ਹੈ, ਜੇ ਵੱਡਾ ਸੈਨਾਪਤੀ ਯੁੱਧ ਨੀਤੀਵਾਨ ਹੋ। ਹੁਣ ਦਸਮ ਪਾਤਸ਼ਾਹ ਨੂੰ ਪਤਾ ਸੀ ਕਿ ਜਿੰਨੀ ਸਿੰਘਾਂ ਨੇ ਅੱਜ ਦੇ ਯੁੱਧ ਦੇ ਵਿੱਚ ਸ਼ਸਤਰ ਵਾਹ ਕੇ, ਕਟਾ ਵੱਢ ਕਰਕੇ, ਤਸ਼ਾਮੁਸ਼ ਜਦ ਯੁੱਧ ਕਰਕੇ ਤੁਰਕ ਤੇ ਪਹਾੜੀਆਂ ਦੇ ਦਲ ਨੂੰ ਮਾਰਿਆ ਤੇ ਪਹਾੜੀਆਂ ਦੇ ਮਨਾਂ 'ਚ ਬੜਾ ਖੌਫ ਹੈ, ਇਹ ਸਵੇਰ ਦੇ ਜੰਗ ਦੀ ਉਡੀਕ ਕਰਨਗੇ।
ਪਰ ਕਿਉਂਕਿ ਗੜੀ ਅੰਦਰ ਕੋਈ ਸਿੰਘ ਰਹਿ ਨਹੀਂ ਗਏ ਸਨ, ਇਸ ਕਰਕੇ ਮਹਾਰਾਜ ਨੇ ਨੀਤੀ ਵਰਤਦਿਆਂ ਆਪਣੇ ਹਮ ਸ਼ਕਲ ਭਾਈ ਸੰਗਤ ਸਿੰਘ ਨੂੰ ਕਲਗੀ ਤੋੜਾ ਦੇ ਕੇ ਮਹਾਰਾਜ ਨੇ ਚੰਗੀ ਤਰ੍ਹਾਂ ਸਜਾਇਆ। ਇਹ ਵੀ ਮਹਾਰਾਜ ਦੀਆਂ ਬਖਸ਼ਿਸ਼ਾਂ ਹਨ। ਗੁਰੂ ਸਦਾ ਹੀ ਬਖਸ਼ਿਸ਼ਾਂ ਲਟਾਉਂਦੇ ਆਏ ਹਨ ਸਿੱਖਾਂ ਦੇ ਉੱਪਰ। ਕਿਤੇ ਮਹਾਰਾਜ ਨੇ ਰਸਤੇ ਵਿੱਚ ਆਪਣਾ ਇੱਕ ਲਿਬਾਸ ਭਾਈ ਉਦੈ ਸਿੰਘ ਨੂੰ ਦਿੱਤਾ ਸੀ। ਆਨੰਦਪੁਰ ਸਾਹਿਬ ਤੋਂ ਨਿਕਲਦਿਆਂ ਮਹਾਰਾਜ ਨੇ ਭਾਈ ਜੀਵਨ ਸਿੰਘ ਨੂੰ ਆਪਣੀ ਇੱਕ ਤਲਵਾਰ ਬਖਸ਼ਿਸ਼ ਕੀਤੀ ਸੀ। ਨਿਹੰਗ ਖਾਂ ਨੂੰ ਮਹਾਰਾਜ ਨੇ ਇੱਕ ਤਲਵਾਰ, ਇੱਕ ਕਟਾਰ, ਇੱਕ ਢਾਲ ਇਹ ਬਖਸ਼ਿਸ਼ ਕੀਤੀ ਸੀ ਮਹਾਰਾਜ ਜੀ ਨੇ। ਇਸੇ ਤਰ੍ਹਾਂ ਗੁਰੂ ਕੱਲਾ ਯੁੱਧ ਨਹੀਂ ਲੜ ਰਿਹਾ, ਗੁਰੂ ਆਪਣੇ ਮੁਰੀਦਾਂ ਨੂੰ ਉਹ ਪ੍ਰੇਮ ਨਿਸ਼ਾਨੀਆਂ ਵੀ ਦੇ ਰਿਹਾ, ਜਿਹਨੂੰ ਸੰਭਾਲਣ ਵਾਲੇ, ਜਿਹਨੂੰ ਪ੍ਰਾਪਤ ਕਰਨ ਵਾਲੇ ਦੁਨੀਆ ਦੇ ਇਤਿਹਾਸ ਵਿੱਚ ਅਮਰ ਹੋ ਜਾਣਗੇ। ਜਿਹਦੇ ਕੋਲੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀਆਂ ਅੱਜ ਨਿਸ਼ਾਨੀਆਂ ਨੇ, ਉਹ ਅੱਜ ਵੀ ਬੜੇ ਸਤਿਕਾਰ ਦਾ, ਬੜੀ ਇੱਜ਼ਤ ਦਾ, ਬੜੇ ਸਨਮਾਨ ਦਾ, ਬੜੀ ਪ੍ਰੀਤ ਦਾ ਪਾਤਰ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਦੇ ਨਾਗਣੀ ਵਰਸ਼ਾ ਦਿੱਤਾ ਸੀ ਬਚਿੱਤਰ ਸਿੰਘ ਵਰਗਿਆਂ ਨੂੰ, ਤੇ ਉਹ ਸੂਰਬੀਰ ਕਹਿਲਾਏ। ਹੁਣ ਕਲਗੀਧਰ ਪਾਤਸ਼ਾਹ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਵਰਗਿਆਂ ਨੂੰ ਆਪਣੇ ਸ਼ਸਤਰ ਦਿੱਤੇ, ਪਿਆਰਿਆਂ ਨੂੰ ਵੀ ਆਪਣੇ ਤੀਰ ਬਖਸ਼ੇ। ਹੁਣ ਚਮਕੌਰ ਗੜੀ ਦੇ ਵਿੱਚੋਂ ਜਿਹੜੀ ਮਹਾਰਾਜ ਜੀ ਦੀ ਸਿਰ ਦੇ ਉੱਪਰ ਛੋਂਦੀ ਹੋਈ ਸ਼ਾਨ ਹੈ, ਇਤਿਹਾਸਕਾਰਾਂ ਨੇ ਲਿਖਿਆ ਕਿ ਮਹਾਰਾਜ ਦੀ ਕਲਗੀ ਨੂੰ 14 ਤੋਲੇ ਸੋਨਾ ਲੱਗਿਆ ਹੁੰਦਾ ਸੀ ਤੋੜੇ ਸਮੇਤ। ਜਿਹੜੀ ਮੋਤੀਆਂ ਦੀ ਲਟਕਣ ਸੀ ਉਹਦੇ ਵਿੱਚ 60 ਮੋਤੀਆਂ ਦੀਆਂ ਲਟਕਣਾਂ ਜਿਹੜੀਆਂ ਲਟਕਦੀਆਂ ਸਨ, ਤੇ ਵਿੱਚ ਇੱਕ ਵੱਡਾ ਹੀਰਾ ਜੜਤ ਕਰਕੇ ਆਲੇ ਦੁਆਲੇ ਪੰਨਿਆਂ ਤੇ ਜਵਾਹਰਾਤਾਂ ਦੀ ਪੰਕਤੀ ਇੰਜ ਬਣਾਈ ਹੁੰਦੀ ਸੀ, ਇਉਂ ਲੱਗਦਾ ਜਿਵੇਂ ਇੱਕ ਬਾਜ ਦਾ ਉੱਡਣਾ ਰੂਪ ਹੋਵੇ। ਕਲਗੀਧਰ ਪਾਤਸ਼ਾਹ ਜੀ ਦਾ ਹੁਣ ਕਲਗੀ ਤੋੜਾ ਸੱਜਿਆ ਭਾਈ ਸੰਗਤ ਸਿੰਘ ਦੇ ਸਿਰ ਤੇ ਮਹਾਰਾਜ ਨੇ ਥਾਪੜਾ ਦਿੱਤਾ, ਤੀਰ ਬਖਸ਼ਿਸ਼ ਕੀਤੇ। ਮਹਾਰਾਜ ਕਹਿਣ ਲੱਗੇ, ਸੰਗਤ ਸਿੰਘ, ਦੁਨੀਆ ਦੇ ਵਿੱਚ ਅਸੀਂ ਆਪਣੇ ਮੁਰੀਦਾਂ ਨੂੰ ਕੱਲਾ ਆਪਣਾ ਲਿਬਾਸ ਨਹੀਂ ਦਿੱਤਾ, ਮੁਰੀਦਾਂ ਨੂੰ ਕੱਲੀ ਆਪਣੇ ਵਰਗੀ ਰੂਹ ਨਹੀਂ ਦਿੱਤੀ, ਮੁਰੀਦਾਂ ਨੂੰ ਕੱਲਾ ਆਪਣੇ ਵਰਗਾ ਜੀਵਨ ਨਹੀਂ ਦਿੱਤਾ। ਤੂੰ ਦੁਨੀਆ ਦਾ ਐਸਾ ਪਹਿਲਾ ਇਕੱਲਾ ਸਾਨੀ ਸਿੱਖ ਹੈ ਕਿ ਤੇਰੇ ਕੋਲੋਂ ਖਾਲਸੇ ਵਾਲੀ ਪਹੁਲ ਵੀ ਹੈ, ਸ਼ਸਤਰ ਵੀ ਹਨ, ਤੇ ਦੁਨੀਆ ਦੇ ਵਿੱਚ ਤੇਰੀ ਮਹਿਮਾ ਬੜੀ ਅਚਰਜ ਹੋਵੇਗੀ ਕਿ ਤੇਰੀ ਸ਼ਕਲੋ ਸੂਰਤ ਸਾਡੇ ਨਾਲ ਮਿਲਦੀ। ਇਸ ਕਰਕੇ ਤੇਰੀ ਹੁਣ ਸ਼ਕਲੋ ਸੂਰਤ ਦੇ ਵਿੱਚੋਂ ਇਹ ਜਿਹੜੇ ਤੁਰਕ ਪਹਾੜੀਏ ਮੁਗਲ ਚੜ ਕੇ ਆਏ ਨੇ ਥਰ ਥਰ ਕੰਬਣਗੇ, ਤੇਰੇ ਨੇੜੇ ਫਟਕਣ ਨਹੀਂ ਸਕਣਗੇ। ਤੂੰ ਤਿਆਰ ਹੋ ਕੇ ਅਟਾਰੀ ਤੇ ਸੱਜਿਆ ਰਹੀ। ਸੰਤ ਸਿੰਘ ਬੰਗੇਸ਼ਰੀ ਨੂੰ ਕਹਿਣ ਲੱਗੇ, ਤੂੰ ਨਗਾਰੇ ਤੇ ਲਗਾਤਾਰ ਚੋਟ ਲਾਉਂਦਾ ਰਹੀਂ, ਉੱਚੀ ਉੱਚੀ ਨਗਾਰੇ ਬਦਲ ਕੇ ਆਵਾਜ਼ਾਂ ਲਗਾਉਂਦਾ ਰਹੀ, ਤਾਂ ਕਿ ਦੁਸ਼ਮਣ ਨੂੰ ਭੁਲੇਖਾ ਪਿਆ ਰਹੇ ਕਿ ਚਮਕੌਰ ਗੜੀ ਵਿੱਚ ਅਜੇ ਵੀ ਕੋਈ ਸਿੰਘਾਂ ਦਾ ਵੱਡਾ ਦਲ ਬੈਠਾ ਹੈ। ਮਹਾਰਾਜ ਨਿਕਲ ਗਏ। ਜਦੋਂ ਮਹਾਰਾਜ ਨਿਕਲੇ, ਨੰਗੇ ਪੈਰ ਮਹਾਰਾਜ ਨਿਕਲੇ, ਚਰਨ ਮਹਾਰਾਜ ਜੀ ਦੇ ਨੰਗੇ ਹਨ, ਤੇ ਜੰਗ ਦੇ ਮੈਦਾਨ ਵਿੱਚੋਂ ਸ਼ਹੀਦੀਆਂ ਦੀ ਰੱਤ ਮਹਾਰਾਜ ਜੀ ਦੇ ਚਰਨਾਂ ਨੂੰ ਲੱਗਦੀ ਹੈ। ਇੱਥੋਂ ਮਹਾਰਾਜ ਨਿਕਲ ਗਏ, ਤੇ ਬਾਅਦ ਦੇ ਵਿੱਚ ਮਹਾਰਾਜ ਨਿਕਲ ਕੇ ਥੋੜਾ ਜਿਹਾ ਅੱਗੇ ਜਾ ਕੇ ਮਹਾਰਾਜ 7 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਮਹਾਰਾਜ ਇੱਕ ਥਾਂ ਹੈ ਜਿਹਨੂੰ ਜੰਡ ਸਾਹਿਬ ਆਖਦੇ ਨੇ, ਉੱਥੇ ਜਾ ਕੇ ਮਹਾਰਾਜ ਠਹਿਰ ਗਏ। 9 ਪੋਹ ਦੀ ਸਵੇਰ ਦਾ ਦਿਨ ਚੜਿਆ। ਜਦੋਂ ਸਵੇਰ ਵੇਲੇ ਖਵਾਜਾ ਮਰਦੂਦ ਵਰਗਿਆਂ ਨੇ, ਜ਼ਬਰਦਸਤ ਖਾਂ ਵਰਗਿਆਂ ਨੇ ਆਪਣੇ ਦਲ ਦਾ ਮੁਆਇਨਾ ਕੀਤਾ, ਸਾਹਮਣੇ ਦੇਖਦੇ ਹਨ ਖਵਾਜਾ ਮਰਦੂਦ ਵਰਗੇ ਅਟਾਰੀ ਦੇ ਵਿੱਚ ਤਾਂ ਅਜੇ ਵੀ ਭਾਈ ਸੰਗਤ ਸਿੰਘ ਬੈਠੇ ਹਨ, ਪਰ ਇਹਨਾਂ ਨੂੰ ਯੁੱਧ ਲੜਦਿਆਂ ਹੋਇਆਂ ਅੰਨਿਆਂ ਨੂੰ ਇਸ ਗੱਲ ਦੀ ਬਰੀਕੀ ਨਾਲ ਕੋਈ ਪਛਾਣ ਨਾ ਹੋਈ। ਜਦੋਂ ਇਹਨਾਂ ਅਟਾਰੀ ਵਿੱਚ ਵੇਖਿਆ ਕਲਗੀ ਤੋੜਾ ਸਜਾਏ, ਉਹੋ ਜਿਹਾ ਤੀਰ ਕਮਾਨ ਲੈ ਕੇ, ਉਹੋ ਜਿਹਾ ਆਸਣ ਲਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਾਜੇ ਨਵਾਜੇ ਭਾਈ ਸੰਗਤ ਸਿੰਘ ਬੈਠੇ ਹਨ, ਤੇ ਭਾਈ ਗੁਰਦਾਸ ਸਿੰਘ ਨੇ ਇੱਕ ਪੰਕਤੀ ਕਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਰੇ, ਗੁਰ ਸੰਗਤ ਕੀਨੀ ਖਾਲਸਾ। ਭਾਈ ਗੁਰਦਾਸ ਸਿੰਘ ਜੀ ਨੇ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਾਰੇ ਜੋ ਵਾਰ ਕਹੀ, ਉਹਦੇ ਵਿੱਚ ਵਾਕ ਹੁੰਦੇ ਗੁਰ ਸੰਗਤ ਕੀਨੀ ਖਾਲਸਾ, ਕਿ ਗੁਰੂ ਗੋਬਿੰਦ ਸਿੰਘ ਸਾਹਿਬ ਐਸੇ ਧਰਮ ਦੇ ਰਹਿਬਰ ਹੋਏ ਹਨ ਜਿਨ੍ਹਾਂ ਦੇ ਮੁਰੀਦਾਂ ਵਿੱਚ, ਜਿਨ੍ਹਾਂ ਦੇ ਸਿੱਖਾਂ ਵਿੱਚ ਰੱਤੀ ਭਰ ਫਰਕ ਪਹਿਚਾਨਣਾ ਮੁਸ਼ਕਿਲ ਹੈ। ਜਦੋਂ ਅਟਾਰੀ ਅੰਦਰ ਸੂਰਬੀਰਾਂ ਵਰਗੀ ਸੱਜ ਧੱਜ ਦੇ ਵਿੱਚ ਬੈਠੇ, ਯੁੱਧ ਦੇ ਚਾਉ ਨਾਲ ਭਰੇ ਹੋਏ, ਸ਼ਸਤਰਾਂ ਦੇ ਨਾਲ ਸਜੇ ਹੋਏ, ਤੀਰ ਕਮਾਨ ਲੈ ਕੇ ਭਾਈ ਸੰਗਤ ਸਿੰਘ ਨੂੰ ਵੇਖਿਆ, ਇਹ ਆਪਣੇ ਮੱਥੇ ਤੇ ਹੱਥ ਮਾਰਨ ਲੱਗ ਪਏ। ਇਹ ਬੜਾ ਮਨ ਦੇ ਅੰਦਰ ਪਛਤਾਏ ਕਿ ਰਾਤ ਐਵੇਂ ਆਪਸ ਵਿੱਚ ਕੱਟ ਵੱਢ ਕੇ ਲੜ ਕੇ ਮਰ ਗਏ, ਕਿ ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਗੜੀ ਦੇ ਵਿੱਚ ਬੈਠੇ ਹਨ।
ਇਹਨਾਂ ਨੇ ਕੀ ਕਿਹਾ ਕਿ ਹੁਣ ਕੱਲ ਬੜਾ ਭਾਰੀ ਯੁੱਧ ਹੋ ਗਿਆ ਤੇ ਹੁਣ ਗੜੀ ਚੋਂ ਨਿਕਲ ਨਾ ਜਾਣ, ਚੰਗਾ ਹੋਇਆ ਰਾਤ ਨਹੀਂ ਨਿਕਲ ਗਏ। ਰਾਤ ਭਾਵੇਂ ਆਪਸ ਵਿੱਚ ਹੀ ਕੱਟ ਵੱਢ ਕੇ ਲੜ ਮਰ ਪਏ ਸਨ ਵਜ਼ੀਰ ਖਾਂ ਵਰਗੇ ਦੇ ਦਲ, ਪਰ ਆਪਣੇ ਮਨ 'ਚ ਇੱਕ ਭੁਲੇਖਾ ਸਿਰਜ ਕੇ ਕਹਿਣ ਲੱਗੇ ਅਸੀਂ ਚੰਗੀ ਤਕੜਾਈ ਕਰਕੇ ਰੱਖੀ, ਗੁਰੂ ਗੋਬਿੰਦ ਸਿੰਘ ਸਾਹਿਬ ਨਿਕਲੇ ਨਹੀਂ ਹਨ ਜੀ। ਇਹਨਾਂ ਨੇ ਇੱਧਰ ਧੌਂਸਿਆਂ ਨਗਾਰਿਆਂ ਤੇ ਚੋਟਾਂ ਲਗਾਈਆਂ, ਰਣ ਭੇਰੀਆਂ ਗੂੰਜੀਆਂ ਤੇ ਸ਼ਲਖਾਂ ਛੱਡ ਕੇ ਇਹਨਾਂ ਨੇ ਯੁੱਧ ਦਾ ਆਗਾਜ਼ ਕੀਤਾ। ਸ਼ਲਖ ਮਾਰੀ ਇਹਨਾਂ ਨੇ ਚਮਕੌਰ ਗੜੀ ਵੱਲ। ਕੇਵਲ ਭਾਈ ਸੰਗਤ ਸਿੰਘ ਤੇ ਸੰਤ ਸਿੰਘ ਬੰਗੇਸ਼ਰੀ ਮਗਰ ਹਨ। ਜਦੋਂ ਹੀ ਸ਼ਲਖ ਛੱਡੀ, ਦਸਮ ਪਾਤਸ਼ਾਹ ਜੀ ਨੂੰ ਧਿਆ ਕੇ ਉਹਨਾਂ ਦੇ ਬਖਸ਼ੇ ਹੋਏ ਤੀਰ ਦੇ ਨਾਲ ਭਾਈ ਸੰਗਤ ਸਿੰਘ ਨੇ ਆਪਣੇ ਕਮਾਨ ਦੇ ਚੱਲੇ ਤੇ ਤੀਰ ਚਾੜ ਕੇ ਇੱਕ ਤੀਰ ਛੱਡਿਆ। ਜਦੋਂ ਉਹ ਤੁਰਕਾਂ ਪਹਾੜੀਆਂ ਦੇ ਵਿੱਚ ਆ ਕੇ ਵੱਜਾ ਤੇ ਇੰਜ ਲੱਗਾ ਜਿਵੇਂ ਸੈਂਕੜਿਆਂ ਦੇ ਇਕੱਠੇ ਤੀਰ ਵੱਜੇ ਹੋਣ। ਜਦੋਂ ਸੈਂਕੜੇ ਤੁਰਕ ਮਰੇ ਵੇਖੇ, ਜ਼ਬਰਦਸਤ ਖਾਂ ਤਰਬਕ ਕੇ ਪਿਛਾਂ ਹੋ ਗਿਆ, ਕਹਿਣ ਲੱਗਾ ਕਿੰਨੇ ਕੁ ਹਨ। ਇਹ ਵੀ ਦਸਮ ਪਾਤਸ਼ਾਹ ਦੀ ਗੁਪਤ ਕਲਾ ਜਿਹੜੀ ਯੁੱਧ ਕੱਲੇ ਮਹਾਰਾਜ ਜੀ ਨੇ ਅਗੰਮੀ ਤਾਕਤ। ਗੁਰੂ ਸਾਹਿਬ ਜੀ ਨੇ ਬਾਰ-ਬਾਰ ਬਾਣੀ 'ਚ ਕਿਹਾ ਨਾ ਕਿ ਮਹਾਕਾਲ ਰਖਵਾਰ ਹਮਾਰੋ। ਮਹਾਰਾਜ ਨੇ ਬਾਣੀ 'ਚ ਥਾਂ ਥਾਂ ਤੇ ਕਿਹਾ ਕਿ ਸ੍ਰੀ ਅਸਕੇਤ ਖੜਗ ਕੇਤ ਜੀ ਸਰਬ ਲੋ ਦੀ ਰੱਛਿਆ ਹਮਨੈ, ਕਿ ਉਹ ਸਦਾ ਮੇਰਾ ਸਹਾਇਕ ਰਿਹਾ ਤੇ ਕਾਲ ਪੁਰਖ ਜੀ ਦਾ ਸਹਾਇਕ ਹੋਵੇ, ਫਿਰ ਉਹ ਕਿਣਕਿਆਂ ਦੇ ਅੰਦਰ ਪਹਾੜਾਂ ਨੂੰ ਥੰਮਣ ਦੀ ਤਾਕਤ ਪਾ ਦਿੰਦਾ। ਜਿਹਦਾ ਅਕਾਲ ਪੁਰਖ ਸਹਾਇਕ ਹੋਵੇ ਉਹ ਫਿਰ ਕੀੜੀ ਨੂੰ ਪਾਤਸ਼ਾਹ ਬਣਾ ਦਿੰਦਾ ਹੈ। ਇਸੇ ਤਰ੍ਹਾਂ ਉਹ ਫਿਰ ਕਾਗਾਂ ਨੂੰ ਹੰਸ ਕਰ ਦਿੰਦਾ ਜਿਨ੍ਹਾਂ ਦੇ ਉੱਪਰ ਅਕਾਲ ਪੁਰਖ ਮਿਹਰਬਾਨ ਹੋਵੇ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਖਸ਼ਾਤ ਅਕਾਲ ਪੁਰਖ ਦਾ ਰੂਪ ਹੈ, ਉਹਦੀ ਕਲਾ ਕਿਉਂ ਨਾ ਵਰਤੇਗੀ। ਇੱਕ ਤੀਰ ਨਿਕਲਿਆ, ਇਉਂ ਲੱਗਾ ਜਿਵੇਂ 100 ਦੇ ਵੱਜਿਆ ਹੋਵੇ। ਇੰਨੇ ਤੁਰਕ ਪਹਾੜੀਏ ਮਰੇ ਇੱਕ ਤੀਰ ਦੇ ਨਾਲ, ਤਰਬ ਕੇ ਪਿਛਾਂ ਹੋ ਗਏ। ਜ਼ਬਰਦਸਤ ਖਾਨ ਕਹਿਣ ਲੱਗਾ ਕਿ ਅੱਧਾ ਮਲਖਈਆ ਮਰਵਾ ਚੁੱਕੇ ਆ, ਜੇ ਤੀਰਾਂ ਦੀ ਵਾਛੜ ਇੰਝ ਹੀ ਵੱਜਦੀ ਰਹੀ ਤੇ ਆ ਵੀ ਮਲਖਈਆ ਬਚਣਾ ਨਹੀਂ ਤੇ ਜਿਉਂਦੇ ਵੀ ਨਹੀਂ ਜਾ ਸਕਾਂਗੇ। ਜਿੱਤ ਤਾਂ ਕੀ ਚੋਂ ਪ੍ਰਾਪਤ ਕਰਕੇ ਜਾਣੀ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਿਉਂਦਾ ਤਾਂ ਕੀ ਪਕੜਨਾ, ਜੀਵਨ ਵੀ ਗਵਾ ਕੇ ਚਲੇ ਜਾਵਾਂਗੇ। ਫਿਰ ਇਹਨਾਂ ਨੇ ਸਾਰੀ ਸੈਨਾ ਨੂੰ ਹੇਲਾ ਕੀਤਾ। ਅਨਵਰ ਖਾਨ ਵਰਗਿਆਂ ਨੇ ਸਾਰਿਆਂ ਨੇ ਕਿਹਾ ਤੇ ਇੱਕੋ ਵਾਰੀ ਇਕੱਠੇ ਹੋ ਕੇ ਗਲੀ ਵੱਲ ਚੜ੍ਹ ਪਓ ਤੇ ਨਾਲ ਇੱਕ ਪਾਸੇ ਸ਼ਲਖਾਂ ਮਾਰਦੇ। ਸ਼ਲਖਾਂ ਦਾ ਮਤਲਬ ਕਿ ਇੱਕ ਪਾਸੇ ਮੁਗਲਾਂ ਦਾ ਦਲ ਅੱਗੇ ਨੂੰ ਵਧੇ ਤੇ ਇਕੱਠੇ ਬੰਦੂਕਾਂ ਦੇ ਵਿੱਚੋਂ ਗੋਲੀਆਂ ਛੱਡਣ, ਮਗਰ ਜਿਹੜੇ ਤੀਰਾਂ ਵਾਲੇ ਹੋਣ ਤੇ ਉਹਨਾਂ ਤੋਂ ਮਗਰ ਤਲਵਾਰਾਂ ਵਾਲੇ ਘੋੜ ਸਵਾਰ ਹੋਣ ਤੇ ਗੜੀ ਵੱਲ ਵਧੋ। ਗੜੀ ਵਾਲੇ ਇੰਜ ਵਧੇ ਹਨ ਸਾਹਿਬ ਭਾਈ ਸੰਗਤ ਸਿੰਘ ਦੇ ਤੀਰਾਂ ਦੇ ਨਾਲ। 1 2 4 ਜਿੰਨੇ ਚੜ੍ਹਦੇ ਜਨ ਵਿੰਨੇ ਜਾਂਦੇ ਹਨ, ਪਰ ਦਲ ਵੱਡਾ ਹੈ। ਆਖਰ ਕਰਦੇ ਕਰਦੇ ਗਲੀ ਅੰਦਰ ਵੜ ਜਾਂਦੇ ਹਨ। ਅਟਾਰੀ ਤੋਂ ਹੇਠਾਂ ਉਤਰ ਕੇ ਯੁੱਧ ਹੁੰਦਾ ਹੈ ਆਪਸ ਦੇ ਵਿੱਚ। ਤੀਰਾਂ ਦੇ ਯੁੱਧ ਤੋਂ ਬਾਅਦ ਭਾਈ ਸੰਗਤ ਸਿੰਘ ਤਲਵਾਰ ਧੂ ਕੇ, ਨੇਜਾ ਧੂ ਕੇ, ਜ਼ਿਕਰ ਮਿਲਦਾ ਕਿ ਚਮਕੌਰ ਗੜੀ ਦੇ ਅੰਦਰ ਦਰਵਾਜ਼ੇ ਦੇ ਉੱਪਰ 4 ਘੜੀਆਂ ਤੱਕ ਯੁੱਧ ਹੁੰਦਾ। ਮਤਲਬ 1.5-2 ਘੰਟੇ ਏਡੇ ਵੱਡੇ ਦਲ ਨਾਲ ਭਾਈ ਸੰਗਤ ਸਿੰਘ ਯੁੱਧ ਕਰਦੇ ਰਹੇ। ਹੁਣ ਕਈ ਪੁੱਛਦੇ ਨੇ ਕਿਵੇਂ ਹੁੰਦਾ, ਜਿਨ੍ਹਾਂ ਨੂੰ 16 ਪੈਰ 16 ਕਦਮਾਂ ਵਾਲਾ ਪੈਂਤੜਾ ਕਰਨਾ ਹੁੰਦਾ, ਜਿਨ੍ਹਾਂ ਨੂੰ 2 ਤਲਵਾਰਾਂ ਇਕੱਠੀਆਂ ਚਲਾਉਣੀਆਂ ਆਉਂਦੀਆਂ ਨੇ, ਜਿਨ੍ਹਾਂ ਨੂੰ ਨੇਜੇ ਦੇ ਸਹਿਤ ਤਲਵਾਰ ਚਲਾਉਣੀ ਆਉਂਦੀ, ਇੱਕ ਹੱਥ ਨਾਲ ਨੇਜਾ ਮਾਰਨਾ, ਦੂਜੇ ਨਾਲ ਦਵਾ ਦਵ ਕੱਢ ਕੇ ਕਿਰਪਾਨ ਮਾਰੀ ਜਾਣੀ, ਉਹ ਲੜ ਸਕਦੇ ਨੇ। ਜਿਨ੍ਹਾਂ ਦੇ ਅੰਦਰ ਸ਼ਸਤਰ ਵਿੱਦਿਆ ਦਾ ਅਭਿਆਸ ਹੈ। ਜਿਹਨੂੰ 8 ਪੈਰ ਦਾ ਪੈਂਤੜਾ ਹੁੰਦਾ ਹੋਵੇ ਨਾ, ਉਹ ਤਾਂ ਖੂਹ ਦੀ ਮੌਣ ਤੇ ਵੀ ਖਲੋ ਜੇ ਨਾ, ਖੂਹ ਦੇ ਦੁਆਲੇ ਤੇ ਵੀ ਖਲੋ ਜੇ ਤੇ ਆਪਣੇ ਪੈਂਤੜੇ ਨਾਲ ਤਲਵਾਰ ਵੀ ਘੁਮਾਈ ਜਾਏਗਾ ਤੇ ਖੂਹ 'ਚ ਵੀ ਨਹੀਂ ਡਿੱਗੇਗਾ। ਇਹੋ ਜਿਹਾ ਮਹਾਰਾਜ ਜੀ ਨੇ ਖਾਲਸਾ ਸਾਜਿਆ ਸੀ। 4 ਘੜੀਆਂ ਤੱਕ ਥੰਮ ਕੇ ਰੱਖਿਆ ਭਾਈ ਸੰਗਤ ਸਿੰਘ ਨੇ। ਆਖਰ ਜਦੋਂ ਤੀਰ ਅੰਦਾਜ਼ਾਂ ਦਾ ਦਲ ਵਧਿਆ, ਇਹਨਾਂ ਛਲਖਾਂ ਛੱਡੀਆਂ। ਇੱਕ ਛਲਖਾਂ ਦੀ ਮਾਰ ਵਾਛੜ ਵੱਜੀ ਭਾਈ ਸੰਗਤ ਸਿੰਘ ਨੂੰ, ਧੜ ਤੋਂ ਜਿਹੜਾ ਹੇਠਲਾ ਹਿੱਸਾ ਸਾਰਾ ਗੋਲੀਆਂ ਨਾਲ ਵਿੰਨਿਆ ਗਿਆ। ਗੋਲੀਆਂ ਨਾਲ ਵਿੰਨਿਆ ਗਿਆ। ਨਿੱਕੇ ਨਿੱਕੇ ਜਿਹੜੇ ਜ਼ਖਮ ਹੋਏ ਹਨ, ਸਰੀਰ ਫਟ ਗਿਆ ਵਿੱਚੋਂ। ਜ਼ਖਮਾਂ ਦੇ ਵਿੱਚੋਂ ਪੱਕ ਪੱਕ ਕਰਕੇ ਸੂਰਬੀਰਤਾ ਦੀ ਪਾਕ ਰਤ ਡੁੱਲਦੀ ਆਖਰੀ ਸ਼ਹੀਦਾਂ ਨੇ। ਉਸ ਤੋਂ ਬਾਅਦ ਤੀਰਾਂ ਦੀ ਵਾਛੜ ਵੱਜੀ ਤੇ ਸ਼ਹੀਦ ਹੋ ਕੇ ਡਿੱਗ ਪਏ ਤੇ ਇੱਕ ਪਠਾਨ ਨੇ ਗੁੱਸੇ ਵਿੱਚ ਉਛਲ ਕੇ ਡਿੱਗਣ ਤੋਂ ਪਹਿਲਾਂ ਇੰਨੇ ਜ਼ੋਰ ਦੀ ਤਲਵਾਰ ਮਾਰੀ, ਭਾਈ ਸੰਗਤ ਸਿੰਘ ਦਾ ਸਿਰ ਕਲਮ ਕਰ ਦਿੱਤਾ ਤੇ ਨੇਜੇ ਤੇ ਟੰਗਿਆ। ਤੇ ਜਦੋਂ ਹੀ ਨੇਜੇ ਤੇ ਸੀਸ ਟੰਗਿਆ, ਇਹਨਾਂ ਨੇ ਚਮਕੌਰ ਗੜੀ ਦੇ ਅੰਦਰ ਬੜਾ ਖਾਰੂ ਪਾਇਆ।
बड़ा शोर किया ने चमकौरगढ़ी के अंदर कि 7 महीनों की मुहिम अज फतेह हो गई है। हिंद का पीर, सिखां का पीर, ਜਿਹਦੇ नेड़े नहीं फटक सके असां अज असीं युद्ध फतेह करके ਉਹਦਾ ਸੀਸ ਨੇਜੇ ਤੇ ਟੰਗ ਲਿਆ। ਖੌਰੂ ਪਾਉਂਦੇ ਲਲਕਾਰੇ ਮਾਰਦੇ ਸੰਤ ਸਿੰਘ ਬੰਗੇਸ਼ਵਰੀ ਨੂੰ ਵੀ ਇਹਨਾਂ ਲੜ ਕੇ ਸ਼ਹੀਦ ਕਰ ਦਿੱਤਾ। ਦੋਵਾਂ ਦੇ ਸੀਸ ਇਹਨਾਂ ਨੇਜਿਆਂ ਤੇ ਟੰਗੇ ਨੇ। ਉਛਲਦੇ ਹੋਏ ਕਲਗੀ ਤੋੜੇ ਦੇ ਸਹਿਤ ਸੱਜਿਆ ਹੋਇਆ ਭਾਈ ਸੰਗਤ ਸਿੰਘ ਦਾ ਸੀਸ। ਸ਼ਕਲੋਂ ਨੂਰਾਨੀ ਸੂਰਤ ਕਲਗੀ ਧਰ ਨਾਲ ਮਿਲਦੀ ਹੈ। ਉਛਲਦੇ ਹੋਏ ਬਾਗੀਆਂ ਪਾਉਂਦੇ ਹੋਏ ਆਪਣੀ ਜਿੱਤ ਦੇ ਅਧੂਰੇ ਜਸ਼ਨ ਮਨਾਉਂਦੇ ਹੋਏ ਹੇਠਾਂ ਉਤਰੇ ਨੇ। ਖਵਾਜ ਜ਼ਬਰਦਸਤ ਖਾਂ ਵਰਗੇ, ਦਿਲਾਵਰ ਖਾਂ ਵਰਗੇ ਕਹਿਣ ਲੱਗੇ, ਦਲ ਨੂੰ ਵੇਖਦਿਆਂ ਉਛਲਦਿਆਂ ਆਉਂਦਿਆਂ ਉਹਨੇ ਸਮਝਿਆ ਬੜੀ ਵੱਡੀ ਮੁਹਿੰਮ ਫਤਿਹ ਹੋ ਗਈ। ਭਾਵੇਂ ਅਸੀਂ ਇੰਨਾ ਦਲ ਮਰਵਾ ਲਿਆ, ਪਰ ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਸੀਸ ਸਾਡੇ ਨੇਜੇ ਤੇ ਹੈ, ਜਾ ਕੇ ਔਰੰਗਜ਼ੇਬ ਦੇ ਪੈਰਾਂ 'ਚ ਸੁੱਟਾਂਗੇ ਤੇ ਕਹਾਂਗੇ ਕਿ ਸਭ ਤੋਂ ਵੱਡਾ ਬਾਗੀ ਜਿਹਨੇ 22 ਧਾਰ ਦੇ ਪਹਾੜੀਆਂ ਨੂੰ ਵਕਤ ਪਾ ਛੱਡਿਆ, ਅੱਜ ਤੇਰੇ ਕਦਮਾਂ 'ਚ ਉਹਦਾ ਸੀਸ ਸੁੱਟਿਆ। ਉਛਲਦੇ ਹੋਏ ਸੀਸ ਹੇਠਾਂ ਲੈ ਕੇ ਆ ਜਦੋਂ ਆਏ ਤੇ ਵਜ਼ੀਰ ਖਾਂ ਵਰਗੇ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਾਲ ਪਹਿਲਾਂ ਵੀ ਯੁੱਧ ਕੀਤਾ ਸੀ ਤੇ ਜਿਨ੍ਹਾਂ ਨੇ ਕਦੇ ਕਦਾਏ ਮਹਾਰਾਜ ਨੂੰ ਨੇੜਿਓਂ ਤੱਕਿਆ ਸੀ, ਜਦੋਂ ਸੀਸ ਲੈ ਕੇ ਆਏ ਤੇ ਵਜ਼ੀਰ ਖਾਂ ਨੇ ਖੁਸ਼ੀ ਦਾ ਇਜ਼ਹਾਰ ਨਾ ਕੀਤਾ। ਜ਼ਬਰਦਸਤ ਖਾਂ ਕਹਿਣ ਲੱਗਾ ਕਿ ਮੁਗਲਿਆ ਸਲਤਨਤ ਦਾ ਸਭ ਤੋਂ ਵੱਡਾ ਬਾਗੀ ਮਾਰਿਆ ਜਾਵੇ। ਵਜ਼ੀਰ ਖਾਂ ਤੈਨੂੰ ਖੁਸ਼ੀ ਨਹੀਂ ਹੋਈ? ਵੇਖ ਕਲਗੀ ਸੱਜੀ ਹੋਈ ਕਿੱਡੀ ਭਾਰੀ, ਉਹਦਾ ਸੀਸ ਅਸੀਂ ਨੇਜੇ ਤੇ ਟੰਗਿਆ। ਔਰੰਗਜ਼ੇਬ ਦੀਆਂ ਸਭ ਦੀਆਂ ਵੱਡੀਆਂ ਮੁਹਿੰਮਾਂ ਅਸੀਂ ਸਮਝ ਲਓ ਫਤਿਹ ਕੀਤੀਆਂ ਨੇ। ਜਿਹੜਾ ਦੱਖਣ 'ਚ ਰੁੱਝਿਆ ਔਰੰਗਜ਼ੇਬ ਇਹ ਸੀਸ ਦੇਖ ਕੇ ਬੜਾ ਖੁਸ਼ ਹੋਏਗਾ। ਵਜ਼ੀਰ ਖਾਂ ਕਹਿਣ ਲੱਗਾ ਕਿ ਭਾਵੇਂ ਉਹਨਾਂ ਵਰਗਾ ਸੀਸ ਲੱਗਦਾ ਹੈ, ਪਰ ਪਤਾ ਨਹੀਂ ਕਿਉਂ ਮੇਰਾ ਮਨ ਮੰਨ ਕੇ ਰਾਜੀ ਨਹੀਂ ਵੀ ਇਹ ਉਹਨਾਂ ਦਾ ਨਹੀਂ ਹੋ ਸਕਦਾ। ਇਹਨਾਂ ਨੇ ਆਲੇ ਦੁਆਲੇ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਸੂਰਤ ਤੋਂ ਚੰਗੀ ਤਰ੍ਹਾਂ ਭੇਦ ਤੋਂ ਵਾਕਿਫ ਸਨ, ਉਹਨਾਂ ਨੂੰ ਬੁਲਾਇਆ, ਪਰਖ ਕਰਾਈ। ਵਜ਼ੀਰ ਖਾਂ ਤੇ ਪਹਿਲਾਂ ਹੀ ਨਹੀਂ ਮੰਨਿਆ ਸੀ, ਪਰਖ ਕਰਵਾਈ ਚੰਗੀ ਤਰ੍ਹਾਂ। ਜਿਨ੍ਹਾਂ ਨੇ ਕਦੇ ਕਦੇ ਮਹਾਰਾਜ ਨੂੰ, ਜਿਹੜੇ ਚਮਕੌਰ ਦੇ ਕੁਝ ਲੋਕਾਂ ਨੇ ਜਾਂ ਹੋਰ ਆਲੇ ਦੁਆਲੇ ਦੇ ਨਗਰਾਂ ਦੇ ਲੋਕਾਂ ਨੇ ਕਦੇ ਮਹਾਰਾਜ ਨੂੰ, ਕਿਉਂਕਿ ਮਹਾਰਾਜ ਇੱਕ ਵਾਰੀ ਚਮਕੌਰ ਆਏ ਸਨ ਪਹਿਲਾਂ ਕੁਰੂਕਸ਼ੇਤਰ ਤੋਂ ਵਾਪਸ ਆਉਂਦਿਆਂ ਹੋਇਆਂ, ਜਿਨ੍ਹਾਂ ਨੇ ਉਦੋਂ ਮਹਾਰਾਜ ਨੂੰ ਨੇੜੇ ਹੋ ਕੇ ਮੱਥੇ ਟੇਕੇ ਸਨ, ਜਿਨ੍ਹਾਂ ਨੇ ਚੰਗੀ ਤਰ੍ਹਾਂ ਦਸਮ ਪਾਤਸ਼ਾਹ ਦੀ ਨੂਰਾਨੀ ਸੂਰਤ ਨੂੰ ਦੇਖਿਆ ਸੀ, ਉਹਨਾਂ ਨੇ ਆ ਕੇ ਪਰਖ ਕੀਤੀ। ਕੱਟਿਆ ਹੋਇਆ ਸੀਸ ਪਿਆ, ਰੱਤ ਚੋਰਿਆ ਹੈ, ਨੈਣ ਮੁੰਦੇ ਹੋਏ ਹਨ, ਸ਼ਹੀਦ ਹੋਏ ਦੇ ਵੀ ਚਿਹਰੇ ਤੋਂ ਇੱਕ ਅਜਬ ਸ਼ਾਂਤੀ ਸੂਰਬੀਰਤਾ ਝਲਕਦੀ ਪਈ ਹੈ। 2-4 ਕਈ ਮਨੁੱਖ ਸੱਦ ਕੇ ਦੇਖਿਆ, ਚੰਗੀ ਤਰ੍ਹਾਂ ਪਰਖ ਕਰਾਈ। ਪਰਖ ਕਰਦਿਆਂ ਇਹਨਾਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਿਹੜਾ ਮਸਤਕ ਸੀ ਨਾ, ਮੱਥਾ, ਉਹ ਥੋੜ੍ਹਾ ਇਹਦੇ ਨਾਲ ਵੱਧ ਚੌੜਾ ਸੀ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਜਿਹੜੇ ਦਾੜਾ ਸੀ ਉਹ ਨਾਗਣੀ ਵਾਂਗ ਬਣਦਾ, ਭਾਵ ਕਿ ਹੇਠਾਂ ਤੋਂ ਜਾ ਕੇ 2 ਹਿੱਸਿਆਂ 'ਚ ਵੰਡਿਆ ਜਾਂਦਾ ਸੀ। ਥੋੜ੍ਹਾ ਜਿਹਾ ਮਾਲੂਮ ਫਰਕ ਇਸ ਕਰਕੇ ਉਹ ਕਹਿਣ ਲੱਗੇ ਇਹ ਜਿਹੜਾ ਸੀਸ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਹੀਂ ਹੋ ਸਕਦਾ। ਉਂਝ ਭੁਲੇਖਾ ਪੈਂਦਾ, ਪਰ ਜਿੱਥੋਂ ਤੱਕ ਨੇੜਿਓਂ ਦੇਖ ਕੇ ਪਰਖ ਕੇ ਲੱਗਦਾ ਵੀ ਇਹ ਨਹੀਂ ਹੋ ਸਕਦਾ। ਜਦੋਂ ਹੀ ਵਜ਼ੀਰ ਖਾਂ ਨੂੰ ਇਹ ਪੁਸ਼ਤਗੀ ਹੋਈ ਆਲੇ ਦੁਆਲੇ ਸਾਰੇ, ਕਿਉਂਕਿ ਜਿਹੜੇ ਰੋਪੜ ਦੇ ਰਹਿਣ ਵਾਲੇ ਫੌਜਦਾਰ ਸਨ ਉਹ ਵੀ ਨਾਲ ਆ ਕੇ ਲੜ ਰਹੇ ਸਨ। ਰੋਪੜ ਵਾਲੇ ਤਾਂ ਅਕਸਰ ਮਹਾਰਾਜ ਨੂੰ ਨੇੜਿਓਂ ਦੇਖਦੇ ਸਨ ਵੀ ਕਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸ਼ਿਕਾਰ ਖੇਡਣ ਜਾਂਦੇ ਸਨ। ਜਦੋਂ ਹੀ ਇਹ ਗੱਲ ਦਾ ਇੰਕਸ਼ਾਫ ਹੋਇਆ ਕਿ ਇਹ ਸੀਸ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਹੀਂ ਹੈ, ਗੁੱਸੇ ਦੇ ਵਿੱਚ, ਬਦਲੇ ਦੀ ਅੱਗ ਦੇ ਵਿੱਚ, ਆਪਣੀ ਹੋਈ ਹਾਰ ਦਾ ਸਾਹਮਣੇ ਕੋਝਾ ਮੂੰਹ ਦੇਖ ਕੇ ਤੜਫ ਉੱਠਿਆ। ਨਸੱਤੀ ਕੱਪੜੀ ਅੱਗ ਲੱਗ ਗਈ ਹੈ। ਗੁੱਸੇ ਵਿੱਚ ਆ ਕੇ ਦੰਦ ਕਰੀਜਦੇ ਹਨ, ਉੱਚੀ ਉੱਚੀ ਗਾਲਾਂ ਕੱਢਦੇ ਹਨ। ਵਜ਼ੀਰ ਖਾਂ, ਕਿਉਂਕਿ ਉਹਦੀ ਜ਼ਿੰਮੇਵਾਰੀ ਸੀ, ਸਾਰਾ ਇਲਾਕਾ ਉਹਦਾ ਸੀ, ਸਰਹੰਦ ਦਾ ਉਹ ਸੂਬੇਦਾਰ ਸੀ, ਗੁੱਸੇ ਵਿੱਚ ਪਾਗਲ ਹੋਇਆ, ਅੱਗ ਭੰਬੂਕਾ ਹੋਇਆ, ਤੜਫਦਾ ਹੋਇਆ, ਕਲਪਦਾ ਹੋਇਆ, ਕਹਿਣ ਲੱਗਾ ਕਿ ਜਿੰਨੇ ਮੇਰੀ ਸੈਨਾ ਸਾਰੀ ਗਸ਼ਤੀ ਜਥਿਆਂ ਦੇ ਰੂਪ ਵਿੱਚ 50-50 ਕਿਲੋਮੀਟਰ ਤੱਕ ਫੈਲ ਜਾਓ, ਚੱਪਾ ਚੱਪਾ ਛਾਣ ਮਾਰੋ, ਗਲੀ ਗਲੀ ਕੋਨਾ ਕੋਨਾ ਛਾਣ ਮਾਰੋ, ਜਾਨਵਰ ਜਿਹੜੀਆਂ ਪਸ਼ੂਆਂ ਦੀਆਂ ਹਵੇਲੀਆਂ ਫੋਲ ਮਾਰੋ, ਘਰਾਂ ਦੀਆਂ ਸਬਾਤਾਂ ਫੋਲ ਮਾਰੋ, ਭਾਵੇਂ ਪਤਾਲ 'ਚੋਂ ਲੱਭ ਕੇ ਲਿਆਓ, ਭਾਵੇਂ ਅਸਮਾਨ 'ਚੋਂ ਢੂੰਡ ਕੇ ਲਿਆਓ, ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਕਿਸੇ ਵੀ ਕੀਮਤ 'ਤੇ ਚਾਹੀਦਾ। ਉਹ ਗੜੀ 'ਚੋਂ ਨਿਕਲ ਗਿਆ ਹੈ। ਐਡੇ ਵੱਡੇ ਟਿੱਡੀ ਦਲ ਨੂੰ ਭੁਲੇਖਾ ਪਾ ਕੇ ਲਾਹਨਤ ਹੈ, ਅਸੀਂ ਉਹਨੂੰ ਜਿੱਤਣਾ ਤਾਂ ਕੀ ਸੀ। ਉਹ ਬੜੀ ਸ਼ਾਨ ਨਾਲ ਗਿਆ। ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਉਸ ਰਾਤ ਜਿਹੜਾ ਪੀਰੇ ਹਿੰਦ ਮੇ ਰਵੱਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਸਨ, ਉਹ ਗੁਰੂ ਗੋਬਿੰਦ ਸਿੰਘ ਆਪ ਹੀ ਦੇ ਰਿਹਾ ਸੀ। ਬਾਅਦ 'ਚ ਇਹਨਾਂ ਦਾ ਭੁਲੇਖਾ ਟੁੱਟਿਆ। ਕਹਿਣ ਲੱਗਾ ਉਹ ਗਿਆ ਵੀ ਬੜੀ ਸ਼ਾਨ ਦੇ ਨਾਲ ਹੈ, ਉਹ ਤੇ ਜਕਾਰੇ ਗਜਾਉਂਦਾ ਹੋਇਆ ਗਿਆ, ਪਰ ਇਹਨਾਂ ਨੇ ਸੋਚਿਆ ਕਿ ਬਹੁਤੀ ਦੂਰ ਨਹੀਂ ਗਏ ਹੁਣ, ਕਿਉਂਕਿ ਮਹਾਰਾਜ ਤਾਂ ਪੈਦਲ ਨੇ, ਘੋੜਾ ਤਾਂ ਹੈ ਹੀ ਨਹੀਂ ਉਹਨਾਂ ਕੋਲ।
ਜਦੋਂ ਇਹ ਗੱਲ ਹੋ ਗਈ ਤੇ ਫਿਰ ਗੁਰੂ ਸਾਹਿਬ ਤਾਂ ਅੱਗੇ ਨਿਕਲ ਗਏ। 9 ਪੋਹ ਦਾ ਦਿਨ ਹੈ, ਹੁਣ ਚਮਕੌਰ ਗੜੀ ਦਾ ਥੋੜਾ ਜਿਹਾ ਦ੍ਰਿਸ਼ ਆਪ ਜੀ ਦੇ ਸਨਮੁਖ ਰੱਖ। 8 ਪੋਹ ਨੂੰ ਤਾਂ ਜੰਗ ਦਾ ਹਿੱਸਾ ਹੋ ਗਿਆ, 9 ਪੋਹ ਨੂੰ ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ ਬੰਗੇਸ਼ਰੀ ਸ਼ਹੀਦ ਹੋਏ। ਜਦੋਂ ਚਮਕੌਰ ਗੜੀ ਦਾ ਹੁਣ ਕੀ ਆਲਮ ਹੈ, ਲੰਬਾ ਮੈਦਾਨ ਹੈ, ਕੋਈ ਕੱਟੀ ਵੱਡੀ ਹੋਈ ਲੋਥ ਪਈ ਹੈ, ਕਿਸੇ ਦਾ ਪੇਟ ਚੀਰਿਆ ਪਿਆ, ਕਿਸੇ ਦੇ ਅੰਗ ਭੰਗ ਹੋ ਗਏ ਨੇ, ਕਿਸੇ ਨੂੰ ਗੁਲਕ ਲੱਗ ਗਏ, ਸਿਰ ਖੁੱਲ ਗਿਆ, ਕਿਸੇ ਦੀ ਛਾਤੀ ਵਿੱਚ ਵੱਜਿਆ ਹੋਇਆ ਤੀਰ ਖੁੱਭਿਆ ਪਿਆ ਹੈ, ਅੱਖਾਂ ਟੱਡੀਆਂ ਹੋਈਆਂ ਹਨ, ਕਿਸੇ ਦਾ ਪੇਟ ਕਟਾਰ ਦੇ ਨਾਲ ਚੀਰਿਆ ਗਿਆ, ਸਾਰੀਆਂ ਅੰਤੜੀਆਂ ਅੰਦਰਾਂ ਬਾਹਰ ਆਈਆਂ ਪਈਆਂ ਹਨ, ਲਹੂ ਮਿੱਝ ਮਾਸ ਦਾ ਗਾਰਾ ਬਣਿਆ ਪਿਆ ਹੈ, ਸ਼ਿਕਾਰੀ ਪੰਛੀ ਉੱਡ ਉੱਡ ਕੇ ਸੂਰਮਿਆਂ ਦੇ ਸਰੀਰਾਂ ਦਾ ਮਾਸ ਚੁੰਡ ਰਹੇ ਹਨ, ਗਿਰਜਾਂ, ਇੱਲਾਂ, ਸ਼ਿਕਰੇ, ਜੁਰਰੇ। ਜੰਗ ਦੇ ਮੈਦਾਨ ਦੇ ਵਿੱਚ ਬੜਾ ਭਿਅੰਕਰ ਮੰਜ਼ਰ ਬਣਿਆ ਪਿਆ। ਚਮਕੌਰ ਵਾਸੀਆਂ ਦੇ ਮਨ ਦਹਿਲੇ ਹੋਏ ਹਨ। ਐਡਾ ਵੱਡਾ ਯੋਧਾ ਸੰਗਰਾਮ, ਲਹੂ ਮਿੱਝ ਮਾਸ ਦਾ ਗਾਰਾ ਬਣਿਆ ਪਿਆ, ਧਰਤੀ ਲਾਲ ਰੰਗੀ ਨਜ਼ਰ ਆ ਰਹੀ ਹੈ 9 ਪੋਹ ਨੂੰ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤਾਂ ਚਲੇ ਗਏ ਨੇ, ਭਾਈ ਸੰਗਤ ਸਿੰਘ ਗੜੀ ਅੰਦਰ ਸ਼ਹੀਦ ਹੈ। ਗੜੀ ਅੰਦਰ ਵੀ ਬੜਾ ਲਹੂ ਡੁੱਲਿਆ। ਪਹਿਲਾਂ ਇੱਥੇ ਇੱਕ ਜ਼ਿਕਰ ਕਰਦਾ ਕਿ ਜਿਸ ਜਗ੍ਹਾ ਇਹ ਭਾਰੀ ਯੁੱਧ ਹੋਇਆ, ਹੁਣ ਤਾਂ ਨਾਂ ਕਤਲਗੜ੍ਹ ਹੈ, ਪਹਿਲਾਂ ਇਹਦਾ ਨਾਮ ਕਹਿੰਦੇ ਸ਼ਹੀਦਗੰਜ ਹੁੰਦਾ ਸੀ, ਕਿਉਂਕਿ ਇੱਥੇ ਅੱਲਾ ਯਾਰ ਖਾਂ ਜੋਗੀ ਨੇ ਵੀ ਗੰਜੇ ਸ਼ਹੀਦਾਂ ਤੇ ਸ਼ਹੀਦਾਨ ਵਫਾ ਲਿਖੀ, ਉਹਨੇ ਗੰਜੇ ਸ਼ਹੀਦਾਂ ਹੀ ਕਿਹਾ ਕਿ ਜਿੱਥੇ ਸ਼ਹੀਦਾਂ ਦੀ ਪਾਕਰਤ ਦਾ ਬੜਾ ਵੱਡਾ ਇਕੱਠ ਹੋ। ਹੁਣ ਚਮਕੌਰ ਗੜੀ ਦਾ ਇਹ ਮੰਜ਼ਰ ਹੈ, ਆਲੇ ਦੁਆਲੇ ਇਲਾਕੇ 'ਚ ਸਹਿਮ ਹੈ, ਲੋਕ ਘਰਾਂ ਵਿੱਚ ਬੈਠੇ ਬਿਸਤਰਿਆਂ ਅੰਦਰ ਲੁਕੇ ਹੋਏ ਦੰਦੋ ਡਿੱਕੇ ਮਾਰਦੇ ਹੋਏ ਚਰਚਾ ਕਰ ਰਹੇ ਹਨ 9 ਪੋਹ ਵਾਲੇ ਦਿਨ। ਜਿਨ੍ਹਾਂ ਨੂੰ ਨੇੜਿਓਂ ਖਬਰਾਂ ਮਿਲੀਆਂ ਤਾਂ ਆਪ ਜੀ ਨੂੰ ਪਤਾ ਕਿ ਜਦੋਂ ਲੋਕਾਂ ਵਿੱਚ ਖਬਰ ਫੈਲਦੀ ਇਹੋ ਜੀ ਤੇ ਉਹ ਮਸਾਲਾ ਲਾ ਕੇ ਕਈ ਗੁਣਾ ਹੋ ਜਾਂਦੀ ਹੈ। ਜਾਂ ਹਰ ਕਿਸੇ ਦੇ ਸੁਣਾਉਣ ਦਾ ਆਪੋ ਆਪਣਾ ਇੱਕ ਅੰਦਾਜ਼ ਹੁੰਦਾ। ਘਰਾਂ ਅੰਦਰ ਬੈਠੇ ਹੋਏ ਲੋਕ ਸਰਦੀ ਤੋਂ ਠਰਦੇ ਕੰਬਰਦੇ ਹੋਏ ਚਰਚਾ ਕਰ ਰਹੇ ਹਨ। ਕੋਈ ਜਿਹੜੇ ਉੱਗਾਂ ਸੁੱਗਾਂ ਲੈਣ ਵਾਲੇ ਬਜ਼ੁਰਗ ਜਿਨ੍ਹਾਂ ਨੇ ਖਬਰ ਪਤਾ ਕੀਤੀ, ਉਹਨਾਂ ਨੂੰ ਸੈਨਿਕਾਂ ਕੋਲੋਂ ਖਬਰ ਪਤਾ ਲੱਗੀ, ਉਹ ਕਹਿਣ ਲੱਗੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਰਾ ਦਲ ਮਾਰਿਆ ਗਿਆ, ਸਾਹਿਬਜ਼ਾਦੇ ਮਾਰੇ ਗਏ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਫਿਰ ਵੀ ਨਿਕਲ ਗਏ। ਜਦੋਂ ਇਹ ਲੋਕ ਘਰਾਂ 'ਚ ਗੱਲ ਸੁਣਦੇ ਨੇ, ਜਿਹੜੇ ਤੇ ਸ਼ਰਧਾਵਾਨ ਨੇ, ਉਹ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਪਕੜਿਆ ਕਦੋਂ ਜਾਣਾ ਇਹਨਾਂ ਕੋਲ, ਇਹ ਨਹੀਂ ਪਕੜ ਸਕਦੇ ਉਹਨੂੰ। ਜਿਨ੍ਹਾਂ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੀ ਅਜ਼ਮਤ ਤੋਂ ਜਾਣਦੇ ਨੇ, ਉਹ ਲੋਕ ਘਰਾਂ 'ਚ ਕਹਿ ਰਹੇ ਨੇ ਕਿੱਥੋਂ ਪਕੜ ਲੈਣਗੇ ਉਹਨੂੰ। ਇਹ ਕਦੇ ਜਿਹੜੇ ਜੁਗਨੂਆਂ ਨੇ ਵੀ ਸੂਰਜ ਦੀ ਬਰਾਬਰੀ ਕੀਤੀ ਹੈ, ਨਹੀਂ ਕਰ ਸਕਦੇ। ਜਿਹੜੇ ਲੋਕ ਖਾਰੀ ਹਨ, ਜਿਹੜੇ ਗੁਰੂ ਸਾਹਿਬ ਦੀ ਅਜ਼ਮਤ ਤੋਂ ਸੜਦੇ ਹਨ, ਉਹ ਘਰਾਂ ਅੰਦਰ ਬੈਠੇ ਚਰਚਾ ਕਰ ਰਹੇ ਨੇ ਕਿੱਥੋਂ ਤੱਕ ਭੱਜਣਗੇ। ਹੁਣ ਤੇ ਪਰਿਵਾਰ ਵੀ ਕੋਲ ਨਹੀਂ, ਦਲ ਵੀ ਕੋਲ ਨਹੀਂ, ਝਾੜਾਂ ਦੇ ਵਿੱਚ ਕਿੱਥੋਂ ਲੱਗਣਗੇ। ਕਹਿੰਦੇ 700 ਗਸ਼ਤੀ ਜਥੇ ਦਾ ਮਤਲਬ ਜਿਵੇਂ ਪੈਟਰੋਲਿੰਗ ਕਰਦੀ ਪੁਲਿਸ ਰਾਤ ਨੂੰ 15-20 ਜਾਣੇ ਇਕੱਠੇ ਹੋ ਕੇ ਤੁਰੇ ਫਿਰਦੇ ਨੇ, ਵੀ ਥਾਂ ਪੁੱਛ-ਗਿੱਛ ਕਰਦੇ ਫਿਰਦੇ ਨੇ। 700 ਗਸ਼ਤੀ ਜਥੇ ਤੋਰੇ ਸਨ। ਵਜ਼ੀਰ ਖਾਨ ਨੇ ਕਿਹਾ ਸੀ ਵੀ ਇੰਨੀ ਤੇਜ਼ੀ ਨਾਲ ਫੈਲ ਜਾਓ, ਕੋਈ ਨਗਰ ਕਸਬਾ ਖਾਲੀ ਰਹਿ ਨਾ ਜਾਵੇ, ਕਿਤੇ ਨਿਕਲ ਨਾ ਜਾਵੇ ਬਹੁਤ ਦੂਰ ਤੱਕ। ਜਿਹੜੇ ਖਾਰੀ ਲੋਕ ਨੇ ਉਹ ਕਹਿੰਦੇ ਕਿੱਥੋਂ ਤੱਕ ਭੱਜਣਗੇ। ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਅਜ਼ਮਤ ਤੋਂ ਜਾਣਦੇ ਸਨ, ਉਹ ਲੋਕ ਘਰਾਂ 'ਚ ਕਹਿ ਰਹੇ ਹਨ ਕਿ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਹਨਾਂ ਦੇ ਹੱਥ ਜਿਉਂਦੇ ਜਾਂ ਮੁਰਦੇ ਆ ਗਏ ਤੇ ਫਿਰ ਮਰਦਾ ਗੰਮੜੇ ਦੀ ਸ਼ਾਨ ਕੀ ਹੋਈ। ਜੇ ਬਾਜ ਹੀ ਚੂਚਿਆਂ ਦੇ ਹੱਥ ਆ ਗਿਆ ਤੇ ਫਿਰ ਬਾਜ ਦੀ ਕੀ ਅਜ਼ਮਤ ਹੋਈ। ਜੇ ਸ਼ੇਰ ਹੀ ਗਿੱਦੜਾਂ ਨੇ ਸ਼ਿਕਾਰ ਕਰਕੇ ਘੇਰ ਲਿਆ, ਫਿਰ ਸ਼ੇਰ ਦੀ ਬਹਾਦਰੀ, ਉਹਦੀ ਨਿਡਰਤਾ, ਉਹਦਾ ਬਲ ਕੀ ਹੋਇਆ। ਲੋਕ ਜਿਹੜੇ ਹਨ ਚਰਚਾ ਕਰ ਰਹੇ ਨੇ ਤਰ੍ਹਾਂ ਤਰ੍ਹਾਂ। ਚਮਕੌਰ ਗੜੀ ਦੇ ਉੱਪਰ ਮੈਦਾਨ ਦੇ ਵਿੱਚ ਇੱਲਾਂ, ਗਿਰਜਾਂ, ਜੁਰਰੇ ਉੱਡ ਰਹੇ ਹਨ। ਇੱਲਾਂ ਨੇ ਚੁੰਝਾਂ 'ਚ ਮਾਸ ਭਰਿਆ ਹੋਇਆ। ਜੁਰਰੇ ਸੂਰਮਿਆਂ ਦੀ ਆਂਦਰਾਂ ਖਿੱਚ ਕੇ ਪੰਛੀ ਆਪਣੇ ਪਿੰਜਰਿਆਂ ਨਾਲ ਜਾ ਰਹੇ ਨੇ। ਦਿਨ ਢਲਦਾ ਜਾ ਰਿਹਾ ਹੈ। ਰਾਏਪੁਰ ਦੀ ਰਹਿਣ ਵਾਲੀ ਇੱਧਰ 10ਵੇਂ ਪਾਤਸ਼ਾਹ ਨੇ ਆਪਣੀ ਕਲਾ ਵਰਤਾਈ। ਜੇ ਮਹਾਰਾਜ ਨੇ ਖੁਦ ਆਪਣੇ ਸਾਹਿਬਜ਼ਾਦਿਆਂ ਦੇ ਤਨ ਦੇ ਉੱਪਰ ਕੱਪੜਾ ਨਹੀਂ ਨਾ ਓੜਿਆ ਤੇ ਮਹਾਰਾਜ ਨੇ ਕਲਾ ਵਰਤਾਈ। ਸਿਦਕੀ ਬੀਬੀ ਸ਼ਰਨ ਕੌਰ, ਉਹਨੂੰ ਜਦੋਂ ਇਹ ਖਬਰ ਪਤਾ ਲੱਗੀ ਤੇ ਪਤਾ ਲੱਗਿਆ ਮਹਾਰਾਜ ਨਿਕਲ ਗਏ ਨੇ, ਪਰ ਹੁਣ ਉਹਦੀ ਸੁਰਤ ਨੇ ਗੁਰੂ ਸਾਹਿਬ ਦੀ ਕਲਾ ਨੂੰ ਬੁੱਝ ਲਿਆ ਵੀ ਸ਼ਹੀਦਾਂ ਦਾ ਸੰਸਕਾਰ ਜ਼ਰੂਰੀ ਹੈ। ਉਹ ਰਾਤ ਦੇ ਕੁਸਮੁਸੇ ਦੇ ਵਿੱਚ ਇੱਥੇ ਆਈ 9 ਪੋਹ ਦੀ ਨੂੰ ਆ ਕੇ ਉਹਨੇ ਜੰਗ ਦੇ ਮੈਦਾਨ ਦੇ ਵਿੱਚ ਆਪਣਾ ਭੇਜ ਜਿਹਾ ਬਦਲ ਕੇ, ਮਰਦਾਵਾਂ ਜਿਹਾ ਕਰਕੇ
ਘੁੰਮਦੀ ਰਹੀ, ਕਿਉਂਕਿ ਮਲਖਈਆ ਤੇ ਸਾਰਾ ਖਿੰਡ ਗਿਆ ਸੀ। ਹੁਣ ਕਈ ਕਹਿੰਦੇ ਉਹ ਕਿਵੇਂ ਆਈ ਹੋਵੇਗੀ। ਹੁਣ 700 ਗਸ਼ਤੀ ਜਥਾ ਬਣਾਇਆ ਹੋਇਆ ਵਜ਼ੀਰ ਖਾਨ ਨੇ, ਤੇ ਉਹਦੇ ਵਿੱਚ 20 25 25 50 ਵੀ ਮੰਨ ਲਓ, ਤੇ ਸਾਰੀ ਸੈਨਾ ਤਾਂ ਨਿਕਲ ਗਈ। ਨਾਲੇ ਉਹਨਾਂ ਨੇ ਚਮਕੌਰ ਗੜੀ 'ਚ ਕਰਨਾ ਕੀ ਸੀ? ਹੁਣ ਗੜੀ ਤਾਂ ਅੰਦਰੋਂ ਖਾਲੀ ਨਿਕਲੀ। ਇਕੱਲੇ ਭਾਈ ਸੰਗਤ ਸਿੰਘ ਮਿਲੇ, ਸੰਤ ਸਿੰਘ ਬੰਗੇਸ਼ਰੀ ਮਿਲੇ, ਉਹਨੇ ਕਰਨਾ ਕੀ ਸੀ? ਉਹਨਾਂ ਨੇ ਸਾਰਾ ਦਲ ਤੇ ਖਿੰਡ ਚੁੱਕਿਆ ਸੀ। ਕੁਝ ਕੁ ਜਥੇ ਬਾਕੀ ਸਨ ਜਿਹੜੇ ਉਹਨਾਂ ਦੇ ਥੋੜ੍ਹੇ ਬਹੁਤੇ ਨਿਗਰਾਨੀ ਕਰਨ ਵਾਲੇ, ਜਿਨ੍ਹਾਂ ਨੇ ਆਪਣੇ ਮਰਿਆਂ ਦੀਆਂ ਲੋਥਾਂ ਸੰਭਾਲਣੀਆਂ ਸਨ। ਉਸ ਬੀਬੀ ਨੇ ਆ ਕੇ ਉਹਨੇ ਸ਼ਨਾਖਤ ਕੀਤੀ ਕਿ ਜਿਹਦੇ ਤੇੜ ਕਛਹਿਰਾ ਹੈ। ਸਾਡੀ ਮਰਜ਼ਾਦਾ ਵਿੱਚ ਲਿਖਿਆ ਹੈ ਕਿ ਕਛਹਿਰਾ ਅੱਧ ਗੋਡੇ ਤੱਕ ਹੋਣਾ ਚਾਹੀਦਾ, ਅੱਧ ਗੋਡੇ ਤੱਕ ਹੋਣਾ ਚਾਹੀਦਾ, ਤਾਂ ਕਿ ਮਰਦ ਦਾ ਪੂਰਾ ਨੰਗੇਜ ਕੰਜੇ। ਆ ਕੇ ਦੇਖਿਆ ਜਿਨ੍ਹਾਂ ਦੇ ਸਿਰ ਤੇ ਕੇਸ ਸਾਬਤ ਹਨ, ਜਿਨ੍ਹਾਂ ਦੇ ਤੇੜ ਕਛਹਿਰਾ, ਜਿਨ੍ਹਾਂ ਦੇ ਹੱਥ ਦੇ ਵਿੱਚ ਕੜਾ ਹੈ, ਜਿਹਦਾ ਕੋਈ ਕੰਘਾ ਨੇੜੇ ਡਿੱਗਿਆ ਨਜ਼ਰ ਆ ਰਿਹਾ ਹੈ, ਜਿਹਦੇ ਗਾਤਰੇ ਕਿਰਪਾਨ ਹੈ, ਜਿਹਦੇ ਕੇਸ ਸਾਬਤ ਹਨ, ਉਹ ਸਿੰਘ ਹਨ। ਇਹ ਸਿਦਕੀ ਬੀਬੀ ਨੇ ਮੂੰਹ ਤੋਂ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਆਖਦਿਆਂ, ਬੀਬੀ ਹੈ ਸਿਦਕ ਦੇਖੋ ਉਹਨਾਂ ਦਾ। ਇਸਤਰੀ ਵੈਸੇ ਇੱਕ ਲੋਥ ਨੂੰ ਦੇਖ ਕੇ ਕੰਬ ਜਾਂਦੀ ਹੈ। ਮੈਂ ਬੜੀਆਂ ਇਸਤਰੀਆਂ ਦੇਖੀਆਂ ਨੇ, ਆਪਣੇ ਹੀ ਮਰੇ ਪਤੀ ਦਾ ਮੂੰਹ ਵੇਖਣ ਤੋਂ ਡਰਦੀਆਂ ਨੇ। ਕਈ ਵਾਰੀ ਮੈਂ ਦੇਖੀਆਂ ਹੋਈਆਂ ਨੇ, ਉਹ ਕਹਿੰਦੇ ਬਾਹਰੋਂ ਬਾਹਰ ਲੈ ਜਾਓ। ਨਹੀਂ, ਇਹ ਸਿਦਕੀ ਬੀਬੀ ਸ਼ਹੀਦ ਸਿੰਘਾਂ ਦੀਆਂ ਦੇਹਾਂ ਨੂੰ ਟੋਂਦੀ ਹੈ, ਪਛਾਣ ਕਰਦੀ ਹੈ ਧੂ ਧੂ ਕੇ। ਕਿਉਂਕਿ ਉਠਾਉਣਾ, ਹੁਣ ਜਿਹੜੇ ਸੂਰਮਿਆਂ ਨੇ ਇੰਨੇ ਦਲ ਤੇ ਭਾਰੂ ਰਹੇ, ਉਹਨਾਂ ਨੂੰ ਉਠਾਉਣਾ ਕਿਤੇ ਸੌਖਾ ਪਿਆ ਹੈ। ਨਾਲੇ ਜਦੋਂ ਲੋਥ ਬਣ ਜਾਂਦੀ ਹੈ ਨਾ, ਸ਼ਹੀਦੀ ਦੇਹ ਬਣ ਜਾਂਦੀ ਹੈ, ਕਹਿੰਦੇ ਮਰਿਆ ਬੰਦਾ ਜਿਉਂਦੇ ਬੰਦੇ ਨਾਲੋਂ ਲੋਥ ਬਣਿਆ ਹੋਇਆ 2 ਗੁਣਾ ਵੱਧ ਭਾਰਾ ਹੋ ਜਾਂਦਾ, ਕਿਉਂਕਿ ਪ੍ਰਾਣ ਰੁਕ ਜਾਂਦੇ ਨੇ ਅੰਦਰ। ਧੁੰਦੀ ਲਾਸ਼ਾਂ ਨੂੰ ਨੇੜੇ ਨੇੜੇ ਕਰਕੇ, ਕਿਉਂਕਿ ਇਹਦੀ ਇੱਕ ਗੱਲ ਇਹ ਵੀ ਹੋਵੇਗੀ, ਕਿਉਂਕਿ ਗੁਰੂ ਸਾਹਿਬ ਜੀ ਦੇ ਜਿਹੜੇ ਦਲ ਸਨ ਉਹ ਇਕੱਠੇ ਨਿਕਲੇ ਸਨ, ਇਸ ਕਰਕੇ ਨੇੜੇ ਨੇੜੇ ਸਿੰਘ ਡਿੱਗੇ ਹੋਣਗੇ ਸ਼ਹੀਦ ਹੋ ਕੇ। ਇਕੱਠੇ ਹੋ ਕੇ ਯੁੱਧ ਲੜਿਆ ਨਾ ਜੱਥਿਆਂ ਦੇ ਰੂਪ ਵਿੱਚ। ਇਹਨੇ ਆਪਣੇ ਵੱਲੋਂ ਸਾਰਾ ਇਕੱਠਾ ਕਰਕੇ ਬਾਅਦ 'ਚ ਆਲੇ ਦੁਆਲੇ ਘਾਈ ਲੱਭਣੀ ਸ਼ੁਰੂ ਕੀਤੀ। ਸਲਵਾੜ ਲੱਭੀ, ਘਾਹ ਫੂਸ ਲੱਭਿਆ, ਪਾਥੀਆਂ ਆਦਿਕ ਲੱਭੀਆਂ। ਚੰਗੀ ਤਰ੍ਹਾਂ ਕਰਕੇ ਆਲੇ ਦੁਆਲੇ ਕਿ ਇੱਕ ਵਾਰੀ ਮਚ ਜਾਵੇ। ਕਹਿੰਦੇ ਇਹਨੇ ਜ਼ਿਕਰ ਮਿਲਦਾ ਕਿ ਸੋਹਲਾ ਸਾਹਿਬ ਪੜ੍ਹ ਕੇ ਸ਼ਹੀਦਾਂ ਦਾ ਸੰਸਕਾਰ ਕੀਤਾ, ਅਜੇ ਸਿਵਾ ਮੱਚਿਆ ਹੀ, ਬੜੀ ਵੱਡੀਆਂ ਲਪਟਾਂ ਨਿਕਲੀਆਂ। ਸ਼ਹੀਦਾਂ ਦੇ ਸੇਵੇ ਇੰਝ ਹੀ ਬਲਦੇ ਹੁੰਦੇ। ਇਹ ਦੁਨਿਆਵੀਆਂ ਦੇ ਨੇ ਜਿਹੜੇ ਬੜੇ ਠਾਠ ਸ਼ਾਨ ਦੇ ਨਾਲ ਜਾਂਦੇ ਨੇ, ਰੰਗ ਬਰੰਗੀਆਂ ਝੰਡੀਆਂ ਲਾ ਕੇ। ਸ਼ਹੀਦਾਂ ਦੇ ਸੰਸਕਾਰ ਇੰਝ ਹੀ ਹੁੰਦੇ ਨੇ, ਜਦੋਂ ਆਪਣੀ ਦੇਹ ਨੂੰ ਲਹੂ ਦੇ ਨਾਲ ਇਸ਼ਨਾਨ ਕਰ ਲੈਂਦੇ ਨੇ ਤੇ ਮੌਤ ਰਾਣੀ ਨੂੰ ਵਰ ਕੇ ਅਮਰ ਰੁਤਬਾ ਪਾ ਲੈਂਦੇ ਨੇ। ਜਦੋਂ ਇਹ ਲਪਟਾਂ ਨਿਕਲੀਆਂ, ਕੁਝ ਮੁਗਲ ਸੈਨਿਕ ਨੇੜੇ ਸਨ, ਭੱਜੇ ਆਏ, ਵੇਖੇ ਇਹਨੇ ਬੀਬੀ ਨੇ ਸਾਹਮਣਾ ਕਰਨ ਦੀ, ਤਲਵਾਰ ਕੱਢ ਕੇ ਲੜਨ ਦੀ ਹਿੰਮਤ ਕੀਤੀ। ਉਹ ਜ਼ਿਆਦਾ ਸਨ, ਉਹਨਾਂ ਨੇ ਘਾਇਲ ਕਰ ਦਿੱਤਾ, ਤਲਵਾਰਾਂ ਮਾਰ ਕੇ। ਸਹਿਕਦੀ ਵੇਖ ਕੇ ਗੁੱਸੇ ਵਿੱਚ ਆਇਆਂ ਨੇ ਇਸੇ ਬੀਬੀ ਨੂੰ ਚੁੱਕ ਕੇ ਉਸ ਅੰਗੀਠੇ ਅੰਦਰ ਭਗਾ ਕੇ ਮਾਰਿਆ ਤੇ ਜਿਉਂਦੀ ਨੂੰ ਜਲਾ ਕੇ ਰਾਖ ਕਰ ਦਿੱਤਾ। ਬੀਬੀ ਸ਼ਰਨ ਕੌਰ ਸ਼ਹੀਦਾਂ ਦਾ ਸੰਸਕਾਰ ਕਰਦਿਆਂ ਆਪ ਵੀ ਸ਼ਹੀਦੀ ਪਾ ਗਈ। ਇਸ ਤੋਂ ਬਾਅਦ ਜਦੋਂ ਅਗਲੇ ਦਿਨ ਪਤਾ ਲੱਗਾ, ਇਹ ਵੀ ਲੋਕਾਂ ਚਰਚਾ ਫੈਲੀ ਕਿ ਚਮਕੌਰ ਗੜੀ ਦੇ ਸ਼ਹੀਦਾਂ ਸੰਸਕਾਰ ਨਹੀਂ ਚੰਗੀ ਤਰ੍ਹਾਂ ਹੋਇਆ। ਭਾਈ ਰਾਮਾ ਤੇ ਤਲੋਕਾ ਜਿਹੜੇ ਸਨ ਫੂਲ ਵੰਸ਼ ਦੇ, ਉਹ ਸਰਹੰਦ ਮਾਮਲਾ ਤਾਰਨ ਆਏ ਹੋਏ ਸਨ। ਉਹ ਕਹਿੰਦੇ ਹੋ ਕੇ ਚਲੀਏ, ਮੰਜ਼ਰ ਦੇਖਦੇ ਜਾਵਾਂਗੇ ਕੀ ਬਣੇਗਾ। ਜਦੋਂ ਚਮਕੌਰ ਗੜੀ ਨੇੜੇ ਆਏ, ਨਗਰ ਦੇ ਆਲੇ ਦੁਆਲੇ ਪਤਾ ਲੱਗਿਆ ਕਿ ਸਾਰਾ ਦਲ ਮਾਰਿਆ ਗਿਆ, ਇੱਕ ਬੀਬੀ ਵੀ ਮਾਰੀ ਗਈ। ਖਬਰ ਫੈਲ ਗਈ ਸਾਰੇ ਪਾਸੇ। ਰਾਏਪੁਰ ਦੀ ਰਹਿਣ ਵਾਲੀ, ਚਮਕੌਰ ਤੋਂ 2 ਕਿਲੋਮੀਟਰ ਦੂਰ ਹੈ। ਜਦੋਂ ਇਹ ਇੱਥੇ ਆਈ, ਇੱਥੇ ਆ ਕੇ ਇਹਨਾਂ ਨੇ ਦੇਖਿਆ ਵੀ ਆਲੇ ਦੁਆਲੇ ਹੁਣ ਪਹਿਰਾ ਲੱਗਾ ਹੋਇਆ, ਜਾਣਾ ਬੜਾ ਔਖਾ ਹੈ। ਇਹਨਾਂ ਦੋਵਾਂ ਭਰਾਵਾਂ ਨੇ ਆਪਣੇ ਵਾਲ ਖਿਲਾਰ ਕੇ ਕੱਪੜਿਆਂ ਦੇ ਉੱਪਰ ਗੋਹਾ ਮਿੱਟੀ ਆਦਿਕ ਮਲ ਕੇ ਪਾਗਲਾਂ ਵਾਲਾ ਭੇਸ ਬਣਾਉਣ ਦਿਆਂ ਖਲਾਰਾ ਪਾਉਂਦੇ ਰਹੇ, ਤੇ ਉਹ ਸਾਰਾ ਦਿਨ ਪਾਗਲਾਂ ਵਾਂਗ ਸ਼ੋਰ ਕਰਦੇ। 10 ਪੋਹ ਦੇ ਦਿਨ ਦੀ ਗੱਲ ਕਰ ਰਿਹਾ। 9 ਪੋਹ ਦੀ ਸ਼ਾਮ ਨੂੰ ਬੀਬੀ ਸ਼ਰਨ ਕੌਰ ਸ਼ਹੀਦ ਹੋ ਚੁੱਕੀ ਸੀ। ਅੱਜ ਦੀ ਸ਼ਾਮ ਨੂੰ ਇਹ ਪਾਗਲਾਂ ਵਾਂਗ ਰੌਲਾ ਪਾਉਂਦੇ ਰਹੇ, ਨਾਲੇ ਵਿਚਰਦੇ ਰਹੇ। ਸਿਪਾਹੀਆਂ ਨੇ ਬਹੁਤਾ ਇਹਨਾਂ ਦਾ ਧਿਆਨ ਨਾ ਕੀਤਾ। ਉਹਨਾਂ ਸਮਝਿਆ ਪਾਗਲਾਂ, ਆਮ ਪਿੰਡਾਂ ਦੇ ਵਿੱਚ ਇਹੋ ਜਿਹੇ ਮਸਤਾਨੇ ਮਿਲ ਜਾਂਦੇ ਸਨ। ਇਹਨਾਂ ਨੇ ਇੰਝ ਫਿਰਦਿਆਂ ਫਿਰਦਿਆਂ ਦੇਖ ਲਿਆ ਕਿ ਸ਼ਹੀਦਾਂ ਸਿੰਘਾਂ ਦੀਆਂ ਦੇਹਾਂ ਬਹੁਤੀਆਂ ਜ਼ਿਆਦਾ ਨਹੀਂ ਹਨ। ਹੋਰ ਵੀ ਜਿਹੜੇ ਕੁਝ ਇੱਕ ਅੱਧਾ ਰਹਿ ਗਿਆ ਸੀ, ਉਹ ਵੀ ਇਹਨਾਂ ਨੇ ਸ਼ਨਾਖਤ ਕਰ ਲਈ। ਜਦੋਂ ਹੀ ਹਨੇਰਾ ਟਲਿਆ, 10 ਪੋਹ ਦਾ ਇਹਨਾਂ ਨੇ ਜਲਦੀ ਨਾਲ ਇਕੱਠਾ ਕਰਕੇ ਜਲਦੀ ਦੇ ਨਾਲ ਨਗਰ ਵਿੱਚੋਂ ਦਿਨੇ ਕਹਿੰਦੇ ਲੱਕੜਾਂ ਲਿਆ ਕੇ ਸੁੱਟ ਦਿੱਤੀਆਂ ਸਨ। ਚੰਗੀ ਤਰ੍ਹਾਂ ਲੱਕੜਾਂ ਦਾ ਬਣਾ ਕੇ ਉੱਪਰ ਦੇਹਾਂ ਵਿੱਚ ਚਿਣ ਕੇ ਛੋਟੀਆਂ ਛੋਟੀਆਂ ਲੱਕੜਾਂ ਰੱਖ ਕੇ ਬਣਾ ਕੇ ਚੰਗੀ ਤਰ੍ਹਾਂ ਇਹਨਾਂ ਨੇ ਅੱਗ ਲਾ ਦਿੱਤੀ। ਤੇ ਉਹ ਸਾਰਾ ਜਿਹੜੇ ਅੱਧ ਸੜੇ ਸਰੀਰ ਸਨ, ਉਹਨਾਂ ਦਾ ਪੂਰਾ ਸੰਸਕਾਰ ਹੋ ਗਿਆ। ਮੁਗਲ ਸਿਪਾਹੀ ਆਏ,
ਪਰ ਇਹਨਾਂ ਨੂੰ ਪਾਗਲ ਸਮਝ ਕੇ ਉਹਨਾਂ ਧਿਆਨ ਦਿੱਤਾ, ਨਾ ਹੀ ਚਿਖਾ ਵੱਲ ਧਿਆਨ ਗਿਆ ਉਹਨਾਂ ਦਾ। ਖਿੰਡ ਪੁੰਡ ਗਏ ਸਨ, ਇੰਝ ਚਮਕੌਰ ਗੜੀ ਦੇ ਸ਼ਹੀਦਾਂ ਸੰਸਕਾਰ ਹੋਇਆ। ਜਦੋਂ ਸਿਪਾਹੀ ਭੱਜੇ, ਦੂਰ ਭੱਜ ਗਏ ਸਨ, ਇਹ ਫਿਰ ਦੁਬਾਰਾ ਆਏ। ਜਦੋਂ ਰਾਖ ਠੰਡੀ ਹੋਈ, ਪਾਣੀ ਮਾਰ ਮਾਰ ਕੇ ਫਿਰ ਇਹਨਾਂ ਨੇ ਜਿੰਨੀ ਵੱਡੀ ਰਾਖ ਇਕੱਠੀ ਕਰਕੇ ਵੱਡੇ ਘੜਿਆਂ 'ਚ ਪਾ, ਕਹਿੰਦੇ ਉੱਥੇ ਹੀ ਦਬਾ ਦਿੱਤੀ। ਬਾਅਦ ਦੇ ਵਿੱਚ ਇੱਕ ਰਾਖ ਦੀ ਕਹਿੰਦੇ ਗਾਗਰ ਆਪਣੇ ਪਿੰਡ ਵੀ ਲੈ ਗਏ ਸਨ। 10ਵੇਂ ਪਾਤਸ਼ਾਹ ਨੂੰ ਇਹ ਮਿਲੇ ਨਾ ਤਲਵੰਡੀ ਸਾਬੋ ਵਿਖੇ, ਉੱਥੇ ਮਹਾਰਾਜ ਨੂੰ ਇਹਨਾਂ ਨੇ ਸਾਰੀ ਵਿਥਿਆ ਸੁਣਾਈ। ਉੱਥੇ ਮਹਾਰਾਜ ਨੂੰ ਦੱਸਿਆ, ਮਹਾਰਾਜ ਇੰਝ ਸੰਸਕਾਰ ਹੋਏ। ਮਹਾਰਾਜ ਨੇ ਬੜੀਆਂ ਵੱਡੀਆਂ ਇਹਨਾਂ ਨੂੰ ਬਖਸ਼ਿਸ਼ਾਂ ਕੀਤੀਆਂ। ਹੁਣ ਕਲਗੀਧਰ ਪਾਤਸ਼ਾਹੀ ਹੋ ਗਿਆ ਚਮਕੌਰ ਗੜੀ ਦੇ ਸ਼ਹੀਦਾਂ ਦਾ ਸੰਸਕਾਰ। ਹੁਣ ਕਲਗੀਧਰ ਪਾਤਸ਼ਾਹ ਜਦੋਂ ਨਿਕਲੇ ਹਨ ਤੇ ਮਹਾਰਾਜ ਦਾ ਚੱਲਣਾ ਇੰਨਾ ਸੌਖਾ ਨਹੀਂ ਹੈ, ਇੰਨਾ ਸੌਖਾ ਨਹੀਂ ਹੈ। ਲੱਖਾਂ ਦਾ ਦਲ ਜਿਹੜਾ ਖਿੰਡਿਆ ਪਿਆ ਹੈ, ਕਿਹੜੇ ਮੋੜ ਥਾਣੀ ਹੋ ਕੇ ਗੁਜ਼ਰਨਗੇ, ਕਿਹੜੇ ਪਿੰਡ ਦੀ ਗਲੀ 'ਚੋਂ ਲੰਘਣਗੇ, ਕਿਹੜੇ ਕਸਬੇ 'ਚ, ਕਿਹੜੇ ਜਾਨਵਰਾਂ ਦੀ ਹਵੇਲੀ 'ਚ, ਕਿੱਥੇ ਜਾ ਕੇ ਠਹਿਰਨਗੇ। ਕੋਈ ਠਹਿਰਨ ਦਾ ਸੁਰੱਖਿਅਤ ਟਿਕਾਣਾ ਨਹੀਂ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੋਲ। 10ਵੇਂ ਪਾਤਸ਼ਾਹ ਗੜੀ 'ਚੋਂ ਤਾਂ ਨਿਕਲ ਆਏ, ਗੜੀ ਦੇ ਅੰਦਰ ਯੁੱਧ ਕਰਦੇ ਤੇ ਸ਼ਹਾਦਤ ਦਾ ਜਾਮ ਪੀਂਦੇ, ਪਰ ਹੁਣ ਜਿਹੜੇ ਜੰਗ ਦੇ ਮੈਦਾਨ 'ਚੋਂ ਮਹਾਰਾਜ ਬਾਹਰ ਨਿਕਲ ਕੇ ਆਏ ਨੇ, ਹਰ ਕਦਮ ਤੇ ਮੌਤ ਦਾ ਖੌਫ ਹੈ, ਹਰ ਕਦਮ ਤੇ ਦੁਸ਼ਮਣ ਹਰਲ ਹਰਲ ਕਰਦਾ ਫਿਰਦਾ, ਕੋਈ ਜਗ੍ਹਾ ਖਾਲੀ ਹੈ ਹੀ ਨਹੀਂ। ਇਸ ਦੌਰਾਨ ਮਹਾਰਾਜ ਨਿਕਲ ਕੇ ਜਦੋਂ ਆਏ, ਤੁਰਦਿਆਂ ਤੁਰਦਿਆਂ, ਤੇ ਮਹਾਰਾਜ ਦੇ ਕਦਮਾਂ ਦਾ ਜ਼ਰੂਰ ਧਿਆਨ ਰੱਖਿਓ। ਨੰਗੇ ਪੈਰ ਮਹਾਰਾਜ ਨਿਕਲੇ ਨੇ, ਸਰਦੀ ਦਾ ਦਿਨ ਹੈ, ਸਰਦੀ ਦੇ ਦਿਨ ਨੇ, ਪੋਹ ਦਾ ਕਹਿਰ ਵਰ ਰਿਹਾ, 9 ਪੋਹ ਸਿਖਰ ਤੇ ਅੱਜ ਵਾਲਾ ਥੋੜਾ ਵੀ। ਅੱਜ ਹੁਣ ਇੱਥੇ ਇੱਕ ਗੱਲ ਹੋਰ ਵੀ ਅਰਜ਼ ਕਰ ਦੇਵਾਂ, ਅੱਜ ਦੀ ਸਰਦੀ ਉਦੋਂ ਵਾਂਗ ਨਹੀਂ ਸੀ। ਉਦੋਂ ਸਰਦੀ ਰੁੱਤਾਂ ਆਪਣੇ ਸਿਖਰ ਤੇ ਹੁੰਦੀਆਂ ਸਨ। ਅੱਜ ਤਾਂ ਅਸੀਂ ਵਾਤਾਵਰਣ 'ਚ ਗੰਦਗੀ ਇੰਨੀ ਪਾ ਦਿੱਤੀ ਕਿ ਆਹ ਦਿਨਾਂ 'ਚ ਸਰਦੀ ਲੱਗ ਵੀ ਨਹੀਂ ਰਹੀ ਬੜਿਆਂ ਨੂੰ। ਉਦੋਂ ਇੰਨਾ ਵਾਤਾਵਰਣ 'ਚ ਗੰਦ ਨਹੀਂ ਸੀ ਪਾਇਆ, ਉਦੋਂ ਸ਼ੁੱਧ ਸੀ, ਕਿਉਂਕਿ ਇੰਨਾ ਹੈ ਹੀ ਨਹੀਂ ਸੀ। ਹੱਡ ਚੀਰਵੀਂ ਸਰਦੀ ਦੇ ਵਿੱਚ ਮਹਾਰਾਜ ਨੰਗੇ ਕਦਮ ਜਾ ਰਹੇ ਹਨ ਤੇ ਮਹਾਰਾਜ ਦੇ ਕਦਮਾਂ ਨੇ ਭਾਰੇ ਹਨ। ਕਿਤੇ ਮਹਾਰਾਜ ਦੇ ਕਦਮਾਂ ਦੇ ਵਿੱਚ ਕੰਡੇ ਵੱਜੇ, ਨੰਗੇ ਪੈਰ ਮਹਾਰਾਜ ਸੰਭਲਦੇ ਹੋਏ ਚਲੇ ਜਾ ਰਹੇ ਹਨ। ਮਹਾਰਾਜ ਜਦੋਂ ਚੱਲਦੇ ਚੱਲਦੇ ਇੱਥੋਂ 7 ਕਿਲੋਮੀਟਰ ਦੀ ਦੂਰੀ ਤੇ ਚਮਕੌਰ ਤੋਂ ਇੱਕ ਥਾਂ ਸੀ ਜੰਡ ਸਾਹਿਬ ਜਿੱਥੇ ਬਣਿਆ ਹੋਇਆ, ਉੱਥੇ ਮਹਾਰਾਜ ਜਦੋਂ ਪਹੁੰਚੇ ਤੇ ਮਹਾਰਾਜ ਨੇ ਇੱਕ ਵੱਡਾ ਜੰਡ ਦਾ ਵੱਡਾ ਪਸਾਰਾ ਜਿਹਾ ਦੇਖ ਕੇ ਮਹਾਰਾਜ ਉਹਦੇ ਹੇਠਾਂ ਲੁਕ ਗਏ। ਆਰਾਮ ਕਰਨ ਦੇ ਲਈ ਮਹਾਰਾਜ ਬੈਠ ਗਏ, ਕਿਉਂਕਿ ਮਹਾਰਾਜ 6 ਪੋਹ ਦੇ ਨਿਕਲੇ ਨੇ। ਇੱਕ ਘੜੀ ਦਾ ਆਰਾਮ ਨਹੀਂ ਕੀਤਾ ਮਹਾਰਾਜ ਨੇ। ਸਾਡੀ ਇੱਕ ਰਾਤ ਕਿਤੇ ਕਿਸੇ ਕੰਮ ਕਰਕੇ ਸਾਨੂੰ ਆਰਾਮ ਕਰਨਾ ਨਸੀਬ ਨਾ ਹੋਵੇ, ਅਸੀਂ ਸਾਰਾ ਦਿਨ ਪਰਿਵਾਰ 'ਚ ਲੱਟ ਲਾਈ ਜਾਂਦੇ ਹਾਂ। ਮੈਂ ਰਾਤੀ ਰੈਸਟ ਨਹੀਂ ਕਰ ਸਕਿਆ, ਅੱਜ ਮੈਂ ਸਾਰਾ ਦਿਨ ਰੈਸਟ ਕਰਾਂਗਾ। ਖਾਲਸਾ ਪੰਥ ਦਾ ਵਾਲੀ 5-6 ਪੋਹ ਦਾ ਆਨੰਦਗੜ੍ਹ ਦੇ ਕਿਲੇ ਨੂੰ ਛੱਡ ਕੇ ਨਿਕਲਿਆ ਹੈ। ਅੱਜ 9 ਪੋਹ ਦੀ ਸ਼ਾਮ ਹੋ ਗਈ ਹੈ, ਸਵੇਰ ਚੜ੍ਹਨ ਵਾਲੀ 10 ਪੋਹ ਦੀ। ਹੁਣ ਜਾ ਕੇ ਕੁਝ ਆਰਾਮ ਪਿਆ। ਮਹਾਰਾਜ ਜੇ ਆਰਾਮ ਕਰਨ ਲੱਗੇ, ਅਜੇ ਮਹਾਰਾਜ ਨੇ ਜੰਡ ਦਾ ਆਸਰਾ ਲੈ ਕੇ ਥੋੜੀ ਜਿਹੀ ਘਾਈ ਮਹਾਰਾਜ ਨੇ ਇਕੱਠੀ ਕੀਤੀ, ਵਿਛਾਈ। ਆਪਣਾ ਧਨੁੱਖ ਕਮਾਨ ਮਹਾਰਾਜ ਮਾੜਾ ਜਿਹਾ ਪਰਾਂ ਰੱਖਣ ਲੱਗੇ। ਸ਼ੋਰ ਹੋਇਆ, ਲਾਗੇ ਇੱਕ ਗੁੱਜਰ ਸੀ, ਉਹਨੇ ਜਾਣ ਕੇ, ਕਿਉਂਕਿ ਗਸ਼ਤੀ ਜਥੇ ਜਿਹੜੇ ਲੰਘ ਰਹੇ ਸਨ, ਹੁਣ ਗੱਲਾਂ ਤਾਂ ਇੰਝ ਜੁੜਦੀਆਂ ਨਾ ਕਿ ਹੁਣ ਇੱਥੋਂ ਪੁਲਿਸ ਵਾਲੇ ਪੈਟਰੋਲਿੰਗ ਕਰਦੇ ਲੰਘਦੇ, ਹੁਣ ਤੇ ਕੋਈ ਕਹਿ ਹੀ ਜਾਂਦੇ ਨੇ ਕਿ ਇਸ ਤਰ੍ਹਾਂ ਦੇ ਬੰਦੇ ਦੀ ਭਾਲ ਹੈ ਸਾਨੂੰ, ਤੇ ਜੇ ਪਤਾ ਲੱਗੇ ਤੇ ਭੱਜ ਕੇ ਦੱਸਿਓ ਤੇ ਤੁਹਾਨੂੰ ਨਾਲੇ ਇਨਾਮ ਦੇਵਾਂਗੇ, ਨਾਲੇ ਸ਼ਾਬਾਸ਼ ਦੇਵਾਂਗੇ। ਜਿਵੇਂ ਅੱਜ ਕੱਲ੍ਹ ਵੀ ਸਰਕਾਰਾਂ ਕਰਦੀਆਂ ਨੇ ਵੀ ਇੰਝ ਕਰੋਗੇ, ਫਲਾਣੇ ਦੀ ਸੂਚਨਾ ਦਿਓਗੇ, ਇੰਨਾ ਇਨਾਮ ਦੇਵਾਂਗੇ। ਤੇ ਜਿਹੜੇ ਜਥੇ ਉੱਥੋਂ ਲੰਘ ਕੇ ਗਏ ਹੋਣਗੇ, ਉਹਨਾਂ ਰੌਲਾ ਤੇ ਪਾਇਆ ਹੀ ਹੋਏਗਾ ਵੀ ਜੇ ਇਸ ਤਰ੍ਹਾਂ ਦਾ ਬੰਦਾ ਤੁਹਾਨੂੰ ਨਜ਼ਰ ਆਵੇ, ਜਿਹੜਾ ਸ਼ਸਤਰਾਂ ਦੇ ਤੀਰ ਕਮਾਨ ਦੇ ਨਾਲ ਸੱਜਿਆ ਹੋਵੇ, ਕੋਈ ਵੱਡਾ ਸੈਨਾਪਤੀ ਲੱਗਦਾ ਹੋਵੇ, ਜੇ ਨਜ਼ਰ ਆਵੇ ਤਾਂ ਸਾਨੂੰ ਖਬਰ ਦਿਓ। ਉਸ ਗੁੱਜਰ ਨੇ ਰੌਲਾ ਪਾਉਣਾ ਸ਼ੁਰੂ ਕੀਤਾ। ਮਹਾਰਾਜ ਨੇ ਦੂਰੋਂ ਇਸ਼ਾਰਾ ਕਰਕੇ ਕਿਹਾ, ਸ਼ਾਂਤ ਰਹਿ, ਰੌਲਾ ਪਾਉਣ ਦੀ ਲੋੜ ਨਹੀਂ। ਪਰ ਉਹਨੂੰ ਇਹੀ ਇਹ ਕਿ ਫੜਾ ਦਿਆਂਗਾ, ਮਾਇਆ ਹੱਥ ਆਏਗੀ। ਪਰ ਇਹ ਮਾਇਆ ਬੜੀ ਟੇਢੀ ਚੀਜ਼ ਹੈ, ਕਈ ਵਾਰੀ ਜ਼ਿੰਦਗੀ ਵੀ ਲੈ ਜਾਂਦੀ ਹੁੰਦੀ। ਗੰਗੂ ਵਰਗੇ ਦੀ ਵੀ ਜ਼ਿੰਦਗੀ ਇਸੇ ਕੰਮ 'ਚ ਹੀ ਗਈ ਸੀ। ਮਹਾਰਾਜ ਨੇ ਕਿਹਾ ਕਿ ਤੂੰ ਸ਼ਾਂਤ ਰਹਿ, ਤੈਨੂੰ ਅਸੀਂ ਖੰਜਰ ਦੇ ਦਿੰਦੇ ਹਾਂ, ਹੀਰਾ ਜੜਿਆ ਉਹਦੇ ਵਿੱਚ, ਤੂੰ ਆਨੰਦ ਲਈ ਜ਼ਿੰਦਗੀ ਆਪਣੀ 'ਚ। ਪਰ ਉਹਨੂੰ ਉਹ ਗੱਲ, ਮਾਇਆ ਦਾ ਭਰਮ ਚੜਿਆ ਹੋਇਆ, ਦੂਜਾ ਮੁਸਲਮਾਨ ਜਾਤ ਵਿੱਚੋਂ ਹੋਣ ਕਰਕੇ ਵੈਸੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਾਲ ਖਾ ਰਿਹਾ, ਉਹਦੀ ਬਹੁਤ ਜ਼ਿਆਦਾ ਉੱਛਣ ਲੱਗਾ। ਮਹਾਰਾਜ ਨੇ 4 ਕਦਮਾਂ ਦੇ ਛੜੱਪੇ ਮਾਰੇ ਤੇ ਮਾਰੀ ਤਲਵਾਰ, ਸਿਰ ਲਾ ਕੇ ਉਹ ਮਾਰਿਆ ਉਸ ਗੁੱਜਰ ਦਾ, ਤੇ ਗੁਰੂ ਸਾਹਿਬ ਜੀ ਬੜੇ ਆਰਾਮ ਨਾਲ ਜੰਡ ਹੇਠਾਂ ਪਏ।
महाराज ने किते आनंदपुर साहब महाराज की शान सी, जिथे महाराज ने कदे बड़े आराम दे जिंदगी दे दिन बतीत किए, पर उस कलगीधर पातशाह दे अंदर जिहड़ी दरवेशी पई है, असीं कहने आ जी असीं आह दिनां दे विच फर्श ते सौना है। असीं क्यों सौना है? साडा गुरु सुत्ता होया है। महाराज ने जिहड़ी चमकौर गढ़ी दे विच कोई बैड तो नहीं लगे सी भी बड़े ऑर्थोपैडिक गद्दे लगे सी जिहड़े बॉडी नूं रिलैक्स कर देण। कित्थे महाराज ने आराम किया होएगा? नहीं किया होएगा किते भी। अज जे रड़े जमीन महाराज विराम कर रहे हैं, साडे पंथ दे वाली ने रड़े मैदान सुते ने, ते सानू रड़े मैदान सौण च किन्नी कि हिजक हो सकती है जी। साडे ते मुरशद ने पूरने पाए ने। इत्थों महाराज चल के जंड साहब तो फिर महाराज पूरी सुग लैके कि गश्ती जत्थे किधर किधर होणगे। दया सिंह धर्म सिंह मान सिंह नूं कहा 17 सिद्ध विच निकल आए। हुण गश्ती जत्थियां की खबर महाराज नूं कनसोब पता लगदी रही। महाराज इत्थों चल के महाराज जी अगे महाराज ने देखा कि झाड़ां दे विच आसरा लेना सही है। झाड़ां दे विच संघने झाड़ सन, महाराज उत्थे चले गए। उत्थे जाके महाराज ने कुछ बेर देखे। महाराज ने बेरियां नालों बेर थोड़े जे तोड़े, निके निके अपना भोजन किया। महाराज ने दुनिया दे विच भीलणी दे बेर मशहूर ने कि उन्हें राम जी नूं खवाए सन। झाड़ साहब दियां वो बेरियां भी मुबारक ने जिन्हां तो कलगीधर पातशाह ने जिस महाराज के सामने 36 प्रकार के पकवान पए हुंदे सन ते गुरु साहब की रसना के लायक हो जाण सेवक रजोइयां करते हैं, उस महाराज ने अज अपने हत्थीं नाले बेरी कंढे मारदी है ते नाले बेर दिंदी है। कलगीधर पातशाह ने बेर खा के उत्थे विराम किया। महाराज ने झाड़ साहब गुरुद्वारा बनया होया। इत्थों महाराज ने जदों देखा कि दिन काफ़ी टलदा जा रहा है, गश्ती जथे जिहड़े अगे लंघे हैं, क्योंकि वो भी अन्ने होए हुंदे आ ना। हुण जिन्हां दे हत्थ सैना गुरु गोबिंद सिंह साहब आए नहीं कि वो एक जगह वो तो अन्ने हो गए होणगे, उन्हां दी भाल दे विच पता नहीं कित्थों दे कित्थे निकल गए होणगे। गुरु गोबिंद सिंह साहब महाराज ने देखे गश्ती जथे बड़े अगे निकल गए हैं। महाराज इत्थों निकल के गुरु साहब जी सहजो माजरा पवात हुंदियां होया महाराज ने देखा कि सामने गुरु साहब जी ने देखा माछीवाड़ा आ गया। ये सतलुज का पत्तन लंघण करके जिहड़ी वड्डी नहर वगदी सी, इत्थे माछी जिहड़े लोग सन अपणियां बेड़ियां बंन दिंदे सन। इत्थे महाराज आए ते महाराज ने इत्थे आके गुरु गोबिंद सिंह साहब महाराज ठहर गए। ते महाराज किन्ना चिर नहीं चले। साडे इतिहासक ग्रंथां ने लिखा कि महाराज दे कदम इन्ने ज़्यादा कंडियां नाल झाड़ां ककीरां जंडां दे विचों लंघदियां होइयां इन्ने ज़्यादा छलनी हो गए सन कि महाराज कोलों एक कदम रखना भी बड़ा मुश्किल सी। पर खालसा पंथ दे वाली ने उठ के खूह देखा, ਉਹਦੇ ਵਿੱਚੋਂ जल पीता तो फिर महाराज ने ਉਹਦੀ एक टिंड कढ़ के महाराज कलगीधर पातशाह ने देखा कि राह ये जंड है। सानू अपने कल्चर दे विच सिर्फ 2 जंड याद रखने चाहिए ने। एक जंड जिहड़ा जिथे महाराज जी ने विराम किया माछीवाड़ा साहब वाला, ते एक जंड सानू लक्ष्मण सिंह धारोवाली वाला याद रखना चाहिए। जे सिख हुंदे आ सानू मिर्जे वाला जंड याद है तो समझो लानत है साडे ते। अज सारिਆਂ ਨੂੰ पता मिर्जे का जंड की है, किसी ਨੂੰ ਇਹ नहीं पता कि महाराज ने इस जंड हेठा विराम किया तो एक जंड के नाल बन के लक्ष्मण सिंह धारोवाली साड़िया गया ननकाना साहब के साके। सानू अपने इतिहास का ही नहीं पता, सानू कल्चर का सारे का पता है, उहदियां असीं वीडियो कढ़ कढ़ के नैट ते वेखने आ। महाराज ने इस जंड हेठा लिया के टिंड रख के महाराज जी ने विश्राम किया। इत्थे महाराज इन्ने ज़्यादा थकावट नाल चूर होए ने। महाराज सुरत पूरी चढ़दी कला विच है, पर शरीर महाराज जी का एक साडे इतिहासकार ने निर्णय किया कि कलगीधर पातशाह ने इत्थे आके जदों लम्मे पैण लग्या, जिवें आपां सौण लगदे अपने जिहड़े चोले का मगरला हिस्सा आपां कई वारी कर लैने ना चंगी तरह अपनी पिठ दे उपर चंगी तरह कर लेने। कहते जो महाराज कर लगे तो महाराज ने देखा कि एक जिहड़ी हुंदी आ कंडियां दी झाड़ी जी हुंदी है ना कई बारी वो कड़ी हुई, कहते महाराज ने जोर नाल खिंची, महाराज के हत्थ सारे लहू नाल भर गए। तो महाराज ने देखा कि जामा भी लीरो लीर अज। जिस कलगीधर पातशाह के सामने करोड़ों रुपए के दुशालियां की शान अधूरी हुंदी सी, अज उन्हें अपना दरवेशी रूप धारण किया तो महाराज दे एक पासे हत्थां चों लहू निकल रहा है, पाक रत वह रही है महाराज दी, निके निके कंडे वज के
ਤੇ ਮਹਾਰਾਜ ਨੇ ਆਪਣੇ ਥੋੜਾ ਜਿਹਾ ਜਾਮੇ ਨੂੰ ਸੰਭਾਲਿਆ। ਮਹਾਰਾਜ ਨੇ ਉਵੇਂ, ਪਰ ਜਿਹਦੀ ਰੂਹ ਰੱਬ ਦੇ ਰੰਗ ਵਿੱਚ ਰੰਗੀ, ਮਹਾਰਾਜ ਨੇ ਕਮਾਨ, ਆਪਾਂ ਚਿੱਤਰ ਬਣਿਆ ਵੇਖਦੇ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ, ਅੱਜ ਬਹੁਤਾ ਠੀਕ ਨਹੀਂ ਬਣਿਆ ਹੋਇਆ ਉਹ। ਮਹਾਰਾਜ ਦੇ ਕੋਲ ਤੀਰ ਕਮਾਨ ਵੀ ਸਨ। ਮਹਾਰਾਜ ਦੇ ਕਮਰ ਕੱਸੇ ਦੇ ਵਿੱਚ ਇੱਕ ਪੇਚਕਸ ਸੀ, ਇੱਕ ਕਟਾਰ ਸੀ ਤੇ ਇੱਕ ਖੰਜਰ ਸੀ ਮਹਾਰਾਜ ਦੇ ਕੋਲ। ਤੇ ਮਹਾਰਾਜ ਦੇ ਕਮਰ ਕੱਸਾ ਵੱਡਾ ਲੱਗਿਆ ਹੋਇਆ ਸੀ ਤੇ ਮਹਾਰਾਜ ਨੇ ਛਾਤੀ ਵਾਲੀ ਜਿਹੜੀ ਉੱਪਰਲੀ ਕਵਚ ਉਹ ਵੀ ਪਹਿਨਿਆ ਹੋਇਆ ਸੀ। ਅਸੀਂ ਤਾਂ ਚਿੱਤਰ ਹੀ ਬੜਾ ਨਿਕੰਮਾ ਜਿਹਾ ਬਣਾਇਆ ਹੋਇਆ, ਉਹ ਤਾਂ ਠੀਕ ਨਹੀਂ ਹੈਗਾ, ਉਹ ਕਲਪਨਾ ਨਹੀਂ ਸਹੀ ਹੁੰਦੀ ਉਹਦੇ ਨਾਲ। ਮਹਾਰਾਜ ਨੇ ਧਨੁੱਖ ਕਮਾਨ ਇੱਕ ਸਾਈਡ ਤੇ ਰੱਖਿਆ। ਮਹਾਰਾਜ ਨੇ ਬਾਅਦ ਦੇ ਵਿੱਚ ਜਿਹੜੀ ਸ਼ਮਸ਼ੀਰ ਹੈ ਉਹ ਮਹਾਰਾਜ ਨੇ, ਦੇਖੋ ਜਿਹੜਾ ਸੂਰਬੀਰ ਹੈ ਉਹ ਕਦੇ ਸੂਰਬੀਰਤਾ ਨਹੀਂ ਛੱਡਦਾ। ਮਹਾਰਾਜ ਜੀ ਨੇ ਜਿਹੜੀ ਸ਼ਮਸ਼ੀਰ ਹੈ ਉਹ ਜਿਹੜੀ ਹੈ ਮਿਆਨ ਵਿੱਚੋਂ ਮਹਾਰਾਜ ਨੇ ਕੱਢ ਕੇ ਤੇ ਬਿਲਕੁਲ ਮਹਾਰਾਜ ਨੇ ਉਸ ਮੁਦਰਾ ਵਿੱਚ ਫੜੀ ਹੋਈ ਹੈ ਕਿ ਜਦੋਂ ਹੀ ਦੁਸ਼ਮਣ ਦਾ ਪਤਾ ਲੱਗੇ ਤੁਰੰਤ ਵਾਰ ਕਰਕੇ ਘਾਲ ਕਰ ਦਿਆਂਗੇ। ਸੁੱਤੇ ਹੋਇਆਂ ਵੀ ਮਹਾਰਾਜ ਦੀ ਸੂਰਬੀਰਤਾ ਪੂਰੀ ਪ੍ਰਚੰਡ ਹੈ। ਨੀਂਦ ਦੇ ਵਿੱਚ ਮਹਾਰਾਜ ਆਪਣੀ ਸੁਰਤ ਮਹਾਰਾਜ ਦੀ ਥੋੜ੍ਹੀ ਇਕਾਗਰ ਹੋਈ, ਚੇਤਿਆਂ 'ਚੋਂ ਸਾਰੀਆਂ ਗੱਲਾਂ 10ਵੇਂ ਪਾਤਸ਼ਾਹ ਦੇ ਨਿਕਲ ਗਈਆਂ। ਕਿੱਥੋਂ ਮਹਾਰਾਜ ਦੀ ਜ਼ਿੰਦਗੀ ਦਾ ਸਿਲਸਿਲਾ ਸ਼ੁਰੂ ਹੋਇਆ, 1675 ਤੋਂ ਧਰਮ ਯੁੱਧ ਦਾ ਪਹਿਲਾਂ ਪਿਤਾ ਤੋਰਿਆ, ਸਾਰੀ ਚੇਤਿਆਂ 'ਚ ਗੱਲਾਂ ਘੁੰਮਦੀਆਂ ਨਾ ਬੰਦੇ ਦੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਚੇਤਿਆਂ ਵਿੱਚ ਅਨੰਦਪੁਰ ਸਾਹਿਬ ਤੋਂ ਲੈ ਕੇ ਸਭ ਕੁਝ ਲੰਘ ਗਿਆ। ਚਮਕੌਰ ਦੀ ਗੜੀ ਲੰਘ ਗਈ, ਸਾਰੀਆਂ ਝਾੜਾਂ ਲੰਘ ਗਈਆਂ। ਮਹਾਰਾਜ ਕਿਉਂਕਿ ਜਿਹੜਾ ਅੰਦਰੋਂ ਪ੍ਰੀਤਵਾਨ ਹੈ ਨਾ, ਜੇ ਪੰਚਮ ਪਾਤਸ਼ਾਹ ਨੇ ਤੱਤੀ ਤਵੀ ਤੇ ਬਹਿ ਕੇ ਕਿਹਾ ਤੇਰਾ ਕੀ ਆ ਮਿੱਠਾ ਲਾਗੇ, ਗੁਰੂ ਜੋਤ ਤੇ ਉਹੀ ਹੈ ਨਾ, ਫਰਕ ਥੋੜਾ ਹੈਗਾ ਉਹਦੇ 'ਚ। ਜੇ ਨੌਵੇਂ ਪਾਤਸ਼ਾਹ ਬਾਰੇ ਕਿਹਾ ਸੀਸ ਦੀਆ ਪਰ ਸਿਰ ਨਾ ਦੀਆ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਰਾ ਕੁਝ ਲੁਟਾ ਕੇ ਆ ਵੀ ਗਏ ਨੇ, ਤੇ ਕੀ ਉਹਨਾਂ ਦੇ ਅੰਦਰਲੀ ਅਵਸਥਾ 'ਚ ਕੋਈ ਫਰਕ ਆ ਗਿਆ ਹੋਏਗਾ? ਨਹੀਂ। ਮਾਲਕ ਦੀ ਪ੍ਰੀਤ ਵਿੱਚ ਰੰਗਿਆ ਮਹਾਰਾਜ ਨੇ। ਇੱਕ ਪਾਸੇ ਤੇਗ ਆਪਣੇ ਸੀਨੇ ਨੂੰ ਲਾ ਕੇ ਬੈਠੇ ਨੇ, ਜਾਮਾ ਲੀਰੋ ਲੀਰ ਹੈ, ਕਦਮ ਮਹਾਰਾਜ ਦੇ ਲਹੂ ਦੇ ਨਾਲ ਰੰਗੇ ਹੋਏ ਨੇ, ਪੈਰ ਸੁੱਜੇ ਹੋਏ ਨੇ ਮਹਾਰਾਜ ਜੀ ਦੇ। ਟਿੰਡ ਦਾ ਸਰਾਣਾ ਹੈ। ਇਹਨਾਂ ਟਿੰਡ ਦੇ ਸਰਾਣ, ਜਿਹੜੀ ਖੂਹ ਦੀ ਟਿੰਡ ਦੇ ਸਰਾਣੇ ਦੀ ਰਮਜ ਬੜੀ ਚੰਗੀ ਹੈ। ਕਿਉਂ ਲਾਇਆ ਮਹਾਰਾਜ ਨੇ? ਕੋਈ ਹੋਰ ਚੀਜ਼ ਕਿਉਂ ਲਾ ਲੈਂਦੇ ਮਹਾਰਾਜ? ਕਿਉਂ ਲਾਇਆ? ਟਿੰਡਾਂ ਦੇ ਵਿੱਚ ਇੱਕ ਰਮਜ ਪਈ ਹੈ ਕਿ ਟਿੰਡ ਜਦੋਂ ਚੱਲਦਾ ਨਾ, ਖੂਹ ਜਦੋਂ ਥੱਲੇ ਜਾਂਦੀ ਹੈ ਭਰੀ ਹੁੰਦੀ ਹੈ, ਜਦੋਂ ਉੱਪਰ ਆਉਂਦੀ ਹੈ ਖਾਲੀ ਹੋ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਟਿੰਡ ਦੇ ਸਰਾਣੇ ਲਾਉਣ ਦਾ ਮਤਲਬ ਸੀ ਕਿ ਮੈਂ ਜਦੋਂ ਅਨੰਦਪੁਰ ਸਾਹਿਬ ਤੋਂ ਚੱਲਿਆ ਸਾਂ, ਮੇਰੇ ਨਾਲ ਏਡਾ ਵੱਡਾ ਦਲ, ਇੰਨਾ ਵੱਡਾ ਪਰਿਵਾਰ ਹੈ, ਤੇ ਇੱਥੇ ਆ ਕੇ ਮੇਰੇ ਕੋਲ ਮੈਂ ਇਕੱਲਾ ਹਾਂ। ਇਸ ਕਰਕੇ ਜੀਵਨ ਖੂਹ ਦੀਆਂ ਟਿੰਡਾਂ ਵਰਗਾ ਹੈ, ਕਦੇ ਭਰਿਆ ਜਾਂਦਾ, ਕਦੇ ਖਾਲੀ ਹੋ ਜਾਂਦਾ। ਮਹਾਰਾਜ ਨੇ ਰਮਜ ਪ੍ਰਗਟ ਕੀਤੀ, ਆਪਾਂ ਉਹਨੂੰ ਬੜਾ ਸਰਲ ਜਿਹਾ ਬਣਾ ਕੇ ਬਹਿ ਗਏ ਹਾਂ। ਮਹਾਰਾਜ ਨੇ ਇੱਥੇ ਵਿਰਾਮ ਕੀਤਾ ਸੁਰਤ ਮਾਲਕ ਦੀ। ਅਸੀਂ ਕਹਿੰਦੇ ਦੁੱਖ ਦਾਰੂ ਸੁੱਖ ਰੋਗ ਪਿਆ, ਬਾਣੀ 'ਚ ਪੜ੍ਹਦੇ ਹਾਂ ਸਾਰੇ। ਦੁੱਖ ਨੂੰ ਪੂਜਣਾ ਚਾਹੀਦਾ। ਕਿਉਂ ਦੁੱਖ ਨੂੰ ਪੂਜਣਾ ਚਾਹੀਦਾ ਹੈ? ਸਾਡੀ ਸੁਰਤ ਨੂੰ ਇਕਾਗਰ ਬੜਾ ਕਰਦਾ। ਕਲਗੀਧਰ ਪਾਤਸ਼ਾਹ ਦੇ ਚੇਤਿਆਂ ਵਿੱਚ ਸਾਰਾ ਕੁਝ ਲੰਘਿਆ ਮਹਾਰਾਜ ਦੇ। ਦੁਨੀਆ ਦੇ ਵਿੱਚ ਜੇ ਕਦੇ ਦੇਖੋ ਨਾ, ਇੰਨੇ ਜੰਗਾਂ ਯੁੱਧਾਂ ਤੋਂ ਬਾਅਦ ਰੱਬੀ ਪ੍ਰੀਤ ਦਾ ਗੀਤ ਪੈਦਾ ਹੋਣਾ ਅਸੰਭਵ ਹੈ। ਝੌਰੇ ਹੋ ਸਕਦੇ ਨੇ, ਹੋਰ ਕਈ ਕੁਝ ਹੋ ਸਕਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਸੁਰਤ 52 ਕਵੀਆਂ ਦੇ ਵਿੱਚ ਸਿਰਮੌਰ ਕਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਜਿਨ੍ਹਾਂ ਦੇ ਅੱਜ ਵੀ ਦਸਮ ਗ੍ਰੰਥ ਦੀ ਬਾਣੀ ਪੜ੍ਹ ਲਓ ਨਾ, ਮੁਰਦਿਆਂ 'ਚ ਰੂਹ ਆ ਜਾਂਦੀ, ਜਾਨ ਆ ਜਾਂਦੀ। ਮਹਾਰਾਜ ਨੇ ਇੱਕ ਰੱਬੀ ਪ੍ਰੀਤ ਦਾ ਤਰਾਨਾ ਛੇੜਿਆ, ਖਿਆਲ ਪਾਤਸ਼ਾਹੀ 10ਵੀਂ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਰ ਸੁਰਾਹੀ ਖੰਜਰ ਪਿਆਲਾ, ਪੱਠ ਖੇੜਿਆਂ ਦਾ ਰਹਿਣਾ ਜ਼ਿਕਰ ਮਿਲਦਾ ਹੈ। ਜਾਰੜੇ ਦਾ ਸਾਨੂੰ ਸੱਥਰ ਚੰਗਾ, ਪੱਠ ਖੇੜਿਆਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ ਹੀ ਸ਼ਬਦ ਪੂਰਾ। ਹੁਣ ਮਹਾਰਾਜ ਨੇ ਇੱਕ ਵਾਰੀ ਕਿਤੇ ਗਾਇਆ ਹੋਏਗਾ? ਜਿਹੜੇ ਮਹਾਰਾਜ ਸਰਸਾ ਦੇ ਕੰਢੇ, ਇਹੀ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜ਼ਿੰਦਗੀ ਦੀ ਸਭ ਤੋਂ ਵੱਡੀ ਅਜ਼ਮਤ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ 52 ਤਾਰਾਂ ਵਾਲਾ ਤਉਸ ਫੜ ਕੇ ਵਜਾਇਆ ਸਰਸਾ ਦੇ ਕੰਢੇ। ਅੱਜ ਮਹਾਰਾਜ ਕੋਲ ਸਾਜ਼ ਨਹੀਂ ਹੈਗਾ, ਪਰ ਮਹਾਰਾਜ ਦਾ ਗਲਾ ਹੀ ਸਾਜ਼ ਹੈ, ਮਹਾਰਾਜ ਦਾ ਗਲਾ ਹੀ ਗੀਤ ਹੈ।
ਕਿੰਨੀ ਵਾਰੀ ਮਹਾਰਾਜ ਨੇ ਗਾਇਆ, ਮਹਾਰਾਜ ਗਾਉਂਦੇ ਗਾਉਂਦੇ ਗਹਿਰੀ ਨੀਂਦ ਵਿੱਚ ਚਲੇ ਗਏ। ਤੇ ਮਹਾਰਾਜ ਨੇ ਗਹਿਰੀ ਨੀਂਦ, ਉਹ ਜੰਡ ਪੂਜਣ ਯੋਗ ਨੇ, ਉਹ ਧਰਤੀਆਂ ਪੂਜਣ ਯੋਗ ਨੇ, ਜਿੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਰਾ ਸਰਬੰਸ ਵਾਰ ਕੇ ਇੱਕ ਚੈਨ ਦੀ ਨੀਂਦ ਲਈ। ਭਾਵੇਂ ਅਸੀਂ ਉਹਨੂੰ ਚੈਨ ਦੀ ਕਹਿ ਰਹੇ ਹਾਂ, ਚੈਨ ਦੀ ਨਹੀਂ ਹੋ ਸਕਦੀ, ਪਰ ਕਿਉਂਕਿ ਗੁਰੂ ਸਭ ਤੋਂ ਉੱਚੀ ਸੁਰਤ ਦਾ ਮਾਲਕ ਹੁੰਦਾ ਹੈ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਮਾਛੀਵਾੜੇ ਜਿਹੜੀ ਰਾਤ ਗੁਜ਼ਾਰੀ, ਇਹ ਮਹਾਰਾਜ ਦੀ ਇੱਕ ਚੈਨ ਭਰੀ ਰਾਤ ਹੈ। ਕਿਉਂ ਹੈ ਇਹਦਾ ਮੈਂ ਜ਼ਿਕਰ ਕਰਦਾ। ਗੁਰੂ ਸਾਹਿਬ ਨੇ ਖਾਲਸਾ ਸਾਜਿਆ ਸੀ, ਪਰਿਵਾਰ ਸਾਜਿਆ ਸੀ, ਤੇ ਮਹਾਰਾਜ ਨੇ ਸੰਕਲਪ ਪ੍ਰਗਟ ਕੀਤੇ ਸਨ ਕਿ ਸਾਰਾ ਕੁਝ ਅਕਾਲ ਪੁਰਖ ਦੀ ਭੇਟ ਚੜਾਵਾਂਗਾ। ਅਸੀਂ ਕਿਸੇ ਨੂੰ ਉਹਦੀ ਇਮਾਨਤ ਵਾਪਸ ਕਰਦੀ ਨਾ, ਸਾਡੇ ਕੋਲ ਕੋਈ ਮਹੀਨੇ ਭਰ ਲਈ ਰੱਖ ਜੇ ਕੋਈ ਲੱਖ ਰੁਪਈਆ ਹੀ, ਜਿੱਦਣ ਵਾਪਸ ਕਰਦੀ ਸ਼ੁਕਰ ਕਰੀਦਾ ਕਿਤੇ ਚੋਰੀ ਨਹੀਂ ਹੋ ਗਈ, ਕਿਤੇ ਘਟ ਨਹੀਂ ਗਈ, ਕੋਈ ਕਿਤੇ ਵਿੱਚ ਵਿਘਨ ਨਹੀਂ ਪੈ ਗਿਆ ਕੋਈ। ਦਸਵੇਂ ਪਾਤਸ਼ਾਹ ਨੇ ਖਾਲਸਾ ਪੰਥ ਅਕਾਲ ਪੁਰਖ ਦੀ ਇਮਾਨਤ ਸੀ। ਆਨੰਦਪੁਰ ਸਾਹਿਬ ਤੋਂ ਛੜੇ ਸ਼ਹੀਦੀਆਂ ਦੇ ਜਾਮ 'ਚ ਸਾਰੇ ਉਹਨਾਂ ਨੂੰ ਭੇਟ ਕਰਦੇ ਗਏ। 2 ਲਾਲ ਵੀ ਭੇਟ ਕਰ ਦਿੱਤੇ, ਪਿਆਰੇ ਵੀ ਭੇਟ ਕਰ ਦਿੱਤੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇੱਥੇ ਆ ਕੇ ਅੱਧੇ ਸੁਰਖਰੂ ਹੋ ਗਏ ਨੇ ਕਿ ਅਕਾਲ ਪੁਰਖ ਦੀ ਇਮਾਨਤ ਉਹਨੂੰ ਅਦਾ ਕਰ ਦਿੱਤੀ ਹੈ। ਹੁਣ ਮੈਨੂੰ ਚੈਨ ਹੈ, ਮੈਨੂੰ ਭਾਵੇਂ ਆ ਕੇ ਲੱਖਾਂ ਦਾ ਦਲ ਘੇਰ ਲਵੇ, ਕੱਲਾ ਜੂਝ ਕੇ ਸ਼ਹੀਦ ਹੋ ਜਾਵਾਂਗਾ, ਪਰ ਇੰਨਾ ਕਿ ਜਿੰਨੀ ਇਮਾਨਤ ਮੈਨੂੰ ਅਕਾਲ ਪੁਰਖ ਨੇ ਸੌਂਪੀ ਮੈਂ ਉਹਦੇ 'ਚੋਂ ਅੱਧੀ ਅਦਾ ਕਰਾਂ। ਅੱਧੀ ਅਦਾ ਕਰਨ ਦਾ ਮਤਲਬ ਕੀ ਹੈ? ਪਿਤਾ ਤੇ ਦੋਵੇਂ ਪੁੱਤਰ ਸ਼ਹੀਦ ਹੋ ਗਏ ਨੇ, ਇੱਕ ਬਿਰਧ ਮਾਤਾ ਮਗਰ ਹੈ ਤੇ 2 ਛੋਟੇ ਲਾਲ ਮਗਰ ਨੇ। ਅੱਧੀ ਇਮਾਨਤ ਅਦਾ ਹੋ ਗਈ। ਸੁਰਖਰੂ ਮਹਾਰਾਜ ਬੜੇ ਆਰਾਮ ਨਾਲ ਮਹਾਰਾਜ ਸੁੱਤੇ। ਬਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਤਾਰੀ ਦੀ ਸੇਧ ਵਿੱਚ ਨਿਕਲਦਿਆਂ ਜਦੋਂ ਇੱਥੇ ਜੰਗਲ ਦੇ ਵਿੱਚ ਆਏ, ਲੱਭਦੇ ਕਦੇ ਇੱਧਰ ਲੱਭੋ ਕਦੇ ਉੱਧਰ ਲੱਭੋ, ਆਵਾਜ਼ਾਂ ਦਿੰਦੇ ਜਾਂਦੇ ਹਨ। ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਮਾਛੀਵਾੜੇ ਜੰਗਲ 'ਚ ਮਹਾਰਾਜ ਬੈਠੇ ਹਨ। ਸਰਦੀ ਦਾ ਪੋਹ ਦਾ ਕਹਿਰ ਹੈ ਤੇ ਮਹਾਰਾਜ ਦੇ ਹੱਥ ਵਿੱਚ ਗੁਲ ਛੁਤਰਾਣ ਪਿਆ ਹੋਇਆ ਸੀ। ਗੁਲ ਛੁਤਰਾਣ ਕੀ ਹੁੰਦਾ? ਜਦੋਂ ਤੀਰ ਚਲਾਉਂਦੇ ਆ ਨਾ, ਤੇ ਤੀਰ ਦੀ ਬਾਗੜ ਨੂੰ ਜਦੋਂ ਬਾਰ-ਬਾਰ ਖਿੱਚੀਏ ਤੇ ਅੰਗੂਠਾ ਛਿੱਲਿਆ ਜਾਂਦਾ ਹੈ, ਤੇ ਉਹਦੇ ਫਿਰ ਚਮੜੇ ਦੀ ਇੱਕ ਕੈਪ ਜੀ ਬਣੀ ਹੁੰਦੀ, ਉਹਨੂੰ ਗੁਲ ਛੁਤਰਾਣ ਕਹਿੰਦੇ ਨੇ। ਤੇ ਉਹਦੇ ਮਗਰ ਇੱਕ ਹੀਰਾ ਜੜਿਆ ਹੋਇਆ ਸੀ। ਕਲਗੀਧਰ ਪਾਤਸ਼ਾਹ ਨੇ ਜਿਹੜੀ ਤਲਵਾਰ ਦੇ ਉੱਪਰ ਆਪਣਾ ਹੱਥ ਫਸਾਇਆ ਹੋਇਆ ਸੀ, ਉਹ ਗੁਲ ਛੁਤਰਾਣ ਜਦੋਂ ਚਮਕ ਰਿਹਾ ਸੀ, ਉਹਦੀ ਚਮਕਦੀ ਹੋਈ ਇੱਕ ਪ੍ਰਕਾਸ਼ ਦੀ ਕਿਰਨ ਦੇਖੀ ਭਾਈ ਧਰਮ ਸਿੰਘ ਨੇ। ਉਹਨੇ ਭਾਈ ਦਇਆ ਸਿੰਘ ਨੂੰ, ਮਾਨ ਸਿੰਘ ਨੂੰ ਆਵਾਜ਼ ਦਿੱਤੀ ਕਿ ਉਹ ਜਿਹੜਾ ਚਮਕਦਾ ਹੋਇਆ ਨਾ ਗੁਲ ਛੁਤਰਾਣ, ਇਹ ਕਲਗੀਧਰ ਦਾ ਹੀ ਹੋ ਸਕਦਾ। ਕੁਝ ਐਸੀਆਂ ਚੀਜ਼ਾਂ ਨੇ ਜਿਹੜੀਆਂ ਕਲਗੀ, ਮਤਲਬ ਦੁਨੀਆ ਦੀਆਂ ਸਭ ਤੋਂ ਬਿਹਤਰੀਨ ਚੀਜ਼ਾਂ ਕਲਗੀਧਰ ਕੋ ਹੋ ਸਕਦੀਆਂ ਨੇ। ਕਦੇ ਪ੍ਰਸ਼ਾਦੀ ਹਾਥੀ ਵਰਗਾ ਪੰਚ ਕਲਾ ਵਾਲਾ ਸ਼ਸਤਰ, 1.25 ਲੱਖ ਦੀ ਚੰਦਨ ਦੀ ਚੌਂਕੀ, ਕਦੇ 2.5 ਲੱਖ ਦਾ ਕਨਾਤ ਤੰਬੂ ਸ਼ਮਿਆਨਾ, ਇਹ ਕੇਵਲ ਮਹਾਰਾਜ ਕੋ ਨੀਲੇ ਸ਼ਾਹ ਦਾ ਸਵਾਰ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਹੀ ਸੌਂਦੀਆਂ, ਉਹਨਾਂ ਕੋਈ ਹੋ ਸਕਦੀ। ਆਏ ਜਦੋਂ ਭਾਲਦਿਆਂ ਇਹਨਾਂ ਪਿਆਰਿਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਸ ਸ਼ਾਨ ਦੇ ਦਰਸ਼ਨ ਕੀਤੇ ਨੇ, ਜਿਹੜੀ ਸ਼ਾਨ ਦੇ ਸਾਹਮਣੇ ਭੀਮ ਚੰਦ ਵਰਗੇ ਸੜ ਕੇ ਸਵਾਹ ਹੋ ਗਏ ਸਨ ਤੇ ਆਪਣੇ ਆਪ 'ਚ ਹੀਣਤਾ ਮਹਿਸੂਸ ਕਰਦੇ ਸਨ। ਜਿਹੜੇ ਦਰਬਾਰ ਦੀ ਸ਼ਾਨ ਸੁਣ ਕੇ ਔਰੰਗਜ਼ੇਬ ਵਰਗੇ ਵੀ ਕਲਪਦੇ ਸਨ ਕਿ ਕਿਹੜਾ ਐਸਾ ਪੀਰੋ ਮੁਰਸ਼ਿਦ ਹੈ। ਜਦੋਂ ਇਹਨਾਂ ਨੇ ਦੇਖਿਆ ਕਿ ਸਾਡਾ ਮੁਰਸ਼ਿਦ, ਸਾਡਾ ਪੀਰ, ਸਾਡਾ ਗੁਰੂ, ਸਾਡਾ ਰਹਿਬਰ, ਸਾਡਾ ਵਾਲੀ ਚਰਨ ਕਵਲ ਗੁਰਦੁਆਰਾ ਸਾਹਿਬ ਹੈ, ਉਹਦਾ ਨਾਮ ਬੜਾ ਚੰਗਾ ਰੱਖਿਆ ਸਿੱਖਾਂ ਨੇ। ਭਾਵੇਂ ਉੱਥੇ ਮਹਾਰਾਜ ਦੇ ਕਦਮ ਛਲਣੀ ਹੋਏ ਪਹੁੰਚੇ ਨੇ, ਪਰ ਸਾਡੇ ਗੁਰੂ ਦੇ ਚਾਹੇ ਛਲਣੀ ਕਦਮ ਵੀ ਜਿੱਥੇ ਮਰਜ਼ੀ ਪੂਜਣ, ਸਾਡੇ ਲਈ ਉਹ ਪੂਜਣ ਯੋਗ ਬਣ ਜਾਂਦੇ ਨੇ। ਉੱਥੇ ਮਹਾਰਾਜ ਦੇ ਕਦਮਾਂ ਦੇ ਵਿੱਚ ਭਾਵੇਂ ਕੰਢੇ ਵੱਜੇ ਨੇ, ਪਰ ਅਸੀਂ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਕਮਲ ਵਾਂਗ ਪੂਜਦੇ ਹਾਂ। ਜਿਵੇਂ ਕਮਲ ਖਿੜਿਆ ਹੁੰਦਾ, ਕਮਲ ਦਾ ਰੰਗ ਗੁਲਾਬੀ ਹੁੰਦਾ। ਤੇ ਮੈਨੂੰ ਮੈਂ ਗਿਆ ਸੀ ਇੱਕ ਵਾਰੀ, ਕਲਪਨਾ ਮੇਰੇ ਮਨ 'ਚ ਆਈ, ਪਤਾ ਨਹੀਂ ਆਪਾਂ ਤਾਂ ਚਲੋ ਮਹਾਰਾਜ ਦੇ ਸੁਰਤ ਨਾਲ ਹੀ ਜੁੜ ਸਕਦੇ ਆ ਨਾ। ਜੇ ਕਦੇ ਬੱਚਿਆਂ ਦੇ ਚਰਨ ਕਦਮ ਦੇਖੋ ਨਾ, ਪੈਰ ਦੇਖੋ ਬੱਚਿਆਂ ਦੇ ਜਿਹੜੇ ਜੰਮੇ ਹੁੰਦੇ ਨਵੇਂ, ਥੋੜਾ ਗੋਰਾ ਨਿਸ਼ੋਹ ਰੰਗ ਹੋਵੇ ਨਾ, ਤੇ ਉਹਨਾਂ ਦੇ ਪੈਰ ਗੁਲਾਬੀ ਲੱਗਦੇ ਨੇ, ਹਲਕੇ ਗੁਲਾਬੀ ਭਾ ਮਾਰਦੇ ਹੋ ਨਜ਼ਰ ਆਉਂਦੇ ਨੇ। ਮਹਾਰਾਜ ਦੀ ਚਰਨ ਕਮਲ ਐਵੇਂ ਨਹੀਂ ਨਾਂ ਰੱਖ ਦਿੱਤਾ, ਭਾਵੇਂ ਲਹੂ ਦੇ ਨਾਲ ਸਿੰਮੇ ਹੋਏ ਨੇ ਮਹਾਰਾਜ ਦੇ ਚਰਨ, ਪਰ ਗੁਲਾਬੀ ਭਾ ਮਾਰਦੇ ਹੋਣਗੇ ਮਹਾਰਾਜ ਦੇ। ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਨੇ ਦੇਖਿਆ, ਮਨ ਪਸੀਜ ਗਏ ਉਹਨਾਂ ਦੇ, ਮਨ ਪਸੀਜ ਗਏ ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਦੇ ਕਿ ਸਾਡਾ ਰਹਿਬਰ
ਕਿੰਨੇ ਆਰਾਮ ਵਿੱਚ ਸੁੱਤਾ ਹੈ। ਜਿਹੜੇ ਸਿਆਣੇ ਬੰਦੇ ਨਾ ਉਸ ਨੀਂਦ ਵਿੱਚ ਸੁੱਤੇ ਨੂੰ ਉਠਾਉਂਦੇ ਨਹੀਂ ਕਦੇ। ਉਹ ਕਹਿੰਦੇ ਦੁਨੀਆ ਦਾ ਕੋਈ ਚੰਗਾ ਸੁੱਖ ਹੈ ਨਾ ਨੀਂਦ ਹੈ। ਸਾਡੇ ਵਰਗੇ ਅੱਜ ਗੋਲੀਆਂ ਲੈ ਲੈ ਨੀਂਦ ਲੈਂਦੇ ਨੇ, ਪਰ ਕਲਗੀਧਰ ਪਾਤਸ਼ਾਹ ਨੂੰ 6 ਪੋਹ ਤੋਂ ਬਾਅਦ ਜੇ ਸੁੱਖ ਆਰਾਮ ਚੈਨ ਦੀ ਨੀਂਦ ਹੈ, ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਦਾ ਮਨ ਨਹੀਂ ਕੀਤਾ ਕਲਗੀਧਰ ਨੂੰ ਹਿਲਾਉਣ ਦਾ। ਨੇੜੇ ਜਾ ਕੇ ਮਹਾਰਾਜ ਦੇ ਖਲੋ ਗਏ। ਸੂਰਤ ਤੱਕ ਰਹੇ ਹਨ ਬਾਜਾਂ ਵਾਲੇ ਪ੍ਰੀਤਮ ਦੀ, ਕਲਗੀਧਰ ਪ੍ਰੀਤਮ ਦੀ ਮਨ ਮੁੰਦੀ ਜਾ ਰਹੀ ਹੈ। ਦਿਲ ਪਸੀਜ ਰਹੇ ਹਨ, ਬਾਰ-ਬਾਰ ਬਰਹਾਰ ਜਾਂਦੇ ਹਨ ਆਪਣੇ ਰਹਿਬਰ ਤੋਂ। ਫਿਰ ਕਹਿੰਦੇ ਭਾਈ ਦਇਆ ਸਿੰਘ ਗੋਡਿਆਂ ਪਰਨੇ ਹੋਏ ਮਹਾਰਾਜ ਦੇ। ਗੋਡਿਆਂ ਪਰਨੇ ਹੋ ਕੇ ਭਾਈ ਧਰਮ ਸਿੰਘ ਨੇ ਮਹਾਰਾਜ ਜੀ ਦੇ ਚਰਨ ਕਦਮਾਂ ਨੂੰ ਬੜੇ ਪੋਲੇ ਢੰਗ ਨਾਲ ਛੂਹਿਆ। ਮਹਾਰਾਜ ਦੇ ਬੜੇ ਪੋਲੇ ਢੰਗ ਨਾਲ ਭਾਈ ਦਇਆ ਸਿੰਘ ਮਹਾਰਾਜ ਦੀ ਪਿੱਠ ਦੇ ਨੇੜੇ ਖਲੋਤੇ ਸਨ, ਜਿੱਥੇ ਮਹਾਰਾਜ ਸ਼ਮਸ਼ੀਰ ਸੀ। ਮਾਨ ਸਿੰਘ ਦੂਜੀ ਤਰਫ ਸਨ। ਕੁਝ ਘੜੀਆਂ ਮਹਾਰਾਜ ਦੇ ਸਾਹਮਣੇ ਬੈਠ ਕੇ ਉਹਨਾਂ ਦੇ ਇਸ ਦਰਸ਼ਨ ਨੂੰ, ਇਹ ਦਰਸ਼ਨ ਤਿੰਨਾਂ ਨੂੰ ਹੀ ਹੋਏ। ਇਹ ਤਿੰਨ ਵੀ ਦੁਨੀਆ ਦੇ ਉਹ ਅਜਬ ਪੁਰਖ ਹਨ। ਬਾਦਸ਼ਾਹੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਸਾਰਿਆਂ ਨੇ ਦੇਖੀ। ਮਹਾਰਾਜ ਦੇ ਬਦਨ ਦੇ ਉੱਪਰ 2.5 ਲੱਖ ਦਾ ਦੁਸ਼ਾਲਾ ਜਰੀਦਾਰ ਕੱਪੜੇ ਨਾਲ, ਸੋਨੇ ਦੀਆਂ ਤਾਰਾਂ ਨਾਲ ਕੱਢਿਆ ਤੇ ਸਾਰਿਆਂ ਨੇ ਦੇਖਿਆ, ਪਰ ਉਸ ਬਦਨ ਤੇ ਲੀਰੋ ਲੀਰ ਜਾਮਾ, ਉਹ ਵੀ ਲਹੂ ਨਾਲ ਲਿਬੜਿਆ ਹੋਇਆ। ਇਹ ਇਕੱਲਾ ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਨੂੰ ਦੇਖਣ ਦਾ ਹੀ ਜੀਵਨ ਦੇ ਵਿੱਚ ਅਵਸਰ ਮਿਲਿਆ। ਉਹ ਕਲਪਨਾ ਕਰਦੇ ਹੋਣਗੇ ਵੀ ਆਹੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਆਹੀ ਜਿਹਦੇ ਕਦਮਾਂ ਹੇਠ 1.25 ਲੱਖ ਦੀ ਚੰਦਨ ਦੀ ਚੌਂਕੀ ਹੁੰਦੀ ਸੀ, ਅੱਜ ਉਹ ਕਦਮ ਛਾਲੋ ਛਾਲੀ ਹਨ। ਭਾਈ ਧਰਮ ਸਿੰਘ ਨੇ ਮਹਾਰਾਜ ਦੇ ਥੋੜੇ ਚਰਨ ਕਦਮਾਂ ਦਾ ਖੂਨ ਪੂੰਝਿਆ, ਪਰ ਖੂਨ ਜਿੰਮਿਆ ਹੋਇਆ ਕਿਉਂਕਿ ਸਰਦੀ ਹੈ। ਫਿਰ ਮਹਾਰਾਜ ਦੇ ਚਰਨਾਂ ਨੂੰ ਉਹਨੇ ਆਪਣੀ ਗੋਦੀ ਵਿੱਚ ਰੱਖ ਕੇ ਨਾ ਝੱਸਣਾ ਸ਼ੁਰੂ ਕੀਤਾ, ਥੋੜੀ ਗਰਮਾਇਸ਼ ਆ ਜਾਵੇ ਪੈਰਾਂ ਨੂੰ। ਜਦੋਂ ਇੰਜ ਕਰ ਰਹੇ ਤੇ ਮਹਾਰਾਜ ਥੋੜੀ ਜਿਹੀ ਉਹਨਾਂ ਦੀ ਸੁਰਤ ਉਖੜੀ। ਮਹਾਰਾਜ ਨੇ ਤੁਰੰਤ ਦੇਖਿਆ, ਮਹਾਰਾਜ ਨੂੰ ਫਤਿਹ ਗਜਾਈ। ਕਹਿਣ ਲੱਗੇ ਮਹਾਰਾਜ ਇੰਨੇ ਆਰਾਮ 'ਚ, ਇੰਨੇ ਸਹਿਜ 'ਚ ਮਹਾਰਾਜ ਇੱਥੇ। ਮਹਾਰਾਜ ਕਹਿਣ ਲੱਗੇ ਹਾਂ, ਕਰਤਾ ਪੁਰਖ ਦੀ ਰਜਾ ਹੈ, ਉਹਨੇ ਆਰਾਮ ਬਖਸ਼ਿਆ ਹੈ, ਆਰਾਮ ਕਰ ਰਹੇ ਹਾਂ। ਫਿਰ ਮਹਾਰਾਜ ਦੇ ਚੰਗੀ ਤਰ੍ਹਾਂ ਇਹਨਾਂ ਨੇ ਕੀਤਾ ਤੇ ਮਹਾਰਾਜ ਨੂੰ ਕਹਿੰਦੇ ਕਦਮਾਂ ਤੇ ਖੜਾ ਹੋਣਾ ਚਾਹੁੰਦੇ ਸਨ ਮਹਾਰਾਜ। ਇਤਿਹਾਸ ਜਿਵੇਂ ਹੈ ਉਵੇਂ ਕਹੋ, ਕਹਿਣ 'ਚ ਕੀ ਹਰਜ ਹੈ। ਜਿਹੜਾ ਸ਼ਖਸ ਚਮਕੌਰ ਤੋਂ ਨੰਗੇ ਪੈਰ ਮਾਛੀਵਾੜੇ ਤੱਕ 31 ਕਿਲੋਮੀਟਰ ਆਇਆ ਹੋਏਗਾ, ਕਦਮ ਸਾਬਤ ਰਹਿ ਗਏ ਹੋਣਗੇ। ਉੱਠਣਾ ਚਾਹਿਆ, ਮਹਾਰਾਜ ਸੁਰਤ ਨਾ ਸੰਭਾਲ ਸਕੇ। ਇੱਥੋਂ ਮਹਾਰਾਜ ਫਿਰ ਕਹਿੰਦੇ ਭਾਈ ਧਰਮ ਸਿੰਘ ਤੇ ਮਾਨ ਸਿੰਘ ਦੇ ਮੋਢਿਆਂ ਦਾ ਆਸਰਾ ਲੈ ਕੇ ਮਹਾਰਾਜ ਆਪਣੇ ਕਦਮਾਂ ਤੇ ਭਾਰ ਪਾ ਕੇ ਫਿਰ ਮਹਾਰਾਜ ਲਾਗੇ ਬਾਗ ਵੱਲ ਗਏ। ਉੱਥੇ ਜਦੋਂ ਮਹਾਰਾਜ ਕੋਲ ਬੈਠੇ ਸਨ, ਉਸ ਸਮੇਂ ਗੁਲਾਬੇ ਦਾ ਨੌਕਰ, ਉਹਨੇ ਵੇਖਿਆ ਕਿ ਇਹ ਤਾਂ ਜਿਹੜਾ ਮੇਰਾ ਮਾਲਕ ਹੈ ਗੁਲਾਬਾ, ਉਹਦੇ ਗੁਰੂ ਲੱਗਦੇ ਨੇ। ਉਹ ਭੱਜਾ ਗਿਆ ਘਰ ਜਾ ਕੇ ਕਹਿਣ ਲੱਗਾ ਤੁਹਾਡੇ ਮੁਰਸ਼ਿਦ ਬਾਗ ਵਿੱਚ ਆਏ ਨੇ। ਗੁਲਾਬੇ ਨੇ ਸੇਵਾ ਦਾ ਅਵਸਰ ਸਮਝਿਆ, ਮਹਾਰਾਜ ਨੂੰ ਲੈਣ ਦੇ ਲਈ ਹਾਜ਼ਰ ਹੋਇਆ। ਘਰ ਵਿੱਚ ਨਵਾਂ ਚੁਬਾਰਾ ਪਾਇਆ ਸੀ ਤੇ ਮਨ 'ਚ ਸੱਧਰ ਰੱਖੀ ਸੀ ਕਿ ਕਲਗੀਧਰ ਪਾਤਸ਼ਾਹ ਇਹਦੇ 'ਚ ਚਰਨ ਪਾਉਣਗੇ ਤੇ ਫਿਰ ਇਸ ਚੁਬਾਰੇ ਵਿੱਚ ਆਪ ਰਹਿਣਾ ਸ਼ੁਰੂ ਕਰਾਂਗਾ। ਜਦੋਂ ਮਹਾਰਾਜ ਪ੍ਰਵੇਸ਼ ਕੀਤੇ, ਕਹਿਣ ਲੱਗਾ ਮਹਾਰਾਜ ਤੁਹਾਡੇ ਲਈ ਚੁਬਾਰਾ ਬਣਾਇਆ ਸੀ, ਉੱਥੇ ਜਾ ਕੇ ਚੰਗਾ ਪਲੰਗ ਢੋਇਆ, ਮਹਾਰਾਜ ਨੂੰ ਬਿਠਾਇਆ ਤੇ ਇੱਥੇ ਮਹਾਰਾਜ ਫਿਰ ਕਹਿੰਦੇ ਗਰਮ ਜਲ ਮੰਗਵਾ ਕੇ ਮਹਾਰਾਜ ਜੀ ਦੇ ਚਰਨ ਕਦਮ ਧੋਤੇ ਗਏ ਚੰਗੀ ਤਰ੍ਹਾਂ। ਬਾਅਦ ਦੇ ਵਿੱਚ ਮਹਾਰਾਜ ਜੀ ਨੇ ਚੰਗੀ ਤਰ੍ਹਾਂ ਆਪਣੇ ਹੱਥੀਂ ਜਲ ਨਾਲ ਮੂੰਹ ਆਦਿਕ ਧੋਤਾ ਤੇ ਮਹਾਰਾਜ ਇੱਥੇ ਮਹਾਰਾਜ ਨੇ ਕਹਿੰਦੇ ਫਿਰ ਇੱਕ ਇਸ਼ਨਾਨ ਕੀਤਾ, ਨਵਾਂ ਕਛਹਿਰਾ ਪਹਿਨਿਆ। ਮਹਾਰਾਜ ਨੇ ਕਮਰ ਕੱਸਾ ਕਰਕੇ ਚੰਗੀ ਤਰ੍ਹਾਂ, ਜਦੋਂ ਮਹਾਰਾਜ ਕਮਰ ਕੱਸਾ ਕਰਕੇ ਆੜ ਬੰਦ ਖੋਲਣ ਲੱਗੇ। ਆੜ ਬੰਦ ਕੀ ਹੁੰਦਾ? ਲੰਗੋਟ, ਸਿੱਧੇ ਸ਼ਬਦਾਂ 'ਚ ਕਹੋ। ਜਦੋਂ ਮਹਾਰਾਜ ਖੋਲਣ ਲੱਗੇ, ਜ਼ੋਰ ਨਾਲ ਖਿੱਚਿਆ ਨਾ ਗਿਆ। ਇੰਨੇ ਸ਼ਹੀਦੀ ਸਫ਼ਰਾਂ 'ਚੋਂ ਲੰਘਦਿਆਂ ਮਹਾਰਾਜ ਦਾ ਜਿਹੜਾ ਉਹ ਆੜ ਬੰਦ ਸੀ, ਉਹ ਮਾਸ ਵਿੱਚ ਖੁੱਭ ਗਿਆ ਤੇ ਚੰਗੀ ਤਰ੍ਹਾਂ ਉਹ ਲਹੂ ਦੇ ਸਿੰਮਿਆ ਹੋਇਆ ਸੀ। ਮਹਾਰਾਜ ਆਪ ਕਰਕੇ ਫਿਰ ਮਹਾਰਾਜ ਜਦੋਂ ਖਿੱਚਣ ਲੱਗੇ, ਮਹਾਰਾਜ ਗੁਲਾਬੇ ਨੂੰ ਕਹਿਣ ਲੱਗੇ ਆੜ ਬੰਦ ਖਿੱਚ ਦੇ। ਗੁਲਾਬਾ ਸ਼ਰਮ ਕਰੀ ਜਾਵੇ। ਮਹਾਰਾਜ ਕਹਿਣ ਲੱਗੇ ਪਿਓ ਪੁੱਤ ਦੀ ਕੋਈ ਸ਼ਰਮ ਨਹੀਂ ਹੁੰਦੀ ਨੰਗੇਜ ਹੋਇਆਂ ਦੀ। ਉਹਨੇ ਗਰਮ ਪਾਣੀ ਪਾ ਕੇ ਮਹਾਰਾਜ ਦੇ ਪਿੱਠ ਵਾਲੇ ਪਾਸੇ ਜਿਹੜਾ ਸੀ ਆੜ ਬੰਦ ਚੰਗੀ ਤਰ੍ਹਾਂ ਖਿੱਚਿਆ।
ਤੇ ਮਹਾਰਾਜ ਜੀ ਨੇ ਫਿਰ ਚੰਗੀ ਤਰ੍ਹਾਂ ਤੇੜ ਕਸ਼ਹਿਰਾ ਪਹਿਨ ਕੇ ਮਹਾਰਾਜ ਤਿਆਰ ਹੋਏ, ਦਸਤਾਰ ਸਜਾਈ ਮਹਾਰਾਜ ਨੇ। ਇੱਥੇ ਮਹਾਰਾਜ ਨੇ ਫਿਰ ਭੋਜਨ ਕੀਤਾ, 6 ਪੋਹ ਦੇ ਨਿਕਲੇ ਨੇ। ਇਹ ਮਹਾਰਾਜ ਜੀ ਦਾ ਸਹੀ ਭੋਜਨ ਹੈ ਜਿਹੜਾ ਥਾਲ ਵਿੱਚ ਮਹਾਰਾਜ ਨੇ ਪਰੋਸ ਕੇ ਕੀਤਾ। ਹੁਣ ਇੰਨੇ ਦਿਨ ਨੂੰ ਗੁਰੂ ਸਾਹਿਬ ਜੀ ਜੇ ਬੈਠੇ ਸਨ ਤੇ ਲਾਗੇ ਇੱਕ ਬ੍ਰਾਹਮਣ ਸੀ, ਉਹਨੂੰ ਪਤਾ ਲੱਗਿਆ, ਉਹ ਬੜਾ ਸ਼ਰਧਾਲੂ ਸੀ। ਉਹ ਕਿਸੇ ਸਮੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਦਰਸ਼ਨ ਕਰਨਾ ਚਾਹੁੰਦਾ ਸੀ। ਜਦੋਂ ਉਹਨੇ ਸੁਣਿਆ ਕਿ ਉਹ ਗੁਲਾਬੇ ਦੇ ਘਰ ਆਇਆ ਤੇ ਗੁਲਾਬਾ ਡਰ ਗਿਆ ਵੀ ਕਿਤੇ ਬ੍ਰਾਹਮਣ ਬਾਹਰ ਜਾ ਕੇ ਰੌਲਾ ਨਾ ਪਾ ਦੇ। ਮਹਾਰਾਜ ਕਹਿਣ ਲੱਗੇ ਨਹੀਂ, ਸਾਡਾ ਸ਼ਰਧਾਲੂ ਆਉਣ ਦੇ। ਉਹ ਪਤਾਸਿਆਂ ਦਾ ਥਾਲ ਭਰ ਕੇ ਲਿਆਇਆ। ਇੱਕ ਪਤਾਸੇ ਮਹਾਰਾਜ ਨੇ ਮਾਤਾ ਜੀਤੋ ਜੀ ਨੇ ਪਾਏ ਸਨ ਖੰਡੇ ਦੀ ਪੌਲ ਵਿੱਚ। ਇਹ ਜਮਾਖੀ ਵਾਲੇ ਪਤਾਸੇ ਪੇਸ਼ ਕੀਤੇ ਨੇ। ਇਹ ਵੀ ਰਮਜ਼ਾਂ ਨੇ ਮਹਾਰਾਜ ਦੇ ਜੀਵਨ ਦੀਆਂ। ਆ ਜਿਹੜੇ ਮਾਤਮੀ ਬਿਗਲ ਵਾਲੇ ਕੱਲ੍ਹ ਦਾ ਰੌਲਾ ਪਾਈ ਜਾਂਦੇ ਨੇ ਕਿ 10:10 ਤੇ ਮਾਤਮੀ ਬਿਗਲ ਵਜਾਇਓ, ਤੇ ਉਹੋ ਜੀ ਸਾਡੀ ਅੰਨੀ ਜਨਤਾ ਜਿਹੜੀ ਉਹਦੀ ਮਗਰ ਲੱਗੀ ਹੋਈ ਆ ਅੰਨੇ ਕਾਣੇ ਦੇ। ਪਤਾਸੇ ਪੇਸ਼ ਹੋਏ ਤੇ ਮਹਾਰਾਜ ਨੇ ਕਹਿੰਦੇ 5 ਪਤਾਸੇ ਖਾਧੇ ਇੱਥੇ। ਜੇ ਮਹਾਰਾਜ ਦੇ ਅੰਦਰ ਕਿਤੇ ਮਾਤਮ ਹੁੰਦਾ ਨਾ ਤੇ ਮਹਾਰਾਜ ਕਹਿ ਦਿੰਦੇ ਵੀ ਜਾ ਲੈ ਜਾ ਪਤਾਸੇ, ਅਸੀਂ ਮਿੱਠੀਆਂ ਚੀਜ਼ਾਂ ਥੋੜ੍ਹਾ ਖਾਣ ਆਏ, ਸਾਡੇ ਤੇ ਲਾਲ ਸ਼ਹੀਦ ਹੋ ਗਏ, ਤੈਨੂੰ ਪਤਾਸਿਆਂ ਦੀ ਪਈ ਹੈ। ਮਹਾਰਾਜ ਨੇ 5 ਪਤਾਸੇ ਲਏ ਤੇ 5 ਸੋਨੇ ਦੀਆਂ ਮੋਹਰਾਂ ਮਹਾਰਾਜ ਨੇ ਥਾਲੀ 'ਚ ਰੱਖੀਆਂ। ਮਹਾਰਾਜ ਕਹਿੰਦੇ ਸਾਡੀ ਬਖਸ਼ਿਸ਼। ਲਾਗੇ ਕਾਜੀ ਨੂੰ ਪਤਾ, ਰੌਲਾ ਪਾਉਣ ਲੱਗਾ। ਮਹਾਰਾਜ ਕਹਿੰਦੇ, ਗੁਲਾਬਾ ਕਹਿੰਦਾ ਮਹਾਰਾਜ ਕਾਜੀ ਰੌਲਾ ਪਾਉਣ ਲੱਗਾ। ਮਹਾਰਾਜ ਕਹਿੰਦੇ ਭੋਜਨ ਕਰ ਲੈਂਦੇ, ਇਹ ਕਾਜੀ ਦਾ ਦੀਨ ਚੰਗੀ ਤਰ੍ਹਾਂ ਭੁਗਤਾਉਂਦੇ। ਭੋਜਨ ਕੀਤਾ। ਮਹਾਰਾਜ ਨੇ ਕਾਜੀ ਕਹਿਣ ਲੱਗਾ ਮੈਂ ਉੱਚੀ ਉੱਚੀ ਉਛਲ ਕੇ ਰੌਲਾ ਪਾਉਣ ਲੱਗਾ। ਮਹਾਰਾਜ ਨੇ ਉਹਦੇ ਘਰ ਵੱਲ ਗਏ। ਭਾਈ ਦਇਆ ਸਿੰਘ ਧਰਮ ਸਿੰਘ ਨੇ ਤਲਵਾਰ ਦੀ ਮੁੱਠ ਮਾਰੀ ਪੂਰੇ ਜ਼ੋਰ ਦੇ ਨਾਲ, ਕਾਜੀ ਦੇ ਸਿਰ 'ਚ ਨਾਲੇ ਚਿੱਤ ਹੋ ਗਿਆ ਥਾਂ 'ਤੇ। ਇਸ ਤੋਂ ਬਾਅਦ ਮਹਾਰਾਜ ਨੇ ਕਿਹਾ ਕਿ ਹੁਣ ਮਹਾਰਾਜ ਨੇ ਅੱਗੇ ਜਾਣਾ ਸੀ, ਬਹੁਤਾ ਸਮਾਂ ਠਹਿਰ ਨਹੀਂ ਸਕਦੇ। ਰਾਤ ਮਹਾਰਾਜ ਵਿਰਾਮ ਕਰ ਰਹੇ ਸਨ ਤੇ ਗੁਲਾਬੇ ਨੂੰ ਪਤਾ ਲੱਗਿਆ ਵੀ ਹੁਣ ਫੌਜਾਂ ਇੱਧਰ ਫਿਰ ਮੁੜ ਪਈਆਂ ਨੇ। ਤੇ ਗੁਲਾਬੇ ਨੇ ਕੀ ਕੀਤਾ ਕਿ ਰਾਤ ਇੱਕ ਖੇਸ ਲੈ ਕੇ ਤੇ 5 ਰੁਪਏ ਰੱਖ ਕੇ ਮਹਾਰਾਜ ਸੁੱਤੇ ਪਏ ਸਨ, ਚਰਨਾਂ ਤੋਂ ਲਾਇਆ। ਮਹਾਰਾਜ ਕਹਿਣ ਲੱਗੇ ਗੁਲਾਬੇ ਅੱਧੀ ਰਾਤ ਵੇਲੇ? ਕਹਿਣ ਲੱਗਾ ਮਹਾਰਾਜ ਤੁਸੀਂ ਮੇਰੇ ਕੋਲ ਠਹਿਰੇ ਹੋ, ਇੰਨਾ ਹੀ ਸਮਾਂ ਮੈਂ ਠਹਿਰਾ ਸਕਦਾ। ਜੇ ਕੱਲ੍ਹ ਦੀ ਸਵੇਰ ਤੱਕ ਮਹਾਰਾਜ ਤੁਸੀਂ ਇੱਥੇ ਰਹੇ ਨਾ ਤੇ ਮੇਰਾ ਘਰ ਘਾਟ ਉਜਾੜ ਦੇਣਾ ਅਗਲਿਆਂ। ਚਲੋ ਸਿਦਕ ਡੋਲ ਗਿਆ, ਅੱਖਰੀ ਗੱਲ ਹੈ, ਪਰ ਡੋਲਦਾ ਕਿਹਦਾ ਨਹੀਂ ਹੈ। ਹੁਣ ਜਿਹਦੀ ਮਹਾਰਾਜ ਕਹਿਣ ਲੱਗੇ ਤੂੰ ਬੇਫਿਕਰ ਰਹਿ, ਤੇਰੇ ਘਰ ਇਸ਼ਨਾਨ ਕੀਤਾ, ਵਸਤਰ ਬਦਲੇ ਨੇ, ਤੂੰ ਬੇਫਿਕਰ ਹੈ, ਤੇਰਾ ਕੁਝ ਨਹੀਂ ਵਿਗੜੇਗਾ, ਕਾਲ ਪੁਰਖ ਤੇਰਾ ਸਹਾਈ ਹੋਵੇਗਾ, ਸਾਡਾ ਖਾਲਸਾ ਤੇਰਾ ਸਹਾਈ ਹੋ। ਕਹਿਣ ਲੱਗਾ ਨਹੀਂ ਮਹਾਰਾਜ, ਹੁਣ ਚਬਾਰਾ ਪਾਇਆ, ਚਬਾਰੇ ਨਾਲ ਪ੍ਰੀਤ ਵੀ ਤੇ ਹੁੰਦੀ ਹੈ ਨਾ, ਵੀ ਕੋਈ ਢਾਹ ਨਾ ਦਵੇ ਆ ਕੇ ਮਗਰੋਂ। ਮੁਗਲਾਂ ਦਾ ਕੀ ਪਤਾ ਕੀ ਕਰਨ, ਉਹ ਤੇ ਅੱਗੇ ਅੰਨੇ ਹੋਏ ਫਿਰਦੇ ਨੇ। ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ, ਥੋੜਾ ਇੰਤਜ਼ਾਰ ਕਰ। ਗਨੀ ਖਾਂ ਨਬੀ ਖਾਂ ਨੂੰ ਪਤਾ ਲੱਗਾ, ਬੀਬੀ ਉਮਰੀ ਦੇ ਪੁੱਤਰਾਂ ਨੂੰ ਪੋਤਰਿਆਂ ਨੂੰ, ਇਹ ਕਲਗੀਧਰ ਦੇ ਨਾਲ ਪਹਿਲਾਂ ਘੋੜਿਆਂ ਦਾ ਵਪਾਰ ਕਰਦੇ ਸਨ। ਪਤਾ ਲੱਗਾ ਕਿ ਮਹਾਰਾਜ ਸਾਡੇ ਹੀ ਇੱਧਰ ਆਏ ਹੋਏ ਹਨ। ਇਹ ਦੋਵੇਂ ਭਰਾ ਪੁੱਛਦੇ ਪਛਾਉਂਦੇ ਉੱਥੇ ਗੁਲਾਬੇ ਪੰਜਾਬੀ ਦੀ ਦਾਗ ਦੇ ਵਿੱਚ ਆ ਕੇ ਕਲਗੀਧਰ ਪਾਤਸ਼ਾਹ ਨੂੰ ਮਿਲੇ। ਜਦੋਂ ਮਹਾਰਾਜ ਕੁਰੂਕਸ਼ੇਤਰ ਤੋਂ ਵਾਪਸ ਇੱਕ ਵਾਰੀ ਆਏ ਸਨ ਤੇ ਇਸ ਇਲਾਕੇ ਵਿੱਚ ਜਦੋਂ ਮਹਾਰਾਜ ਠਹਿਰੇ ਸਨ, ਇਹਦੇ ਨੇੜੇ ਚਮਕੌਰ ਦੇ ਵਿੱਚ, ਇਸ ਨਗਰ ਦੇ ਵਿੱਚ ਇੱਕ ਚੌਧਰੀ ਨਿਹਾਲਾ ਮਿਲਿਆ ਸੀ, ਉਹ ਵੀ ਦਰਸ਼ਨ ਕਰਕੇ ਨਿਹਾਲ ਹੋਇਆ ਸੀ। ਤੇ ਇੱਕ ਖੱਤਰੀ ਪਰਿਵਾਰ ਚੋਂ ਮਹਾਰਾਜ ਨੂੰ ਇਸਤਰੀ ਮਿਲੀ ਸੀ। ਉਹਨੇ ਮਹਾਰਾਜ ਦੇ ਲਈ ਇੱਕ ਵਾਰੀ ਬੜਾ ਵੱਡਾ ਖੱਦਰ ਕੱਤਿਆ ਹੋਇਆ ਸੀ, ਬੜਾ ਵੱਡਾ ਥਾਨ ਕੱਤਿਆ ਹੋਇਆ ਸੀ, ਤੇ ਕਿਹਾ ਮਹਾਰਾਜ ਮੈਂ ਤੁਹਾਨੂੰ ਭੇਟ ਕਰਨਾ ਚਾਹੁੰਦੀ। ਮਹਾਰਾਜ ਨੇ ਉਸ ਨੂੰ ਕਿਹਾ ਸੀ ਕਿ ਕੋਈ ਸਮਾਂ ਆਏਗਾ ਤੇਰੇ ਕੋਲ ਆਪ ਉਹ ਵਸਤਰ ਲਵਾਂਗੇ। ਮਹਾਰਾਜ ਨੇ ਕਿਹਾ ਸੀ। ਮਹਾਰਾਜ ਨੇ ਗੁਲਾਬੇ ਨੂੰ ਕਿਹਾ ਕਿ ਇਸ ਨਗਰ ਵਿੱਚ ਖਤਰਾਣੀ ਬਿਰਧ ਬੀਬੀ ਰਹਿੰਦੀ, ਜਾ ਉਹਨੂੰ ਬੁਲਾ ਲਿਆ। ਉਹਨੂੰ ਬੁਲਾ ਕੇ ਲਏ। ਉਹਨੇ ਇੱਕ ਵੱਡਾ ਥਾਨ ਜਿਹੜਾ ਆਪ ਕੱਤਿਆ ਹੋਇਆ ਸੀ, ਇੱਕ ਚੋਗਾ ਮਹਾਰਾਜ ਦੇ ਲਈ, ਸਾਰੇ ਉਹ ਵਸਤਰ ਲੈ ਕੇ ਮਹਾਰਾਜ ਨੂੰ ਭੇਟ ਕੀਤੇ। ਮਹਾਰਾਜ ਬੜੇ ਪ੍ਰਸੰਨ ਹੋਏ। ਮਹਾਰਾਜ ਨੇ ਕਿਹਾ ਕਿ ਤੂੰ ਅਮਰ ਰਹੇਂਗੀ, ਤੇਰੀ ਤੂੰ ਬਖਸ਼ਿਸ਼ਾਂ ਦੀ ਪਾਤਰ ਬਣੇਗੀ। ਉਹ ਚਲੀ ਗਈ। ਮਹਾਰਾਜ ਨੇ ਉੱਥੇ ਇੱਕ ਮੱਟ ਮੰਗਵਾਇਆ, ਉਹਦੇ ਵਿੱਚ ਨੀਲਾ ਰੰਗ ਪਵਾ ਕੇ ਬਸਤਰ ਰੰਗਵਾਏ। ਦਰਜੀ ਨੂੰ ਜਲਦੀ ਕਹਿ ਕੇ ਇੱਕ ਚੋਲਾ ਮੰਗਵਾਇਆ। ਗਨੀ ਖਾਂ ਨਬੀ ਖਾਂ ਨੇ ਕਹਿ ਦਿੱਤਾ ਮਹਾਰਾਜ। ਮਹਾਰਾਜ ਨੂੰ ਕਹਿਣ ਲੱਗੇ ਮਹਾਰਾਜ ਜੀ ਤੁਸੀਂ ਇੱਥੋਂ ਨਿਕਲ ਸਕਦੇ ਹੋ ਤੇ ਹੁਣ ਤੁਹਾਨੂੰ ਭੇਸ ਬਦਲ ਕੇ ਨਿਕਲਣਾ ਪਏਗਾ। ਪਰ ਗੁਰੂ ਨੇ ਇੱਥੇ ਭੇਸ ਡਰਾਵੇਂ ਤਰੀਕੇ ਨਾਲ ਨਹੀਂ ਬਦਲਿਆ। ਡਰਾਵੇਂ ਤਰੀਕੇ ਨਾਲ ਹੀ ਮਹਾਰਾਜ ਨੇ ਭੇਸ ਬਦਲਿਆ। ਮਹਾਰਾਜ ਨੇ ਨੀਲੇ ਰੰਗ 'ਚ ਬਸਤਰ ਰੰਗ ਲਏ। ਉੱਚ ਸ਼ਰੀਫ ਬਹਾਵਲਪੁਰ ਰਿਆਸਤ ਦੇ ਵਿੱਚ ਇੱਕ ਦੇਵਾਗੜ੍ਹ ਕਸਬਾ ਸੀ। ਉਹ ਹੁਣ ਸੈਯਦ ਪੀਰਾਂ ਦੇ ਨਾਲ, ਜਿਹੜੇ ਇਸਲਾਮ ਦੇ ਵਿੱਚ ਬੜੇ ਉੱਚੀ ਬੰਦਗੀ ਵਾਲੇ ਪੀਰ ਸਨ, ਉੱਥੇ ਵਸਦੇ ਸਨ। ਉਹ ਇਲਾਕਾ ਉੱਚ ਸ਼ਰੀਫ ਦੇ ਨਾਲ ਮੌਜੂਦ ਸੀ। ਉਹ ਨੀਲੇ ਰੰਗ ਦੇ ਵਸਤਰ ਪਹਿਨਦੇ ਸਨ ਤੇ ਇਸ ਇਲਾਕੇ ਵਿੱਚ ਵਿਚਰਦੇ ਸਨ।
ਉਹਨਾਂ ਪੀਰਾਂ ਦੇ ਵਿੱਚੋਂ ਕੋਈ ਪੀਰ ਸੀ ਜਿਹੜਾ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਮਿਲਿਆ ਸੀ, ਹਾਜੀ ਕੋਈ ਮਿਲਿਆ ਸੀ। ਉਹਨੇ ਕਿਹਾ ਸੀ ਮਹਾਰਾਜ ਕਿ ਮਨ ਅੰਦਰ ਕਦੇ ਤਮੰਨਾ ਹੈ ਕਿ ਤੁਹਾਨੂੰ ਨੀਲੇ ਬਸਤਰਾਂ 'ਚ ਦੇਖਾਂ। ਉਹਨੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ, ਕਿਹੜੇ ਈਰਾਨ ਦੇ ਲੋਕ, ਈਰਾਨ ਦਾ ਜਿਹੜਾ ਨੈਸ਼ਨਲ ਰੰਗ ਹੈ ਨਾ ਉਹ ਨੀਲਾ ਹੈ, ਈਰਾਨ ਦੇ ਵਿੱਚ ਨੀਲਾ ਰੰਗ ਹੈ। ਮਹਾਰਾਜ ਨੇ ਕਿਹਾ ਸੀ ਕੋਈ ਨਾ ਸਮਾਂ ਆਏਗਾ, ਉਹ ਇੱਛਾ ਬੜੇ ਤਰੀਕੇ ਨਾਲ ਪੂਰੀ ਕਰਾਂਗੇ। ਮਹਾਰਾਜ ਜੀ ਨੇ, ਇਹ ਵੀ ਇੱਕ ਇੱਥੇ ਸਮਾਂ ਹੈ, ਮਹਾਰਾਜ ਜੀ ਨੇ ਜਦੋਂ ਬਸਤਰ ਰੰਗ ਕੇ ਆ ਗਏ, ਮਹਾਰਾਜ ਨੇ ਮੱਥੇ ਨੂੰ ਲਾਏ। ਨਿਹੰਗ ਸਿੰਘਾਂ ਦਾ ਨੀਲਾ ਰੰਗ ਇੰਨਾ ਕੁ ਪੂਜਣਯੋਗ ਕਲਗੀਧਰ ਨੇ ਆਪ ਪ੍ਰਵਾਨ ਕੀਤਾ। ਨੀਲਾ ਰੰਗ ਮਰਜ਼ਾਦਾ ਦਾ ਪ੍ਰਤੀਕ ਹੈ ਕਿ ਸਾਰਾ ਯੁੱਧ ਲੜ ਕੇ ਆਏ, ਕਿਤੇ ਮਰਜ਼ਾਦਾ ਨਹੀਂ ਛੱਡੀ ਮਹਾਰਾਜ ਨੇ, ਨਾ ਨਿਤਨੇਮ ਛੱਡਿਆ, ਕੋਈ ਮਰਜ਼ਾਦਾ ਨਹੀਂ ਛੱਡੀ। ਖਾਲਸੇ ਪੰਥ ਨੂੰ ਗੁਰੂ ਕਿਹਾ ਸੀ, ਗੁਰੂ ਮੰਨਿਆ ਮਹਾਰਾਜ ਨੇ। ਜਿਹੜੇ ਸ਼ਰਧਾ ਰੱਖਦੇ ਸਨ ਉਹਨਾਂ ਨੂੰ ਨਿਵਾਜਿਆ, ਜਿਹੜੇ ਖਾਰ ਰੱਖਦੇ ਸਨ ਉਹਨੂੰ ਸੰਘਾਰਿਆ ਮਹਾਰਾਜ ਨੇ। ਕੋਈ ਮਰਜ਼ਾਦਾ ਮਹਾਰਾਜ ਦੀ ਭੰਗ ਨਹੀਂ ਹੋਈ, ਕੋਈ ਮਰਜ਼ਾਦਾ ਮਹਾਰਾਜ ਦੀ ਜੰਗ ਦੇ ਮੈਦਾਨ 'ਚ ਭੰਗ ਨਹੀਂ ਹੋਈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇੱਥੇ ਕਹਿੰਦੇ ਮਹਾਰਾਜ ਜੀ ਨੇ ਚੌਪਈ ਸਾਹਿਬ ਦਾ ਪਾਠ ਕਰਕੇ ਕਲਗੀਧਰ ਪਾਤਸ਼ਾਹ ਨੇ ਆਪਣੇ ਕੇਸ ਖੋਲ੍ਹੇ। ਕਦੇ ਮਹਾਰਾਜ ਦੇ ਕੰਗੇ ਸਮੇਤ ਕੇਸ ਜਿਹੜੇ ਹਨ, ਪੀਰ ਬੁੱਧੂ ਸ਼ਾਹ ਨੇ ਆਪਣੇ 2 ਪੁੱਤਰ ਸ਼ਹੀਦ ਕਰਾਉਣ ਬਦਲੇ ਮੰਗੇ ਸਨ ਕਿ ਮਹਾਰਾਜ ਮੈਨੂੰ ਆਹ ਦੇ ਦਿਓ, ਬਸ ਇਹਦੇ ਤੋਂ ਅੱਗੇ ਕੁਝ ਨਹੀਂ, ਇਸ ਤੋਂ ਵੱਡੀ ਬਖਸ਼ਿਸ਼ ਕੋਈ ਨਹੀਂ। ਮੈਂ ਨਾ ਉਹ ਇਸਲਾਮੀ ਲੋਕ ਨੇ, ਕਿੰਨੀ ਸ਼ਰਧਾ ਉਹਨਾਂ 'ਚ, ਮਹਾਰਾਜ ਨੂੰ ਕਹਿੰਦੇ ਕਿ ਪੀਰ ਬੁੱਧੂ ਸ਼ਾਹ ਵਰਗੇ ਵੀ ਮਹਾਰਾਜ ਕੇਸਾਂ ਸਮੇਤ ਕੰਗਾ ਦੇ ਦੇ ਤੋਂ ਪਰਾਂ ਕੋਈ ਨਹੀਂ। 2 ਪੁੱਤਰ 1 ਭਰਾ, 400 ਮਰੀਦ ਮਰ ਗਿਆ ਭੰਗਾਣੀ ਦੇ ਜੰਗ 'ਚ। ਇੱਧਰ ਮਹਾਰਾਜ ਨੇ ਕੇਸ ਖੋਲ੍ਹੇ ਤੇ ਕਲਗੀਧਰ ਪਾਤਸ਼ਾਹ ਦੇ ਚਮਕਦੇ ਕੇਸ ਦੇਖ ਕੇ ਸਾਰੇ ਹੈਰਾਨ। ਮਹਾਰਾਜ ਨੇ ਕਰਕੇ ਵੱਡੀ ਦਸਤਾਰ ਬਣਾ ਕੇ, ਮੁਸਲਮਾਨੀ ਦਸਤਾਰ ਵਾਂਗ ਮਹਾਰਾਜ ਨੇ ਸਿਰ ਤੇ ਸਜਾਈ। ਗਨੀ ਨਬੀ ਖਾਂ ਇੱਕ ਪਲੰਗ ਲੈ ਕੇ ਮਹਾਰਾਜ ਨੇ ਨੀਲਾ ਆਸਤਰਨ ਵਿਛਾਇਆ ਉਹਦੇ ਤੇ। ਉਹਨਾਂ ਨੇ ਸੋਟੀਆਂ ਬੱਧੀਆਂ, ਮੋਰ ਦੇ ਖੰਭ ਨਾਲ ਬੱਧੇ। ਜਿਹੜਾ ਤੁਰਕਾਵਾਂ ਮਰਦਾ ਮੁਗਲਾਣਾ ਭੇਸ ਉਹ ਫਿਰ ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਨੇ ਬਣਾਇਆ। ਗਨੀ ਨਬੀ ਖਾਂ ਤਾਂ ਮੁਸਲਮਾਨ ਸਨ। ਫਿਰ ਮਹਾਰਾਜ ਉਹਦੇ ਤੇ ਬੈਠ ਗਏ ਤੇ ਉੱਚ ਦੇ ਪੀਰ ਦੇ ਰੂਪ ਵਿੱਚ, ਉੱਚ ਸ਼ਰੀਫ ਇਲਾਕਾ ਹੈ ਉੱਥੋਂ ਦੇ ਉੱਚ ਦੇ ਪੀਰ ਦੇ ਰੂਪ ਵਿੱਚ ਫਿਰ ਗਨੀ ਖਾਨ, ਨਬੀ ਖਾਨ, ਗੁਰੂ ਸਾਹਿਬ ਜੀ ਨੇ ਕਿਸੇ ਸਮੇਂ ਭੀਖਣ ਸ਼ਾਹ ਦੇ ਨਾ ਦੋਵੇਂ ਕੁੱਜੀਆਂ ਤੇ ਹੱਥ ਰੱਖੇ ਸੀ। ਮਹਾਰਾਜ ਨੇ ਰੱਖੇ ਸੀ ਨਾ ਮਹਾਰਾਜ ਨੇ, ਵੀ ਦੋਵਾਂ ਨੂੰ ਪਾਲਾਂਗੇ ਵੀ, ਹਿੰਦੂ ਤੇ ਮੁਸਲਮਾਨ ਦੋਵਾਂ ਨੂੰ ਪਾਲਾਂਗੇ ਪਰ ਨਿਆਰੇ ਰਵਾਂਗੇ। ਅੱਜ ਦੋਵਾਂ ਨੂੰ ਪਾਲ ਰਹੇ ਨੇ। ਅਗਲੀ ਬਾਹੀ ਗਨੀ ਖਾਨ, ਨਬੀ ਖਾਨ ਲੱਗੇ ਨੇ। ਕੌਣ ਨੇ? ਮੁਸਲਮਾਨ ਨੇ। ਮਗਰਲੀ ਬਾਈਆਂ ਤੇ ਲੱਗੇ ਹਨ ਧਰਮ ਸਿੰਘ ਤੇ ਮਾਨ ਸਿੰਘ, ਤੇ ਮਗਰ ਚੌਰ, ਮੋਰ ਦੇ ਖੰਭਾਂ ਦਾ ਚੌਰ ਲੈ ਕੇ ਭਾਈ ਦਇਆ ਸਿੰਘ ਕਰ ਨੇ। ਮਹਾਰਾਜ ਚੱਲਦੇ ਚੱਲਦੇ ਲੋਕ ਨਮਸਕਾਰਾਂ ਕਰ ਰਹੇ ਨੇ, ਕਿਉਂਕਿ ਇਸਲਾਮੀ ਇਲਾਕਾ ਸੀ ਇਹ ਸਾਰਾ, ਨਮਸਕਾਰਾਂ ਕਰ ਰਹੇ ਨੇ। ਚੱਲਦੇ ਚੱਲਦੇ ਮਹਾਰਾਜ ਫਿਰ ਇਲਾਕਿਆਂ ਵਿੱਚ ਹੁੰਦਿਆਂ ਹੁੰਦਿਆਂ ਮਹਾਰਾਜ ਜਦੋਂ ਅੱਗੇ ਕੁਲਾਲ ਪਿੰਡ ਦੇ ਨੇੜੇ ਪਹੁੰਚਣ ਵਾਲੇ ਸਨ ਤੇ ਉੱਥੇ ਇੱਕ ਸੂਬੇਦਾਰ ਆਣ ਧਮਕਿਆ, ਫੌਜਦਾਰ ਦਿਲਾਵਰ ਖਾਂ। ਪਤਾ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਿਤੇ ਭੇਸ ਬਦਲ ਕੇ ਨਾ ਨਿਕਲ ਜਾਣ। ਇੱਥੇ ਆ ਕੇ ਉਹਨੇ ਰੋਕ ਲਿਆ, ਕਹਿਣ ਲੱਗਾ ਇਹ ਕੌਣ ਹਨ? ਗਨੀ ਨਬੀ ਖਾਨ ਕਹਿਣ ਲੱਗਾ ਕਿ ਸਾਡੇ ਪੀਰ ਹਨ, ਉੱਚ ਦੇ ਇਲਾਕੇ 'ਚ ਰਹਿੰਦੇ ਹਨ, ਹੱਜ ਕਰਕੇ ਇਹਨਾਂ ਦੀ ਆਪਣੀ ਮੌਜ ਮਸਤੀ ਨਾਲ ਇੱਧਰ ਵਿਚਰ ਰਹੇ ਹਨ, ਆਪਣੇ ਮਰੀਦਾਂ ਨੂੰ ਦਰਸ਼ਨ ਦੇ ਰਹੇ ਹਨ। ਉਹ ਕਹਿਣ ਲੱਗਾ ਮੈਂ ਇਸ ਗੱਲ ਦਾ ਯਕੀਨ ਨਹੀਂ ਕਰਦਾ, ਇਸ ਗੱਲ ਦੀ ਪਰਖ ਹੋਵੇਗੀ, ਇਹਨਾਂ ਨੂੰ ਇੱਥੇ ਉਤਾਰ ਲਓ, ਰੋਕ ਲਓ ਇਹਨਾਂ ਨੂੰ ਇੱਥੇ। ਗਨੀ ਨਬੀ ਖਾਨ ਕਹਿਣ ਲੱਗੇ ਕਿ ਸਾਡੇ ਪੀਰ ਦਾ ਇੰਜ ਬੇਅਦਬੀ ਹੁੰਦੀ ਹੈ, ਅਦਬ ਨਹੀਂ ਹੁੰਦਾ। ਉਹਨੇ ਤੰਬੂ ਲਵਾਇਆ, ਉੱਥੇ ਠਹਿਰਾਇਆ, ਅੰਦਰ ਬੈਠੇ। ਉਹਨੇ ਕਿਹਾ ਕਿ ਆਲੇ ਦੁਆਲੇ ਕੋਈ ਕਿਸੇ ਕਾਜੀ ਨੂੰ ਮੰਗਾਓ। ਫਿਰ ਨੂਰਪੁਰੀਏ ਸੈਯਦ ਕਾਜੀ ਪੀਰ ਮੁਹੰਮਦ ਨੂੰ ਮੰਗਾਇਆ ਗਿਆ, ਨੂਰ ਮੁਹੰਮਦ ਨੂੰ। ਉਹਨੇ ਆ ਕੇ ਫਿਰ ਇਹ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਕਿਤੇ ਸਮੇਂ ਉਸਤਾਦ ਵੀ ਰਿਹਾ। ਮਹਾਰਾਜ ਦੇ ਨਾਲ ਪਰਖ ਕਰਕੇ ਇਹਨੇ ਬਾਹਰ ਆ ਕੇ ਦੱਸਿਆ ਦਿਲਾਵਰ ਖਾਂ ਨੂੰ ਕਿ ਨਹੀਂ ਇਹ ਉੱਚ ਦੇ ਪੀਰ ਹੀ ਹਨ। ਇਹਨੇ ਮਹਾਰਾਜ ਨੂੰ ਕਿਹਾ ਕਿ ਮਹਾਰਾਜ ਵੀ ਹੁਣ ਆਪ ਜੀ ਉੱਚ ਦੇ ਪੀਰ ਨਹੀਂ ਹੈਗੇ, ਮੁਸਲਮਾਨ ਨਹੀਂ ਹੈਗੇ ਆਪ ਜੀ, ਮੈਂ ਬਾਹਰ ਜਾ ਕੇ ਝੂਠ ਕਿਵੇਂ ਮਾਰਾਂਗਾ? ਮਹਾਰਾਜ ਕਹਿਣ ਲੱਗੇ ਵੀ ਰਮਜ ਹੁੰਦੀ ਹੈ ਇਸ ਗੱਲ ਦੇ ਵਿੱਚ। ਉੱਚ ਦਾ ਮਤਲਬ ਹੈ ਉੱਚਾ। ਮਹਾਰਾਜ ਕਹਿਣ ਲੱਗੇ ਦੇਖ ਸਾਡੇ ਕੋਲ ਮੁਸਲਮਾਨ ਵੀ ਸਿਰ ਨਿਵਾਉਂਦੇ ਨੇ, ਹਿੰਦੂ ਵੀ ਨਿਵਾਉਂਦੇ ਨੇ, ਸ਼ੂਦਰ ਵੀ, ਸਾਰੇ ਨਿਵਾਉਂਦੇ ਨੇ। ਤੁਸੀਂ ਸਾਨੂੰ ਮੁਸਲਮਾਨ ਆਪਣੇ ਧਰਮ ਵਿੱਚ ਰਹਿੰਦੇ ਹੋਏ ਉੱਚਾ ਮੰਨਦੇ ਨੇ, ਹਿੰਦੂ ਆਪਣੇ ਧਰਮ ਵਿੱਚ ਰਹਿੰਦੇ ਉੱਚਾ ਮੰਨਦੇ ਨੇ। ਤੂੰ ਰਮਜ ਕਰਕੇ ਕਹਿ ਦੀ ਕਿ ਇਹ ਉੱਚ ਦੇ ਹੀ ਪੀਰ ਨੇ, ਉੱਚੇ ਪੀਰ ਨੇ। ਇਹਨਾਂ ਤੋਂ ਵੱਡਾ ਪੀਰ ਕਿਹੜਾ ਹੋ ਸਕਦਾ ਹੈ? ਕਿ ਜਿਹੜੇ ਸੰਤ ਵੀ ਹੋਣ, ਸਿਪਾਹੀ ਵੀ ਹੋਣ, ਜਿਨ੍ਹਾਂ ਨੇ ਲਾਲ ਵੀ ਵਾਰੇ ਹੋਣ ਤੇ ਜਿਨ੍ਹਾਂ ਨੇ ਆਪਣੇ ਮਰੀਦਾਂ ਨੂੰ ਬਖਸ਼ਿਸ਼ਾਂ ਵੀ ਕੀਤੀਆਂ ਹੋਣ।
ਕਹਿਣ ਲੱਗੇ ਤੂੰ ਮਨ ਦੀ ਭਾਵਨਾ ਕਰਕੇ ਬਾਹਰ ਜਾ ਕੇ ਕਹਦੀ ਉੱਚ ਦੇ ਪੀਰ ਹੈ, ਜਾ ਕੇ ਇਹਨੇ ਕਰ ਦਿੱਤਾ। ਦਿਲਾਵਰ ਖਾਂ ਦੀ ਨਿਸ਼ਾ ਹੋ ਗਈ। ਪਰ ਕਹਿਣ ਲੱਗਾ ਕਿ ਅਸੀਂ ਇੱਕ ਯਕੀਨ ਕਰਨ ਦੇ ਲਈ ਮਹਾਰਾਜ ਜੀ ਨੇ ਕਿਹਾ, ਇਹਨੇ ਦਿਲਾਵਰ ਖਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਇਸਲਾਮੀ ਖਾਣਾ ਭੇਟ ਕਰਨਾ, ਮਾਸ ਭੇਟ ਕਰਨਾ ਇਹਨਾਂ ਨੂੰ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਉੱਚ ਦੇ ਪੀਰ ਵਿੱਚ ਸਜੇ ਪਏ ਹਨ, ਪਲੰਘ ਤੇ ਬੈਠੇ ਹਨ, ਨੀਲਾ ਬੇਸ ਹੈ ਮਹਾਰਾਜ ਜੀ ਦਾ। ਜਦੋਂ ਗਨੀ ਨਬੀ ਖਾਂ, ਗੁਰੂ ਸਾਹਿਬ ਦੀ ਮਰਜ਼ਾਦਾ ਬਾਰੇ ਗਨੀ ਨਬੀ ਖਾਂ ਨੂੰ ਪਤਾ ਹੈ, ਉਹ ਜਾ ਕੇ ਕਹਿਣ ਲੱਗੇ ਸਾਡੇ ਮੁਰਸ਼ਦ ਜਿਹੜੇ ਬਹੁਤਾ ਰੋਜ਼ਿਆਂ ਤੇ ਰਹਿੰਦੇ ਨੇ, ਇੱਕ ਅੱਧਾ ਜੌਂ ਦਾ ਦਾਣਾ ਖਾਂਦੇ ਨੇ ਸਾਰੇ ਦਿਨ 'ਚ, ਇਸ ਕਰਕੇ ਉਹ ਨਹੀਂ ਕਰਨਗੇ। ਪਰ ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਕਹਿਣ ਲੱਗੇ ਮਹਾਰਾਜ ਸਾਨੂੰ ਤੇ ਖਾਣਾ ਪਏਗਾ, ਮੁਸ਼ਕਿਲ ਹੋ ਜਾਏਗੀ। ਮਹਾਰਾਜ ਕਹਿਣ ਲੱਗੇ ਕਿ ਜਦੋਂ ਤੁਸੀਂ ਭੋਜਨ ਛਕਣ ਲੱਗੋਗੇ ਨਾ, ਜੋ ਵੀ ਕਰਨਗੇ ਉੱਥੇ ਜਾ ਕੇ ਤੁਸੀਂ ਬਾਣੀ ਦੇ ਮੰਤਰ ਪੜ੍ਹ ਕੇ ਤਬ ਪ੍ਰਸਾਦ ਭਰਮ ਕਾ ਨਾਸ ਕਰ ਕਿਰਪਾਨ ਫੇਰਦੇ, ਉਹ ਹਿੱਸਾ ਜਿਹੜਾ ਹੈ ਮਾਸ ਨਹੀਂ ਰਹੇਗਾ। ਮਾਸ ਦੀ ਰਕਾਬੀ ਪੇਸ਼ ਕੀਤੀ ਤੇ ਜਦੋਂ ਭਾਈ ਦਇਆ ਸਿੰਘ, ਧਰਮ ਸਿੰਘ ਨੇ, ਦਇਆ ਸਿੰਘ ਨੇ ਕਿਰਪਾਨ ਫੇਰੀ ਚੋਟੀ ਵਿੱਚ, ਉਹ ਦਿਲਾਵਰ ਖਾਂ ਭੁੜਕ ਪਿਆ, ਕਹਿਣ ਲੱਗਾ ਇਹ ਮੁਸਲਮਾਨਾਂ ਦੇ ਵਿੱਚ ਰੀਤ ਨਹੀਂ ਹੈ, ਤੁਸੀਂ ਕਾਫਰ ਲੱਗਦੇ ਹੋ। ਗਨੀ ਨਬੀ ਖਾਂ ਕਹਿਣ ਲੱਗੇ ਤੈਨੂੰ ਬੜਾ ਪਤਾ ਯਾਰ ਕਿ ਇਹ ਹੱਜ ਕਰਨ ਗਏ ਸੀ, ਮੱਕੇ ਵਿੱਚ ਇੱਕ ਨਵੀਂ ਰੀਤ ਚੱਲੀ ਹੈ ਕਿ ਬਰਤਨ ਜੇ ਜਿਹੜਾ ਭੋਜਨ ਹੈ ਲੋਹੇ ਦੇ ਬਰਤਨ 'ਚ ਪਕਾਇਆ ਜਾਂਦਾ ਤੇ ਜੇ ਲੋਹਾ ਸੁਹਾਇਆ ਜਾਏ ਤੇ ਪਵਿੱਤਰ ਹੋ ਜਾਂਦਾ। ਕਹਿੰਦਾ ਅੱਛਾ, ਕਹਿੰਦਾ ਨਵੀਂ ਮਰਜ਼ਾਦਾ ਚੱਲੀ ਮੱਕੇ 'ਚ, ਹੱਜ ਕਰਦੇ ਅਰਕਾ ਪਤਾ ਕਰਕੇ ਆਏ ਉੱਥੇ। ਉਹ ਜਿੱਧਰ ਕਿਰਪਾਨ ਫੇਰੀ ਕਹਿੰਦੇ ਉੱਧਰਲਾ ਹਿੱਸਾ ਕੜਾਹ ਪ੍ਰਸ਼ਾਦ ਬਣ ਗਿਆ, ਛਕ ਲਿਆ ਤੇ ਬਾਕੀ ਉਹਨਾਂ ਨੇ ਆਪਣੇ ਨਾਲ ਬੰਨ ਲਿਆ ਭਾਈ ਦਇਆ ਸਿੰਘ, ਧਰਮ ਸਿੰਘ ਨੇ। ਫਿਰ ਇੱਥੋਂ ਉੱਚ ਦੇ ਪੀਰ ਵਿੱਚ ਮਹਾਰਾਜ ਰੂਪ ਅੱਗੇ ਕਿਵੇਂ ਚੱਲੇ, ਇਹ ਸਾਰੀ ਗਾਥਾ ਕੱਲ੍ਹ ਆਪਦੇ ਸਨਮੁਖ ਹੋਰ ਗਏ। ਤੇ ਉਧਰ ਦੂਜੇ ਪਾਸੇ ਜਿਹੜੇ, ਕਿਉਂਕਿ ਮੈਂ ਕੱਲ੍ਹ ਤੱਕ ਹੀ ਸਾਹਿਬ 10ਵੇਂ ਪਾਤਸ਼ਾਹ ਦੇ ਸਫ਼ਰ ਦੀ, ਕਿਉਂਕਿ ਲੜੀ ਮਿਲਣੀ ਹੁੰਦੀ ਹੈ ਨਾ, ਤੇ ਕੱਲ ਹੁਣ ਮਹਾਰਾਜ ਉੱਚ ਦੇ ਪੀਰ ਵਿੱਚ ਇੱਥੋਂ ਸਫ਼ਰ ਕਰਦਿਆਂ ਕਿਵੇਂ ਆਲਮਗੀਰ ਹੋ ਕੇ ਕਿਵੇਂ ਮਹਾਰਾਜ ਰਾਏ ਕੱਲੇ ਕੋਲ ਪਹੁੰਚੇ, ਕੱਲ ਤੱਕ ਰਾਏ ਕੱਲੇ ਦੀ ਗਾਥਾ ਅੱਜ ਕਰਾਂਗਾ। ਫਿਰ ਪਰਸੋਂ 11, 12, 13, 14, 15 ਪੋਹ ਨੂੰ ਸਾਹਿਬਜ਼ਾਦਿਆਂ ਦਾ ਜਿਹੜਾ ਸਫ਼ਰ ਹੈ ਸਰਸਾ ਤੋਂ ਲੈ ਕੇ ਠੰਡੇ ਬੁਰਜ ਤੱਕ ਦਾ, ਉਹ ਫਿਰ 4-5 ਦਿਨਾਂ 'ਚ ਅਰਜ ਕਰਾਂਗਾ। ਇੱਧਰ ਕਲਗੀਧਰ ਪਾਤਸ਼ਾਹ ਕੁਲਾਲ ਪਿੰਡ ਪਹੁੰਚਦੇ ਹਨ ਉੱਚ ਦੇ ਪੀਰ ਦੇ ਰੂਪ ਵਿੱਚ। ਫਿਰ ਅੱਗੇ ਮਹਾਰਾਜ ਦਾ ਸਫ਼ਰ ਕਿਵੇਂ ਚੱਲਦਾ, ਇਹ ਸਾਰੀ ਗਾਥਾ ਕੱਲ੍ਹ ਆਪ ਦੀ ਸਰਵਣ ਕਰੋਗੇ। ਸੱਚੇ ਪਾਤਸ਼ਾਹ ਦੀ ਸ਼ਾਨ, ਪੀਰਾਂ ਦੇ ਪੀਰ, ਉੱਚ ਦੇ ਪੀਰ ਰੂਪ ਸੱਜ ਕੇ ਜਾ ਰਹੇ ਹਨ। ਬੜੇ ਬੇਪਰਵਾਹੀ ਰੰਗ ਦੇ ਵਿੱਚ ਮਹਾਰਾਜ ਐਸੇ ਦੀਨ ਦਿਆਲ ਸਤਿਗੁਰੂ ਸਾਹਿਬ ਜੀ ਦੇ। ਬਾਕੀ ਧਰਮ ਯੁੱਧ ਸਫ਼ਰ ਦੀ ਗਾਥਾ ਆਪ ਜੀ ਇਸੇ ਪ੍ਰਕਾਰ ਸਰਵਣ ਕਰੋਗੇ ਜੀ। ਪਾਤਸ਼ਾਹ ਜੀ ਦੇ ਅਕੱਥ ਜੀਵਨ ਦੀ ਸਿਫਤ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜਾਚਨਾ ਦੀ ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ